जिंदगी तो सिर्फ अपने कंधों पर जी जाती है, दूसरों के कंधे पर तो सिर्फ जनाजे उठा करते हैं। ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਜੀ ਸਭ ਨੂੰ। ਕੀ ਹਾਲ ਚਾਲ ਨੇ ਸਭ ਦੇ? ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਪਰਮਾਤਮਾ ਨੇ ਤੁਹਾਡੇ ਉੱਤੇ ਸਭ ਤੇ ਮਿਹਰ ਭਰਿਆ ਹੱਥ ਰੱਖਿਆ ਹੋਇਆ, ਠੀਕ ਹੈ। ਤੇ ਇਸੇ ਤਰੀਕੇ ਨਾਲ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬੀ ਵੱਲ ਵਧਦੇ ਰਹੋ, ਠੀਕ ਹੈ। ਤੇ ਅੱਜ ਦਾ ਜੀ ਆਪਣਾ ਸੈਸ਼ਨ ਹੈ ਜੀ ਪੋਲਿਟੀ ਦਾ। ਪੋਲਿਟੀ ਦੇ ਵਿੱਚ ਆਪਾਂ ਕੀ ਆ, ਅੱਜ ਸੈਕਿੰਡ ਕਲਾਸ ਆ, 2 ਨੰਬਰ ਕਲਾਸ ਆ। ਇਹਦੇ ਵਿੱਚ ਸੈਕਿੰਡ ਰਿਵੀਜ਼ਨ ਲੈ ਕੇ ਆਇਆ ਪੋਲਿਟੀ ਦੀ ਫੁੱਲ ਰਿਵੀਜ਼ਨ। ਇਹਦੇ ਵਿੱਚ ਤੁਹਾਨੂੰ A ਤੋਂ ਲੈ ਕੇ Z ਤੱਕ ਜਿੰਨੇ ਵੀ ਟੌਪਿਕ ਆ ਉਹਨਾਂ ਵਿੱਚੋਂ ਹਰੇਕ ਵਿੱਚੋਂ ਕੁਐਸਚਨ ਮਿਲੇਗਾ। ਤੇ ਬਾਕੀ ਤੁਹਾਨੂੰ ਮੇਰਾ ਪੜਾਉਣ ਦਾ ਤਰੀਕਾ ਪਤਾ ਹੈ ਕਿ ਆਪਾਂ ਇੱਕ ਕੁਐਸਚਨ ਦੇ ਵਿੱਚੋਂ 10 ਕੁਐਸਚਨ ਕੱਢਣੇ ਹੁੰਦੇ ਆ, ਠੀਕ ਹੈ। ਵੱਧ ਤੋਂ ਵੱਧ ਆਪਾਂ ਇੱਕ ਮੈਕਸਿਮਮ ਕੁਐਸਚਨ ਆ ਉਹਨੂੰ ਖਿਲਾਰਨ ਦੀ ਕੋਸ਼ਿਸ਼ ਕਰਨੀ ਹੁੰਦੀ ਆ। ਬੈਸਟ MCQs ਹੁੰਦੇ ਆ ਜੀ ਆਪਣੇ ਪੋਲਿਟੀ ਸੈਸ਼ਨ ਦੇ ਵਿੱਚ। ਤੇ ਇਹ ਜਿੰਨੇ ਵੀ ਸਵਾਲ ਹੁੰਦੇ ਆ ਪੇਪਰਾਂ ਦੇ ਵਿੱਚ ਰਿਪੀਟਡ ਤੁਹਾਨੂੰ ਦੇਖਣ ਨੂੰ ਮਿਲਦੇ ਆ, ਜਾਂ ਆਉਣ ਵਾਲੇ ਪੇਪਰਾਂ ਦੇ ਅਪਕਮਿੰਗ ਜਿੰਨੇ ਵੀ ਐਗਜ਼ਾਮ ਆ ਸਾਰਿਆਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ, ਠੀਕ ਹੈ। ਤੇ ਜਿਨ੍ਹਾਂ ਬੱਚਿਆਂ ਨੇ ਚੈਨਲ ਨੂੰ ਲਾਈਕ ਨਹੀਂ ਕੀਤਾ, ਸਬਸਕ੍ਰਾਈਬ ਨਹੀਂ ਕੀਤਾ, ਘੰਟੀਆਂ ਨਹੀਂ ਵਜਾਈਆਂ, ਤਾਂ ਜ਼ਿੰਮੇਵਾਰੀ ਬਣਦੀ ਹੈ ਤੁਹਾਡੀ ਵੀ, ਜਿਵੇਂ ਮੇਰੀ ਜ਼ਿੰਮੇਵਾਰੀ ਆ ਵੀ ਤੁਹਾਨੂੰ ਡੇਲੀ ਬੇਸਿਸ ਤੇ ਕਲਾਸ ਦੇਣੀ, ਠੀਕ ਹੈ। ਉਸੇ ਤਰੀਕੇ ਨਾਲ ਤੁਹਾਡੀ ਵੀ ਜ਼ਿੰਮੇਵਾਰੀ ਆ ਵੀ ਤੁਸੀਂ ਚੈਨਲ ਨੂੰ ਲਾਈਕ ਕਰਨਾ, ਸਬਸਕ੍ਰਾਈਬ ਕਰਨਾ ਤੇ ਘੰਟੀਆਂ ਵਜਾ ਦੇਣੀਆਂ। ਇਹ ਤੁਹਾਡੀ ਕੀ ਆ, ਰਿਸਪੌਂਸਿਬਿਲਿਟੀ ਆ। ਚਲੋ ਜੀ ਸਟਾਰਟ ਕਰਦੇ ਆ। ਦੇਖੋ ਆਪਣੇ ਕੋਲ ਜਿਹੜਾ ਇਸ YouTube ਚੈਨਲ ਪਲੇਟਫਾਰਮ ਤੇ ਤੁਹਾਨੂੰ ਹਰੇਕ ਤਰ੍ਹਾਂ ਦੇ ਜਿਹੜੇ ਆ ਸਬਜੈਕਟ ਦੇਖਣ ਨੂੰ ਮਿਲਣਗੇ। ਜਿਵੇਂ ਕਿ ਮੰਨ ਲਓ ਕਿ ਤੁਸੀਂ ਘਰ ਬੈਠੇ ਤਿਆਰੀ ਕਰ ਸਕਦੇ ਹੋ। ਜਿੰਨੇ ਵੀ ਟੌਪਿਕ ਆ ਹਿਸਟਰੀ ਦੇ ਵਿੱਚ ਮੈਂ ਤੁਹਾਨੂੰ A ਤੋਂ ਲੈ ਕੇ Z ਤੱਕ ਜਿੰਨੇ ਵੀ ਟੌਪਿਕ ਆ ਉਹ ਸਾਰੇ ਕਵਰ ਕਰਵਾਉਂਗਾ, ਏਂਸ਼ੀਅੰਟ ਤੋਂ ਲੈ ਕੇ ਮਿਡੀਵਲ ਮਾਡਰਨ ਤੱਕ, ਠੀਕ ਹੈ ਜੀ। ਥਰੂ MCQ ਵੀ ਕਰਾਂਗੇ, ਪਲੱਸ ਇਹਨਾਂ ਦੀ ਡਿਟੇਲ ਵੀ ਕਰਾਂਗੇ, ਠੀਕ ਹੈ। ਡਿਟੇਲ ਵੀ ਕਰਾਂਗੇ, ਤਾਂ ਇਸੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਣਾ, ਤਾਂ ਜੋ ਨਵੇਂ ਜਿੰਨੀਆਂ ਵੀ ਕਲਾਸਾਂ ਹੋਣੀਆਂ ਆਪਣੀਆਂ ਤੁਹਾਨੂੰ ਘੰਟੀਆਂ ਵਜਾ ਕੇ ਨਾਲ ਦੇ ਨਾਲ ਕੀ ਮਿਲਦੀਆਂ ਰਹਿਣ, ਨੋਟੀਫਿਕੇਸ਼ਨ ਮਿਲਦੇ ਰਹਿਣ। ਜੀਓਗ੍ਰਾਫੀ ਕਰਾਂਗੇ, ਕਰੰਟ ਅਫੇਅਰ ਕਰਾਂਗੇ, ਪੰਜਾਬ GK ਕਰਾਂਗੇ, ਸਾਇੰਸ ਐਂਡ ਟੈਕ ਵੀ ਕਰਾਂਗੇ, ਇਕਨੋਮਿਕਸ ਤੇ ਬਾਕੀ ਜਿੰਨੇ ਵੀ ਅਨਦਰ GS ਦਾ ਸੈਕਸ਼ਨ ਹੈ, ਜਿਵੇਂ ਹੋ ਗਿਆ ਤੁਹਾਡੀ ਸਟੈਟਿਕ GK, ਠੀਕ ਹੈ। ਸਟੈਟਿਕ GK ਤੋਂ ਲੈ ਕੇ A ਤੋਂ ਲੈ ਕੇ Z ਤੱਕ ਜਿੰਨੀਆਂ ਵੀ ਆਪਣੇ ਅੱਜ ਤੱਕ ਅਪਕਮਿੰਗ ਐਗਜ਼ਾਮ ਦੇ ਵਿੱਚ ਆਉਣਗੇ ਜਾਂ ਪੁਰਾਣੇ ਪੇਪਰਾਂ ਦੇ ਵਿੱਚ ਆਏ ਹੋਏ ਆ, ਜਿੰਨੇ ਵੀ ਕੁਐਸਚਨ ਆਏ ਹੋਏ ਆ ਉਹ ਸਾਰੇ ਮੈਂ ਚੱਕ ਕੇ ਲੈ ਕੇ ਆਊਂਗਾ ਟੌਪਿਕ ਵਾਈਜ਼, ਠੀਕ ਹੈ। ਜਿਵੇਂ ਫਸਟ ਇੰਡੀਆ ਟੌਪਿਕ ਹੋ ਗਿਆ, ਟੈਂਪਲਸ ਹੋ ਗਏ, ਸਾਰੇ ਜਿਵੇਂ ਪੂਰੀਆਂ ਲਾਈਨਾਂ ਜਿਹੜੀਆਂ ਸੀਰੀਜ਼ ਦੇਖਣ ਨੂੰ ਮਿਲੂਗੀ। ਤਾਂ ਤੁਸੀਂ ਕੀ ਕਰਨਾ, ਚੈਨਲ ਨੂੰ ਲਾਈਕ ਕਰਨਾ, ਸਬਸਕ੍ਰਾਈਬ ਕਰਨਾ, ਠੀਕ ਹੈ। ਤਾਂ ਚੱਲਦੇ ਆ ਜੀ ਆਪਣੇ ਪਹਿਲੇ ਕੁਐਸਚਨ ਤੇ ਸਟਾਰਟ ਕਰਦੇ ਹਾਂ। ਪਹਿਲੇ ਕੁਐਸਚਨ ਕੀ ਕਹਿ ਰਿਹਾ, ਕੁਐਸਚਨ ਪੜੋ ਤੇ ਆਨਸਰ ਕਰਨ ਦੀ ਕੋਸ਼ਿਸ਼ ਕਰਨੀ ਆ। ਬਹੁਤ ਸਾਰੇ ਕੁਐਸਚਨ ਆ, ਢਿੱਗ ਲੱਗਿਆ ਪਿਆ ਕੁਐਸਚਨਾਂ ਦਾ, ਠੀਕ ਹੈ। ਚਲੋ ਸਟਾਰਟ ਕਰਦੇ ਹਾਂ। ਕਹਿੰਦੇ ਜੀ ਭਾਰਤੀ ਸੰਵਿਧਾਨ ਦੀ ਕਿਹੜੀ ਧਾਰਾ ਜਿਹੜੀ ਰਾਸ਼ਟਰਪਤੀ ਨੂੰ ਕਿਹਾ ਕਿਸੇ ਵੀ ਵਿਅਕਤੀ ਨੂੰ ਮਾਫ ਕਰਨ ਦਾ ਅਧਿਕਾਰ ਦਿੰਦੀ ਆ। ਤਾਂ ਪਹਿਲਾਂ ਚੱਲਦੇ ਆ ਰਾਸ਼ਟਰਪਤੀ ਤੇ, ਦੇਖਦੇ ਆ ਰਾਸ਼ਟਰਪਤੀ। ਦੇਖੋ ਜੀ ਰਾਸ਼ਟਰਪਤੀ ਦਾ ਆਰਟੀਕਲ ਕਿਹੜਾ, ਆਰਟੀਕਲ 52 ਦੇ ਤਹਿਤ ਕੀ ਹੈ, ਰਾਸ਼ਟਰਪਤੀ ਆਉਂਦੇ ਆ। ਤੇ ਗੱਲ ਕਰਦੇ ਆ ਰਾਸ਼ਟਰਪਤੀ ਦੀ ਇੰਪੀਚਮੈਂਟ। ਜੇ ਰਾਸ਼ਟਰਪਤੀ ਨੂੰ ਉਹਦੀ ਪੋਸਟ ਤੋਂ ਹਟਾਉਣਾ ਹੋਵੇ, ਰਾਸ਼ਟਰਪਤੀ ਨੂੰ ਇਹਦੀ ਪੋਸਟ ਤੋਂ ਹਟਾਉਣ ਵਾਸਤੇ ਜਿਹੜਾ ਆਰਟੀਕਲ ਲੱਗਦਾ ਉਹ ਕਿਹੜਾ ਲੱਗਦਾ, ਆਰਟੀਕਲ 61। ਧਿਆਨ ਰੱਖਿਓ ਆਰਟੀਕਲ 61 ਹੈ ਜਿਹੜਾ ਰਾਸ਼ਟਰਪਤੀ ਨੂੰ ਇਹਦੀ ਪੋਸਟ ਤੋਂ ਹਟਾਉਣ ਤੇ ਲੱਗਦਾ। ਹੁਣ ਕਹਿੰਦੇ ਜੀ ਰਾਸ਼ਟਰਪਤੀ ਮਾਫ ਕਰ ਸਕਦਾ, ਰਾਸ਼ਟਰਪਤੀ ਦੀ ਮਾਫੀ ਦੀ ਸ਼ਕਤੀ ਬਿਲਕੁਲ ਹੈਗੀ ਹੈ ਜੀ। ਆਰਟੀਕਲ 72 ਦੇ ਤਹਿਤ ਰਾਸ਼ਟਰਪਤੀ ਜੇ ਕਿਸੇ ਵਿਅਕਤੀ ਨੂੰ ਕੋਈ ਸਜ਼ਾ ਹੋਈ ਹੋਵੇ ਤਾਂ ਰਾਸ਼ਟਰਪਤੀ ਨੂੰ ਉਹ ਚਿੱਠੀ ਲਿਖ ਸਕਦੇ ਆ, ਜਿਹਦੇ ਵਿੱਚ ਰਾਸ਼ਟਰਪਤੀ ਸਾਹਿਬ ਕੀ ਕਰ ਸਕਦੇ ਆ, ਮਾਫ ਕਰ ਸਕਦੇ ਆ। ਹੁਣ ਜਿਹੜੀ ਮਾਫੀ ਕਿੰਨੇ ਤਰੀਕੇ ਦੀ ਆ, ਮਾਫੀ ਦੀ ਸਜ਼ਾ ਜਿਹੜੀ, ਧਿਆਨ ਰੱਖਿਓ ਮਾਫੀ ਦੀ ਸਜ਼ਾ ਵੀ 5 ਤਰੀਕੇ ਦੀ ਆ। ਕਿਹੜੀ 5 ਤਰੀਕੇ ਦੀ? ਪਹਿਲੀ ਗੱਲ ਕਰਦੇ ਆ ਪਾਰਡਨ ਪਾਵਰ। ਪਾਰਡਨ ਪਾਵਰ ਦਾ ਮਤਲਬ ਕੀ ਆ ਵੀ ਕਿਸੇ ਵੀ ਵਿਅਕਤੀ ਨੂੰ ਪੂਰੀ ਤਰੀਕੇ ਤੇ ਫ੍ਰੀ ਕਰ ਦੇਣਾ। ਮਤਲਬ ਮੰਨ ਲਓ ਉਹਨੂੰ ਮੌਤ ਦੀ ਸਜ਼ਾ ਹੋਈ ਹੈ ਜਾਂ ਉਮਰ ਕੈਦ ਦੀ ਸਜ਼ਾ ਹੋਈ ਹੈ, ਉਹਨੂੰ ਕੰਪਲੀਟ ਤੌਰ ਤੇ ਆਜ਼ਾਦ ਕਰ ਦਿੱਤਾ ਆ। ਕਿਊਮੂਟੇਸ਼ਨ ਦਾ ਮਤਲਬ ਇਹ ਹੈ ਵੀ ਸਜ਼ਾ ਦਾ ਨੇਚਰ ਚੇਂਜ ਕਰਤਾ। ਸਜ਼ਾ ਦਾ ਕੀ ਕਰਤਾ, ਨੇਚਰ ਚੇਂਜ ਕਰਤਾ। ਨੇਚਰ ਚੇਂਜ ਕਰ ਦਿੰਦੇ ਆ, ਤਬਦੀਲੀ ਕਰ ਦਿੰਦੇ ਆ, ਬਦਲ ਦਿੰਦੇ ਆ। ਮੰਨ ਲਓ ਕਿ ਉਮਰ ਕੈਦ ਨੂੰ ਚੇਂਜ ਕਰ ਦਿੰਦੇ ਆ, ਕਾਹਦੇ ਵਿੱਚ, ਇਹਨੂੰ ਮੌਤ ਦੀ ਸਜ਼ਾ ਵਿੱਚ ਚੇਂਜ ਕਰਦੇ ਆ, ਜਾਂ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਚੇਂਜ ਕਰ ਦਿੰਦੇ ਆ। ਰਮਿਸ਼ਨ ਤੁਸੀਂ ਬਚਪਨ ਦੇ ਵਿੱਚ ਐਪਲੀਕੇਸ਼ਨ ਲਿਖੀ ਹੋਊਗੀ, ਰਮਿਸ਼ਨ ਸਾਡੀ ਫੀਸ ਮਾਫ ਕਰ ਦਿੱਤੀ ਜਾਵੇ। ਇਹਦੇ ਵਿੱਚ ਜਿਹੜੀ ਸਜ਼ਾ ਉਹ 10 ਤੋਂ ਘਟਾ ਕੇ 5 ਸਾਲ ਕਰ ਦਿੱਤੀ ਜਾਂਦੀ ਆ। ਇਹ ਕਿਹੜੀ ਹੈ, ਰਮਿਸ਼ਨ। ਰਿਸਪਾਈਟ ਦਾ ਮਤਲਬ ਕੀ ਹੈ ਵੀ ਇਹ ਕਿਸੇ ਮਾਨਵਤਾ ਦੇ ਆਧਾਰ ਤੇ, ਧਿਆਨ ਰੱਖਿਓ ਮਾਨਵਤਾ ਦੇ ਆਧਾਰ ਤੇ ਕਿਸੇ ਵਿਅਕਤੀ ਨੂੰ ਮਾਫ ਕਰਨਾ, ਉਹਨੂੰ ਕੀ ਕਹਿੰਦੇ ਆ, ਰਿਸਪਾਈਟ ਕਹਿੰਦੇ ਆ। ਜਿਵੇਂ ਮੰਨ ਲਓ ਕਿਸੇ ਬੰਦੇ ਨੇ ਬਹੁਤ ਸਾਰੇ ਚੰਗੇ ਕੰਮ ਕੀਤੇ ਹੋਣ ਬਟ ਉਸ ਤੋਂ ਇੱਕ ਗਲਤ ਕੰਮ ਹੋ ਗਿਆ ਹੋਵੇ, ਜਿੰਦੇ ਉਹ ਆਪਦੇ ਮਾਨਵਤਾ ਦੇ ਆਧਾਰ ਤੇ ਮਾਫ ਕਰਨ ਦੀ ਜਿਹੜੀ ਆ ਅਪੀਲ ਕਰ ਸਕਦਾ ਹੈ। ਤੇ ਰਿਪਰਾਈਵ ਦੀ ਗੱਲ ਕਰਦੇ ਆ। ਰਿਪਰਾਈਵ ਦਾ ਮਤਲਬ ਹੁੰਦਾ ਰੋਕ, ਕੰਪਲੀਟ ਤੌਰ ਤੇ ਕੀ ਕਰ ਦੇਣੀ ਆ, ਸਟੇ ਲਗਾ ਦੇਣਾ, ਉਹਨੂੰ ਬੋਲਦੇ ਆ ਰਿਪਰਾਈਵ, ਠੀਕ ਹੈ ਜੀ। ਇਸੇ ਤਰੀਕੇ ਨਾਲ ਆਪਣੇ ਕੁਐਸਚਨ ਜਿਹੜੀ ਸੀਰੀਜ਼ ਰਹਿੰਦੀ ਆ, ਬਸ ਤੁਸੀਂ ਚੈਨਲ ਨੂੰ ਲਾਈਕ ਕਰ ਦਿਓ, ਸਬਸਕ੍ਰਾਈਬ ਕਰ ਦਿਓ ਤੇ ਘੰਟੀਆਂ ਵਜਾ ਕੇ ਰੱਖੋ। ਚੱਲਦੇ ਆ ਅਗਲੇ ਕੁਐਸਚਨ ਤੇ। ਅਗਲਾ ਕੁਐਸਚਨ ਕੀ ਕਹਿ ਰਿਹਾ ਜੀ, ਪ੍ਰਸ਼ਨ ਪੜ੍ਹੋ ਤੇ ਆਨਸਰ ਕਰਨ ਦੀ ਕੋਸ਼ਿਸ਼ ਕਰੋ। ਕਹਿੰਦੇ ਜੀ ਹਾਊ ਮੈਨੀ ਫੰਡਾਮੈਂਟਲ ਰਾਈਟ ਵਰ देयर ਓਰੀਜਨਲੀ ਇਨ ਦਾ ਕਨਸਟੀਟਿਊਸ਼ਨ। ਕਹਿੰਦੇ ਜਦੋਂ ਸੰਵਿਧਾਨ ਬਣਿਆ ਸੀ, ਸੰਵਿਧਾਨ ਜਿਹੜਾ ਆਪਾਂ ਦੇਖੋ ਸੰਵਿਧਾਨ ਦੀ ਗੱਲ ਕਰ ਲੈਂਦੇ ਆ, ਸੰਵਿਧਾਨ 26/11/1949 ਨੂੰ ਬਣ ਕੇ ਤਿਆਰ ਹੋ ਗਿਆ ਸੀ ਬਟ ਲਾਗੂ ਨਹੀਂ ਕੀਤਾ ਸੀ। ਸੰਵਿਧਾਨ ਨੂੰ ਆਪਾਂ ਲਾਗੂ ਕੀਤਾ 26 ਜਨਵਰੀ 1950 ਨੂੰ ਆਪਾਂ ਕੀ ਕੀਤਾ, ਲਾਗੂ ਕੀਤਾ ਸੰਵਿਧਾਨ ਨੂੰ।
ਹੁਣ ਕਹਿੰਦੇ ਜਦੋਂ ਆਪਣਾ ਸੰਵਿਧਾਨ ਓਰੀਜਨਲੀ ਤਿਆਰ ਹੋਇਆ ਸੀ ਉਦੋਂ ਇਹਦੇ ਵਿੱਚ ਕੁੱਲ ਫੰਡਾਮੈਂਟਲ ਰਾਈਟ ਸੀਗੇ 7। ਹੁਣ ਇਹਨਾਂ 7 ਵਿੱਚੋਂ ਇੱਕ ਜਿਹੜਾ ਫੰਡਾਮੈਂਟਲ ਰਾਈਟ ਆ ਇਹ ਆ ਜੀ ਸੰਪत्ति ਦਾ ਅਧਿਕਾਰ, ਪ੍ਰੋਪਰਟੀ ਜਿਹਨੂੰ ਬੋਲਦੇ ਆ, ਰਾਈਟ ਟੂ ਪ੍ਰੋਪਰਟੀ। ਇਹਦਾ ਆਰਟੀਕਲ ਜੀ 31, ਇਹ 31 ਨੂੰ ਕੀ ਕਰ ਦਿੱਤਾ ਗਿਆ, ਡਿਲੀਟ ਕਰ ਦਿੱਤਾ ਗਿਆ, ਹਟਾ ਦਿੱਤਾ ਗਿਆ। ਕਿਹੜੀ ਅਮੈਂਡਮੈਂਟ ਦੇ ਤਹਿਤ? ਇਹ ਮੋਸਟ ਇੰਪੋਰਟੈਂਟ ਆ ਜੀ, 44th ਅਮੈਂਡਮੈਂਟ ਐਕਟ ਆ 1978 ਦੇ ਤਹਿਤ ਕੀ ਆ, ਇਹ ਜਿਹੜੀ ਫੰਡਾਮੈਂਟਲ ਰਾਈਟ ਦੇ ਵਿੱਚੋਂ ਰਾਈਟ ਟੂ ਪ੍ਰੋਪਰਟੀ ਆ ਉਹਨੂੰ ਕੀ ਕਰ ਦਿੱਤਾ ਗਿਆ, ਰਿਮੂਵ ਕਰ ਦਿੱਤਾ ਗਿਆ। ਠੀਕ ਹੈ ਜੀ, ਤੇ ਬਸ ਤੁਸੀਂ ਲਾਈਕ ਕਰਦੇ ਰਹੋ, ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ, ਠੀਕ ਹੈ, ਪੜ੍ਹਦੇ ਰਹੋ ਬਸ। ਨੈਕਸਟ ਪ੍ਰਸ਼ਨ ਤੇ ਨੈਕਸਟ ਕੁਐਸਚਨ ਕੀ ਕਹਿ ਰਿਹਾ ਜੀ, ਨੈਕਸਟ ਕੁਐਸਚਨ ਕੀ ਕਹਿ ਰਿਹਾ, ਕਹਿੰਦਾ ਜੀ ਵਿਦੇਸ਼ੀ ਨਾਗਰਿਕਾਂ ਲਈ ਕਿਹੜੇ ਮੌਲਿਕ ਅਧਿਕਾਰ ਆ ਜਿਹੜੇ ਪ੍ਰਦਾਨ ਕੀਤੇ ਗਏ ਹਨ। ਦੇਖੋ ਜਿਹੜੇ ਆਪਣੇ ਫੰਡਾਮੈਂਟਲ ਰਾਈਟ ਹੈਗੇ ਆ ਇਹ ਭਾਰਤੀ ਨਾਗਰਿਕਾਂ ਵਾਸਤੇ ਤਾਂ ਹੈਗੇ ਆ, ਭਾਰਤੀਆਂ ਵਾਸਤੇ ਤਾਂ ਕਿਉਂਕਿ ਆਪਾਂ ਇੰਡੀਅਨ ਲੋਕ ਆ, ਇੰਡੀਅਨ ਵਾਸਤੇ ਤਾਂ ਹੈਗੇ ਆ। ਇਸ ਤੋਂ ਵੱਧ ਕੇ ਕੀ ਆ, ਇਹ ਜਿਹੜੇ ਫੰਡਾਮੈਂਟਲ ਰਾਈਟ ਆ ਥੋੜੇ ਬਹੁਤੇ ਕੀ ਆ, ਇਹ ਫੋਰਨਰ ਵਾਸਤੇ ਵੀ ਆ। ਕਿਹੜੇ ਫੋਰਨਰ ਵਾਸਤੇ ਆ, ਗੱਲ ਕਰਦੇ ਆ। ਕਹਿੰਦੇ ਜੀ ਇਕੁਐਲਿਟੀ ਬਿਫੋਰ ਲਾ, ਸਮਾਨਤਾ ਦਾ ਅਧਿਕਾਰ। ਦੂਜੀ ਗੱਲ ਕਰਦੇ ਆ ਰਾਈਟ ਟੂ ਫਰੀडम ਆਫ ਐਕਸਪ੍ਰੈਸ਼ਨ, ਯਾਨੀ ਕਿ ਆਪਣੇ ਜਿਹੜੇ ਭਾਵ ਪ੍ਰਗਟ ਕਰਨ ਦਾ ਅਧਿਕਾਰ। ਰਾਈਟ ਟੂ ਲਾਈਫ ਐਂਡ ਪਰਸਨਲ ਲਿਬਰਟੀ, ਜੀਵਨ ਜੀਣ ਦਾ ਅਧਿਕਾਰ। ਤੇ ਰਾਈਟ ਟੂ ਅਗੇਂਸਟ ਐਕਸਪਲੋਇਟੇਸ਼ਨ। ਧਿਆਨ ਰੱਖਿਓ ਇਹਦਾ ਕਰੈਕਟ ਆਂਸਰ ਕੀ ਨਿਕਲ ਕੇ ਆ ਰਿਹਾ ਆਪਣੇ ਕੋਲ, ਤਾਂ ਇਹਦਾ ਕਰੈਕਟ ਆਂਸਰ ਹੈ ਜੀ ਤੁਹਾਡਾ ਰਾਈਟ ਟੂ ਫਰੀडम ਆਫ ਐਕਸਪ੍ਰੈਸ਼ਨ। ਹਰੇਕ ਬੰਦੇ ਨੂੰ ਕੀ ਆ, ਆਜ਼ਾਦੀ ਦਾ ਅਧਿਕਾਰ ਆ, ਆਜ਼ਾਦੀ ਕਾਦੀ, ਬੋਲਣ ਦੀ, ਸਪੀਚ ਕਰਨ ਦੀ। ਹੁਣ ਇਹਨਾਂ ਵਿੱਚੋਂ ਕਹਿੰਦੇ ਜੀ 15, 16, 19, 29 ਤੇ 30। ਦੇਖੋ 15, 16, 19, 29 ਤੇ 30 ਇਹ ਓਨਲੀ ਤੇ ਓਨਲੀ ਕੀ ਆ, ਭਾਰਤੀ ਨਾਗਰਿਕਾਂ ਨੂੰ ਆ, ਓਨਲੀ ਤੇ ਓਨਲੀ ਭਾਰਤੀ ਨਾਗਰਿਕਾਂ, ਭਾਰਤੀ ਨਾਗਰਿਕਾਂ ਨੂੰ ਕਿਹੜੇ ਆ, 15, 16, 19, 29 ਤੇ 30। 15 ਕੀ ਕਹਿੰਦਾ ਜੀ, ਭੇਦਭਾਵ ਤੇ ਰੋਕ। 16 ਕੀ ਕਹਿੰਦਾ, ਇਕੁਅਲ ਓਪਰਚੁਨਿਟੀ ਇਨ ਪਬਲਿਕ ਇੰਪਲੋਇਮੈਂਟ। 19 ਕਹਿੰਦਾ ਫਰੀडम ਆ ਜੀ। 29 ਕਹਿੰਦਾ ਕਲਚਰ ਆ ਤੇ ਐਜੂਕੇਸ਼ਨ ਰਾਈਟ ਆ। ਤੇ 30 ਕਹਿੰਦਾ ਜੀ ਕੋਈ ਵੀ ਬੰਦਾ ਆਪਦਾ ਐਜੂਕੇਸ਼ਨ ਇੰਸਟੀਟਿਊਟ ਖੋਲ ਸਕਦਾ। ਇਹ ਆਪਣੇ ਆਰਟੀਕਲ ਆ। ਹੁਣ ਗੱਲ ਕਰਦੇ ਆ ਰਾਈਟ ਅਵੇਲੇਬਲ ਬੋਥ ਸਿਟੀਜ਼ਨ ਨਾਗਰਿਕਾਂ ਵਾਸਤੇ ਵੀ ਹੈ ਤੇ ਵਿਦੇਸ਼ੀ ਨਾਗਰਿਕਾਂ ਵਾਸਤੇ ਵੀ ਹੈ। ਕਿਹੜੇ ਆ, 14, 20, 21, 22, 23, 24, 25, 27, 28 ਤੇ 32। ਇਹ ਸਾਰੇ ਇੰਪੋਰਟੈਂਟ ਆਰਟੀਕਲ ਆ, ਘਬਰਾਉਣਾ ਨਹੀਂ। ਇਹ ਆਰਟੀਕਲ ਆਪਾਂ ਧਿਆਨ ਰੱਖਣਾ, ਨਾਲ ਦੀ ਨਾਲ ਆਪਾਂ ਜਿਹੜੇ ਕਵਰ ਕਰਾਂਗੇ ਇਹਨਾਂ MCQ ਥਰੂ ਹੀ ਕਵਰ ਕਰਾਂਗੇ, ਠੀਕ ਹੈ, ਤਾਂ ਟੈਨਸ਼ਨ ਨਾ ਲਿਓ ਜੀ, ਬਸ ਧਿਆਨ ਰੱਖਿਓ ਕਿਹੜਾ ਕਿੱਧਰ ਆ। ਚਲੋ ਜੀ, ਹੁਣ ਕੁਝ ਹੋਰ ਮਹੱਤਵਪੂਰਨ ਅੰਕੜੇ ਆ ਦੇਖ ਲੈਂਦੇ ਆ। ਕਹਿੰਦੇ ਜੀ ਇਹਨਾਂ ਵਿੱਚੋਂ ਕਹਿੰਦੇ ਜੀ ਸਭ ਤੋਂ ਪਹਿਲਾਂ ਜਿਹੜਾ ਐਕਟ ਦੇ ਤਹਿਤ ਜਿਹੜੀ ਸੁਪਰੀਮ ਕੋਰਟ ਸਥਾਪਨਾ ਕੀਤੀ ਗਈ ਸੀ ਉਹ ਕਿੱਥੇ ਕੀਤੀ ਗਈ ਸੀ, ਕਲਕੱਤਾ ਦੇ ਵਿੱਚ। ਕਲਕੱਤਾ ਦੇ ਵਿੱਚ ਇਹ ਐਕਟ ਕਿਹੜਾ ਸੀ, 1773 ਈਸਵੀ ਦੇ ਵਿੱਚ ਇਹ ਸਥਾਪਨਾ ਕੀਤੀ ਗਈ ਸੀ। ਤਾਂ ਇਹਦੇ ਜਿਹੜੇ ਮੁੱਖ ਜੱਜ ਸੀ, ਧਿਆਨ ਰੱਖਿਓ, ਲਾਰਡ ਇੰਫੇ ਚੈਂਬਰ ਤੇ ਲੈਜਿਸਟਰ, ਇੱਕ ਹੋਰ ਸੀ ਹਾਈਡ। ਆ ਸਾਰੇ ਕੀ ਸੀਗੇ, ਇਹਦੇ ਮੁੱਖ ਜੱਜ ਸੀਗੇ, ਧਿਆਨ ਰੱਖਿਓ। 4 ਮੁੱਖ ਜੱਜ ਸੀ, ਇੰਫੇ ਸਾਹਿਬ, ਲਾਰਡ, ਲੈਜਿਸਟਰ ਤੇ ਹਾਈਡ, ਇਹ 4 ਮੁੱਖ ਜੱਜ ਸੀਗੇ। ਉਸ ਤੋਂ ਬਾਅਦ ਗੱਲ ਕਰਦੇ ਆ, ਕਹਿੰਦੇ ਜੀ ਡਾਇਰਕੀ ਦਾ ਮਤਲਬ ਹੁੰਦਾ ਦੋਹਰੀ ਸਰਕਾਰ। ਡਾਇਰਕੀ ਦਾ ਮਤਲਬ ਕੀ ਹੁੰਦਾ, ਦੋਹਰੀ ਸਰਕਾਰ। ਇਹ ਕਹਿੰਦੇ ਜੀ ਸੈਂਟਰਲ ਲੈਵਲ ਤੇ ਕਦੋਂ ਆਈ ਆ, ਸੈਂਟਰਲ ਲੈਵਲ ਤੇ ਧਿਆਨ ਰੱਖਣਾ 1935 ਦੇ ਵਿੱਚ ਆਈ ਆ, ਗਵਰਨਮੈਂਟ ਆਫ ਇੰਡੀਆ ਐਕਟ 1935 ਤਹਿਤ। ਉਸ ਤੋਂ ਬਾਅਦ ਹੁਣੇ ਦੱਸ ਕੇ ਹਟਿਆ ਫੰਡਾਮੈਂਟਲ ਰਾਈਟ ਆ ਜਿਹੜਾ ਪ੍ਰੋਪਰਟੀ ਦਾ, ਇਹਨੂੰ ਹਟਾ ਦਿੱਤਾ ਗਿਆ 1978 ਦੇ ਤਹਿਤ। ਕਿਹੜੀ ਅਮੈਂਡਮੈਂਟ ਸੀਗੀ, 44ਵਾਂ ਸੰਸ਼ੋਧਨ 1978 ਦੇ ਤਹਿਤ ਇਹਨੂੰ ਹਟਾ ਦਿੱਤਾ ਗਿਆ ਸੀ। ਨੈਕਸਟ ਗੱਲ ਕਰਦੇ ਆ, ਕਹਿੰਦੇ ਜੀ ਇਹਨਾਂ ਵਿੱਚੋਂ ਕਿਹੜਾ ਆਰਟੀਕਲ ਜਿਹੜਾ ਡਾਇਰੈਕਟਿਵ ਪ੍ਰਿੰਸੀਪਲ ਦਾ, ਜਿਹੜਾ ਆਪਾਂ ਨੂੰ ਦੱਸਦਾ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਕੀ ਆ, ਇੰਟਰਨੈਸ਼ਨਲ ਪੀਸ ਤੇ ਸ਼ਾਂਤੀ ਆ ਉਹਨੂੰ ਬਣਾਏ ਰੱਖਣਾ। ਇਹ ਆਰਟੀਕਲ ਇੱਕੋ ਇੱਕ ਡੀਲ ਕਰਦਾ, ਮੋਸਟ ਇੰਪੋਰਟੈਂਟ ਆਰਟੀਕਲ ਆ ਆਰਟੀਕਲ 51। ਇੱਕੋ ਇੱਕ ਭਾਰਤੀ ਸੰਵਿਧਾਨ ਦਾ ਅਜਿਹਾ ਆਰਟੀਕਲ ਆ ਜਿਹੜਾ ਇਹ ਦੱਸਦਾ ਹੈ ਕਿ ਵਿਦੇਸ਼ਾਂ ਦੇ ਵਿੱਚ ਸ਼ਾਂਤੀ ਬਣਾਏ ਰੱਖਣਾ, ਠੀਕ ਹੈ, ਇਹ ਆਪਣੇ ਆਰਟੀਕਲ 51 ਡੀਲ ਕਰਦਾ। ਨੈਕਸਟ ਪੁਆਇੰਟ ਦੀ ਗੱਲ ਕਰਦੇ ਆ, ਕਹਿੰਦੇ ਜੀ ਇਹਨਾਂ ਵਿੱਚੋਂ ਸਭ ਤੋਂ ਪਹਿਲਾਂ ਜਿਹੜਾ ਪ੍ਰੈਂਬਲ ਆ, ਪ੍ਰੈਂਬਲ ਦਾ ਮਤਲਬ ਹੁੰਦਾ ਪ੍ਰਸਤਾਵਨਾ। ਪ੍ਰਸਤਾਵਨਾ ਦਾ ਮਤਲਬ ਕੀ ਆ, ਜਿਹੜਾ ਫਸਟ ਪੇਜ ਆਫ ਕਨਸਟੀਟਿਊਸ਼ਨ ਦਾ ਕੀ ਆ, ਫਸਟ ਪੇਜ, ਪਹਿਲਾ ਵਰਕ ਆ ਜਿਹਨੂੰ ਆਪਾਂ ਇੰਡੈਕਸ ਬੋਲ ਦਿੰਦੇ ਆ। ਇਹ ਸੰਵਿਧਾਨ ਦਾ ਇੰਡੈਕਸ ਕੀ ਆ, ਪ੍ਰੈਂਬਲ। ਇਹ ਜਿਹੜਾ ਪ੍ਰੈਂਬਲ ਦਾ ਕਨਸੈਪਟ ਆ ਇਹ ਡਰਾਫਟਿੰਗ ਕਮੇਟੀ ਨੂੰ ਦਿੱਤਾ ਗਿਆ ਸੀ, ਕਿਹਦੇ ਦੁਆਰਾ, ਜਵਾਹਰ ਲਾਲ ਨਹਿਰੂ ਦੁਆਰਾ। ਮੋਸਟ ਇੰਪੋਰਟੈਂਟ ਪੁਆਇੰਟ ਹੈ, ਜਵਾਹਰ ਲਾਲ ਨਹਿਰੂ ਦੁਆਰਾ। ਨੈਕਸਟ ਗੱਲ ਕਰਦੇ ਆ ਜੀ, ਕਹਿੰਦੇ ਆਪਣੇ ਜਦੋਂ ਸੰਵਿਧਾਨ ਬਣਿਆ ਸੀ, ਸੰਵਿਧਾਨ ਨੂੰ ਬਣਨ ਦੇ ਵਿੱਚ 2 ਸਾਲ 11 ਮਹੀਨੇ ਤੇ 18 ਦਿਨ ਦਾ ਸਮਾਂ ਲੱਗਿਆ ਸੀ। 2 ਸਾਲ 11 ਮਹੀਨੇ ਤੇ 18 ਦਿਨ ਦਾ ਸਮਾਂ ਲੱਗਿਆ ਸੀ। ਨੈਕਸਟ ਗੱਲ ਕਰਦੇ ਹਾਂ, ਕਨਸਟੀਟਿਊਸ਼ਨ ਅਸੈਂਬਲੀ ਸੀ ਜਿਹੜੇ ਇਹਨੇ ਨੈਸ਼ਨਲ ਫਲੈਗ ਤਿਰੰਗਾ ਝੰਡਾ ਅਡਾਪਟ ਕੀਤਾ ਸੀ 22 ਜੁਲਾਈ 1947 ਨੂੰ ਅਡਾਪਟ ਕੀਤਾ ਸੀ। ਜਦੋਂ ਆਪਣਾ ਸੰਵਿਧਾਨ ਬਣ ਕੇ ਤਿਆਰ ਹੋਇਆ ਸੀ ਓਰੀਜਨਲੀ ਇਹਦੇ ਵਿੱਚ 22 ਪਾਰਟ ਸੀਗੇ, 395 ਆਰਟੀਕਲ ਸੀ, 8 ਸ਼ਡਿਊਲ ਸੀ, ਜੋ ਕਿ ਵੱਧ ਕੇ ਹੁਣ ਹੋ ਚੁੱਕੇ ਆ 25 ਪਾਰਟ ਹੋ ਚੁੱਕੇ ਆ, 450 ਤੋਂ ਪਲੱਸ ਆਰਟੀਕਲ ਆ ਜੀ। ਤੇ ਗੱਲ ਕਰਦੇ ਆ 12 ਸ਼ਡਿਊਲ ਹੋ ਚੁੱਕੇ ਆ, ਠੀਕ ਹੈ। ਹੁਣ ਇਹ ਸਾਰੀਆਂ ਇੰਪੋਰਟੈਂਟ ਚੀਜ਼ਾਂ ਦਾ ਬਸ ਤੁਸੀਂ ਨਾਲ ਧਿਆਨ ਦੇ ਰੱਖਦੇ ਜਾਣਾ। ਨੈਕਸਟ ਪ੍ਰਸ਼ਨ ਆ ਜੀ, ਕਹਿੰਦੇ ਸਰਕਾਰੀਆ ਕਮਿਸ਼ਨਾਂ, ਧਿਆਨ ਰੱਖਿਓ ਸਰਕਾਰੀਆ ਕਮਿਸ਼ਨ ਕਾਹਦੇ ਵਾਸਤੇ ਆਇਆ ਸੀ, ਸੈਂਟਰ ਸਟੇਟ ਰਿਲੇਸ਼ਨ ਵਿੱਚ ਆਇਆ ਸੀ। ਇਹ ਆਇਆ ਸੀ 1983 ਦੇ ਵਿੱਚ ਆਇਆ ਸੀ, ਠੀਕ ਹੈ ਜੀ, 1983 ਵਿੱਚ ਸਰਕਾਰੀਆ ਕਮਿਸ਼ਨ ਸੈਟਅਪ ਹੋਇਆ ਸੀ।
ਨੈਕਸਟ ਪੁਆਇੰਟ ਦੀ ਗੱਲ ਕਰਦੇ ਹਾਂ, ਕਹਿੰਦੇ ਜੀ ਇਹਨਾਂ ਵਿੱਚੋਂ ਕਿਹੜਾ ਆਰਟੀਕਲ ਹੈ ਜਿਹੜਾ ਦੱਸਦਾ ਆਪਾਂ ਨੂੰ ਸਪੀਕਰ ਦੇ ਬਾਰੇ, ਸਪੀਕਰ ਆ ਜਿਹੜਾ ਉਹ ਡਿਪਟੀ ਸਪੀਕਰ ਨੂੰ ਕੀ ਦੇਊਗਾ, ਆਪਦਾ ਅਸਤੀਫਾ ਦੇਊਗਾ। ਕਹਿੰਦੇ ਜੀ ਕਿਹੜਾ ਆਰਟੀਕਲ ਹੈ ਜਿਹੜਾ ਸਪੀਕਰ ਅਤੇ ਡਿਪਟੀ ਸਪੀਕਰ ਬਾਰੇ ਦੱਸਦਾ ਵੀ ਇਹ ਪਾਰਲੀਮੈਂਟ ਵਿੱਚ ਹੋਣਗੇ, ਤਾਂ ਆਰਟੀਕਲ 93 ਆ, ਡਿਪਟੀ ਸਪੀਕਰ ਤੇ ਸਪੀਕਰ ਬਾਰੇ ਦੱਸਦਾ। ਠੀਕ ਹੈ, ਚਲੋ ਹੁਣ ਆ ਗਏ ਆਪਣੇ ਪ੍ਰਸ਼ਨ, ਥੋੜੀ ਜਿਹੀਆਂ ਇੰਪੋਰਟੈਂਟ ਗੱਲਾਂ ਕਰ ਲਈਆਂ। ਚਲੋ ਪ੍ਰਸ਼ਨ ਤੇ ਚੱਲਦੇ ਹਾਂ। ਕਹਿੰਦੇ ਜੀ 10th ਸ਼ਡਿਊਲ ਆ, 10th ਸ਼ਡਿਊਲ ਆਫ ਦਾ ਇੰਡੀਅਨ ਕਨਸਟੀਟਿਊਸ਼ਨ ਡੀਲਸ ਵਿਦ ਵਿੱਚ, ਦੇਖੋ 10ਵਾਂ ਆਪਣੀ 10ਵੀਂ ਅਨੁਸੂਚੀ ਆ ਉਹ ਇਹਨਾਂ ਵਿੱਚੋਂ ਕਿਹਦੇ ਨਾਲ ਡੀਲ ਕਰਦੀ ਆ, ਤਾਂ ਧਿਆਨ ਰੱਖਿਓ ਜਿਹੜੀ 10ਵੀਂ ਅਨੁਸੂਚੀ ਆ ਉਹ ਕਰਦੀ ਹੈ ਜੀ ਆਪਣੇ ਐਂਟੀ ਡਿਫੈਕਸ਼ਨ ਲਾਅ ਨਾਲ। ਐਂਟੀ ਡਿਫੈਕਸ਼ਨ ਲਾਅ ਕੀ ਚੀਜ਼ ਆ, ਧਿਆਨ ਰੱਖਿਓ। ਐਂਟੀ ਡਿਫੈਕਸ਼ਨ ਇਹਨੂੰ ਪੰਜਾਬੀ ਚ ਬੋਲਦੇ ਆ ਦਲ ਬਦਲੂ ਕਾਨੂੰਨ। ਕੀ ਬੋਲਦੇ ਆ, ਦਲ ਬਦਲੂ ਕਾਨੂੰਨ। ਇਹਦਾ ਮਤਲਬ ਇਹ ਹੈ ਵੀ ਅਗਰ ਕੋਈ ਵੀ ਵਿਅਕਤੀ ਜਿਹਨੇ ਜਿਹੜਾ ਕੀ ਆ ਪਹਿਲੀ ਸਰਕਾਰ ਦੇ ਤਹਿਤ ਕੀ ਆ, ਮੰਨ ਲਓ ਪਹਿਲੀ ਸਰਕਾਰ ਦੇ ਤਹਿਤ 5 ਸਾਲ ਦੀ ਬਣੀ ਸੀ, ਇਹਦੇ ਤਹਿਤ ਕੋਈ MP ਬਣ ਗਿਆ, MLA ਬਣ ਗਿਆ, ਕੋਈ ਵੀ ਚੀਜ਼ ਬਣ ਗਈ, ਠੀਕ ਹੈ, ਇਸ ਬੰਦੇ ਨੂੰ ਕੀ ਆ ਪਹਿਲਾਂ ਵਾਲੀ ਪੋਸਟ ਤੋਂ ਅਸਤੀਫਾ ਦੇ ਕੇ ਫਿਰ ਦੂਜੀ ਪਾਰਟੀ ਜੁਆਇਨ ਕਰਨੀ ਪਊਗੀ, ਇਹਨੂੰ ਐਂਟੀ ਡਿਫੈਕਸ਼ਨ ਲਾਅ ਬੋਲਦੇ ਆ। ਪੰਚਾਇਤੀ ਰਾਜ ਸਿਸਟਮ ਹੈ, ਪੰਚਾਇਤੀ ਰਾਜ ਦੀ ਧਿਆਨ ਰੱਖਿਓ, ਪੰਚਾਇਤੀ ਰਾਜ ਦੇ ਆਰਟੀਕਲ 243 ਤੋਂ ਲੈ ਕੇ 243 ਉਹ ਤੱਕ ਹੈ, ਠੀਕ ਹੈ। ਉਸ ਤੋਂ ਬਾਅਦ ਆ ਸੈਂਟਰ ਤੇ ਸਟੇਟ, ਨੈਕਸਟ ਗੱਲ ਕਰਦੇ ਹਾਂ, ਅਗਲਾ ਪ੍ਰਸ਼ਨ ਤੇ ਚੱਲਦੇ, ਬਹੁਤ ਜ਼ਿਆਦਾ ਨਹੀਂ ਤਾਂ ਲੰਬੀ ਵੀਡੀਓ ਬਣ ਜੂਗੀ ਅਗਰ ਇੱਕ ਕੁਐਸਚਨ ਦੇਖਣ ਲੱਗੇ ਤਾਂ। ਅਗਲਾ ਪ੍ਰਸ਼ਨ ਕਹਿੰਦੇ ਜੀ ਇਹਨਾਂ ਵਿੱਚੋਂ ਕਿਹੜਾ ਆਰਟੀਕਲ ਜਿਹੜਾ ਪਹਿਲੀ ਵਾਰ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਸੀ, ਤਾਂ ਧਿਆਨ ਰੱਖਿਓ ਸਭ ਤੋਂ ਪਹਿਲਾਂ ਜੀ ਜਿਹੜੀਆਂ ਵੋਟਾਂ ਦਾ ਕੰਸੈਪਟ ਨਿਕਲ ਕੇ ਆਇਆ ਸੀ ਇਹ ਆਇਆ ਸੀ 1909 ਦੇ ਤਹਿਤ। 1909 ਦੇ ਤਹਿਤ ਕੀ ਹੋਇਆ ਸੀ, ਜਿਹੜਾ ਹਿੰਦੂ ਵਿਅਕਤੀ ਸੀ ਉਹ ਸਿਰਫ ਉਹਨੂੰ ਹਿੰਦੂ ਵਿਅਕਤੀ ਨੂੰ ਵੋਟ ਪਾ ਸਕਦਾ ਸੀ। ਮੰਨ ਲਓ ਕਿ ਵੋਟਾਂ ਦੇ ਵਿੱਚ MLA ਜਾਂ MP ਕੋਈ ਹਿੰਦੂ ਵਿਅਕਤੀ ਖੜਾ ਤਾਂ ਹਿੰਦੂ ਜਨਤਾ ਹੀ ਉਹਨੂੰ ਵੋਟ ਪਾ ਸਕਦੀ ਸੀ। ਜੇ ਕੋਈ ਬੰਦਾ ਹੁੰਦਾ ਸੀ ਸਿੱਖ, ਧਿਆਨ ਰੱਖਿਓ, ਜੇ ਕੋਈ ਬੰਦਾ ਹੁੰਦਾ ਸੀ ਮੁਸਲਿਮ ਬੰਦਾ ਹੁੰਦਾ ਸੀ ਉਹ ਸਿਰਫ ਜਿਹੜਾ ਮੁਸਲਿਮ ਨੂੰ ਵੋਟ ਪਾ ਸਕਦਾ ਸੀ। ਪਹਿਲੀ 1909 ਤੱਕ ਜਿਹੜੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਵੰਡਿਆ ਗਿਆ ਸੀ, ਇਹਨਾਂ ਦੀ ਕੀ ਆ ਆਪਾਂ ਕਹਿ ਸਕਦੇ ਹਾਂ ਵੀ ਇਹਨਾਂ ਦੀ ਕਮਿਊਨਿਟੀ ਦੇ ਆਧਾਰ ਤੇ। ਨੈਕਸਟ ਪੁਆਇੰਟ ਆ ਜੀ, ਹੁਣ ਇਹ ਪਹਿਲੀ ਵਾਰ ਔਰਤਾਂ ਨੂੰ ਵੋਟ ਪਾਉਣ ਦੀ ਅਧਿਕਾਰ ਦਿੱਤਾ ਗਿਆ ਸੀ ਕਿੱਥੇ, ਮੌਂਟੇਗ ਚੈਮਸਫੋਰਡ ਰਿਫਾਰਮ। ਮੌਂਟੇਗ ਚੈਮਸਫੋਰਡ ਰਿਫਾਰਮ ਆਏ ਕਦੋਂ ਆ, ਧਿਆਨ ਰੱਖਣਾ, ਮੌਂਟੇਗ ਚੈਮਸਫੋਰਡ ਰਿਫਾਰਮ 1919 ਦੇ ਵਿੱਚ ਆਏ ਆ, ਜਿੰਦੇ ਵਿੱਚ ਜੀ ਪਹਿਲੀ ਵਾਰ ਗੱਲ ਕੀਤੀ ਗਈ ਸੀ ਜਿਹੜੀਆਂ ਮਹਿਲਾਵਾਂ ਔਰਤਾਂ ਵੋਟ ਪਾ ਸਕਦੀਆਂ। ਤੇ ਇਹਦੇ ਵਿੱਚ ਕੀ ਕੀਤਾ ਗਿਆ ਸੀ, ਜਿਹੜੇ ਸਿੱਖ ਸੀਗੇ ਉਹਨਾਂ ਦੇ ਲਈ ਵੀ ਵੱਖਰੇ ਸੈਪਰੇਟ ਇਲੈਕਟੋਰੇਟ ਨਿਕਲ ਕੇ ਆ ਗਈ ਸੀ, ਜਿੰਦੇ ਤਹਿਤ ਕੀ ਆ ਜਿਹੜੀ ਹੁਣ ਸਿੱਖ ਜਨਤਾ ਹੋਊਗੀ, ਸਿੱਖ ਰੂਲਰ ਹੋਣਗੇ, ਉਹ ਸਿਰਫ ਸਿੱਖਾਂ ਨੂੰ ਵੋਟ ਪਾ ਸਕਦੇ ਆ, ਉਹ ਹਿੰਦੂ ਨੂੰ ਵੋਟ ਨਹੀਂ ਪਾ ਸਕਦੇ, ਠੀਕ ਹੈ, ਇਹ ਧਿਆਨ ਰੱਖਣਾ ਸਾਰੇ। ਜਿਹੜਾ ਕ੍ਰਿਪਸ ਮਿਸ਼ਨ ਸੀਗਾ, ਕ੍ਰਿਪਸ ਮਿਸ਼ਨ ਭਾਰਤ ਵਿੱਚ 1942 ਦੇ ਵਿੱਚ ਆਇਆ ਸੀ। ਨੈਕਸਟ ਪੁਆਇੰਟ ਕਹਿੰਦੇ ਜੀ ਰਾਸ਼ਟਰਪਤੀ ਆ ਜਿਹੜੀ ਉਹ ਰਾਸ਼ਟਰਪਤੀ ਕਿਸ ਧਾਰਾ ਦੇ ਤਹਿਤ ਆਰਡੀਨੈਂਸ ਜਾਰੀ ਕਰਦੇ ਆ। ਪਹਿਲਾਂ ਦੇਖ ਲੈਂਦੇ ਆ ਆਰਡੀਨੈਂਸ ਹੁੰਦਾ ਕੀ ਆ। ਦੇਖੋ ਜਦੋਂ ਲੋਕ ਸਭਾ ਤੇ ਰਾਜ ਸਭਾ ਇਹ ਕੀ ਹੋਣ, ਛੁੱਟੀ ਤੇ ਹੋਣ, ਮੰਨ ਲਓ ਕਰੋਨਾ ਟਾਈਮ ਆ ਗਿਆ, ਕੁਝ ਵੀ ਇਹੋ ਜਿਹਾ ਟਾਈਮ ਆ ਜਾਏ ਜਿਹਦੇ ਵਿੱਚ ਲੋਕ ਸਭਾ ਤੇ ਰਾਜ ਸਭਾ ਉਹਨਾਂ ਦਾ ਜਿਹੜਾ ਸੈਸ਼ਨ ਆ ਜਿਹੜਾ ਉਹ ਨਾ ਲੱਗ ਰਿਹਾ ਹੋਵੇ। ਜਦੋਂ ਸੈਸ਼ਨ ਹੀ ਨਹੀਂ ਲੱਗ ਰਿਹਾ ਤਾਂ ਇਹਦੇ ਤਹਿਤ ਕਹਿੰਦਾ ਜੀ ਇੱਕ ਅਰਜੈਂਟ ਤੌਰ ਤੇ ਇੱਕ ਬਿੱਲ ਆ ਗਿਆ, ਇਸ ਬਿੱਲ ਨੂੰ ਪਾਸ ਕਰਨਾ ਬਹੁਤ ਜ਼ਰੂਰੀ ਆ। ਹੁਣ ਮੰਨ ਲਓ ਲੋਕ ਸਭਾ ਤੇ ਰਾਜ ਸਭਾ ਤਾਂ ਹੈ ਹੀ ਨਹੀਂ, ਹੁਣ ਇਸ ਬਿੱਲ ਨੂੰ ਪਾਸ ਕੌਣ ਕਰੂਗਾ, ਤਾਂ ਧਿਆਨ ਰੱਖਿਓ ਇਸ ਬਿੱਲ ਨੂੰ ਪਾਸ ਕਰੂਗਾ ਪ੍ਰੈਜ਼ੀਡੈਂਟ ਆ, ਰਾਸ਼ਟਰਪਤੀ ਸਾਹਿਬ ਆ, ਇਸ ਬਿੱਲ ਨੂੰ ਪਾਸ ਕਰ ਦੇਣਗੇ। ਇਹ ਜਿਹੜਾ ਬਿੱਲ ਪਾਸ ਹੋਊਗਾ ਇਹ ਕਿੰਨੇ ਮਹੀਨੇ ਵਾਸਤੇ ਹੋਊਗਾ, 6 ਮੰਥ ਵਾਸਤੇ ਹੋਊਗਾ, ਠੀਕ ਹੈ, 6 ਹਫ਼ਤਿਆਂ ਲਈ ਹੋਊਗਾ, 6 ਹਫ਼ਤਿਆਂ ਦੇ ਲਈ, ਧਿਆਨ ਰੱਖਿਓ 6 ਹਫ਼ਤਿਆਂ ਦੇ ਲਈ ਹੋਊਗਾ ਬਿੱਲ। ਉਸ ਤੋਂ ਬਾਅਦ ਇਹਦਾ ਆਰਟੀਕਲ ਕਿਹੜਾ 123, ਤੇ ਅਗਲਾ ਧਿਆਨ ਰੱਖਿਓ 123 ਦੇ ਆਰਟੀਕਲ ਦੇ ਤਹਿਤ ਜਿਹੜੇ ਰਾਸ਼ਟਰਪਤੀ ਸਾਹਿਬ ਆ ਇਹ ਆਰਡੀਨੈਂਸ ਜਾਰੀ ਕਰ ਸਕਦੇ ਆ। ਜਿਹੜਾ ਗਵਰਨਰ ਵੀ ਕਿਸੇ ਸਟੇਟ ਦਾ ਆਰਟੀਕਲ ਜਿਹੜਾ ਉਹ ਆਰਡੀਨੈਂਸ ਜਾਰੀ ਕਰ ਸਕਦਾ ਜਦੋਂ ਵਿਧਾਨ ਸਭਾ ਜਿਹੜੀ ਸੈਸ਼ਨ ਦੇ ਵਿੱਚ ਨਾ ਆਉਣ, ਤਾਂ ਉਹਦੇ ਵਾਸਤੇ ਆਰਟੀਕਲ ਕਿਹੜਾ 213। ਇਹ ਸਾਰੇ ਇੰਪੋਰਟੈਂਟ ਪੁਆਇੰਟ ਆ ਜਿਹੜੇ ਇਹ ਤੁਸੀਂ ਧਿਆਨ ਦੇ ਵਿੱਚ ਰੱਖਣੇ। ਨੈਕਸਟ ਪੁਆਇੰਟ ਦੀ ਗੱਲ ਦੇ ਆ ਜੀ, ਨੈਕਸਟ ਪੁਆਇੰਟ ਤੇ ਅਗਲਾ ਪ੍ਰਸ਼ਨ ਪੜ੍ਹੋ ਜੀ ਕੀ ਕਹਿ ਰਿਹਾ। ਕਹਿੰਦੇ ਜੀ ਭਾਰਤੀ ਸੰਸਦ ਵਿੱਚ ਲੋਕ ਲੇਖਾ ਕਮੇਟੀ ਹੁੰਦੀ ਹੈ ਜਿਹੜੀ ਜਿਹਨੂੰ ਆਪਾਂ ਬੋਲਦੇ ਹਾਂ ਪਬਲਿਕ ਅਕਾਊਂਟ ਕਮੇਟੀ ਆ, ਇਹਦਾ ਜਿਹੜਾ ਪ੍ਰੈਜ਼ੀਡੈਂਟ ਆ ਉਹਨੂੰ ਨਿਯੁਕਤ ਕੌਣ ਕਰਦਾ, ਤਾਂ ਧਿਆਨ ਰੱਖਿਓ ਜਿਹੜੀ ਪਬਲਿਕ ਅਕਾਊਂਟ ਕਮੇਟੀ ਆ ਇਹਦੇ ਬਾਰੇ ਇੰਪੋਰਟੈਂਟ ਪੁਆਇੰਟਾਂ ਦੀ ਗੱਲ ਕਰਦੇ ਆ। ਪਬਲਿਕ ਅਕਾਊਂਟ ਕਮੇਟੀ ਆ ਇਹ ਬਣੀ ਸੀਗੀ 1921 ਦੇ ਵਿੱਚ, ਇਹਦੇ ਵਿੱਚ ਕੁੱਲ ਮੈਂਬਰ ਕਿੰਨੇ ਹੁੰਦੇ ਆ, 22 ਮੈਂਬਰ ਹੁੰਦੇ ਆ। ਇਹਦਾ ਜਿਹੜਾ ਕਾਰਜਕਾਲ ਕਿੰਨਾ ਹੁੰਦਾ, 1 ਸਾਲ ਦਾ ਹੁੰਦਾ। ਉਸ ਤੋਂ ਬਾਅਦ ਇਹਦੀ ਜਿਹੜੀ ਅਪਾਇੰਟਮੈਂਟ ਆ ਲੋਕ ਸਭਾ ਦੇ ਸਪੀਕਰ ਦੁਆਰਾ ਕੀਤੀ ਜਾਂਦੀ ਆ। ਮੋਸਟ ਇੰਪੋਰਟੈਂਟ ਪੁਆਇੰਟ ਆ, ਲੋਕ ਸਭਾ ਦੇ ਸਪੀਕਰ ਵਾਸਤੇ 1 ਸਾਲ ਦੇ ਲਈ ਕੀਤੀ ਜਾਂਦੀ ਆ। ਇਹ ਕੀ ਕਰਦੇ ਆ, ਜਿਹੜਾ ਕੈਗ ਹੁੰਦਾ, ਦੇਖੋ ਜੀ ਕੈਗ ਹੁੰਦਾ CAG ਕੈਗ, ਆ ਲਿਖਿਆ ਹੋਇਆ ਕੈਗ ਕੀ ਹੁੰਦਾ ਵੀ ਜਿਹੜਾ ਹਰੇਕ ਤਰ੍ਹਾਂ ਦੀਆਂ ਜਿਹੜੀਆਂ ਸਰਕਾਰੀ ਜਿਹੜੀਆਂ ਵੀ ਸੰਸਥਾਵਾਂ ਉਹਨਾਂ ਸਾਰੀਆਂ ਨੂੰ ਕੀ ਕਰਦਾ, ਰੀਚੈਕ ਕਰਦਾ, ਉਹਨਾਂ ਦੇ ਬਈ ਖਾਤਿਆਂ ਨੂੰ ਚੈੱਕ ਕਰਦਾ, ਤਾਂ ਉਹਦੀ ਰਿਪੋਰਟ ਆ ਜਿਹੜੀ ਉਹ ਸਭ ਤੋਂ ਪਹਿਲਾਂ ਕਿਹਨੂੰ ਮਿਲਦੀ ਆ, ਪਬਲਿਕ ਅਕਾਊਂਟ ਕਮੇਟੀ ਨੂੰ। ਇਹ ਪੁਆਇੰਟ ਤੁਸੀਂ ਧਿਆਨ ਦੇ ਵਿੱਚ ਰੱਖਣਾ। ਨੈਕਸਟ ਪ੍ਰਸ਼ਨ ਕਹਿੰਦੇ ਜੀ ਸੰਵਿਧਾਨ ਦਾ ਕਿਹੜਾ ਅਨੁਛੇਦ ਹੈ ਜਿਹੜਾ ਦੋਸ਼ੀ ਨੂੰ ਦੌਰੇ, ਪੱਟੀ ਅਤੇ
ਦੋਸ਼ ਤੋਂ ਦੋਸ਼ੀ ਨੂੰ ਠਹਿਰਾਉਣ ਦੇ ਲਈ ਸੁਰੱਖਿਆ ਪ੍ਰਦਾਨ ਕਰਦਾ। ਸਿੱਧੇ ਤਰੀਕੇ ਨਾਲ ਗੱਲ ਕਰਦੇ ਆ ਜੀ, ਕਹਿੰਦੇ ਜੀ ਜੇਕਰ ਕਿਸੇ ਵਿਅਕਤੀ ਨੂੰ 2 ਵਾਰ ਸਜ਼ਾ ਹੋ ਰਹੀ ਆ, ਇੱਕ ਕੇਸ ਦੇ ਵਿੱਚ ਕੀ ਆ 2 ਵਾਰ ਸਜ਼ਾ ਹੋ ਰਹੀ ਆ, ਤਾਂ ਉਹਦੇ ਵਾਸਤੇ ਕਿਹੜਾ ਆਰਟੀਕਲ ਆ, ਤਾਂ ਧਿਆਨ ਰੱਖਣਾ ਉਹਦੇ ਵਾਸਤੇ ਕਿਹੜਾ ਜੀ ਆਰਟੀਕਲ ਕੀ ਆ 20। ਆਰਟੀਕਲ 20 ਆਪਾਂ ਨੂੰ ਦੱਸਦਾ ਕਿਹਦੇ ਬਾਰੇ, ਜਿਹੜੀ ਜੇ ਕਿਸੇ ਵਿਅਕਤੀ ਨੂੰ 2 ਵਾਰ ਸਜ਼ਾ ਹੋ ਰਹੀ ਹੈ ਇੱਕ ਕੇਸ ਦੇ ਵਿੱਚ। ਆਰਟੀਕਲ 19 ਦੀ ਗੱਲ ਕਰ ਲੈਂਦੇ ਆ। ਆਰਟੀਕਲ 19 ਦੱਸਦਾ ਜੀ ਆਪਾਂ ਨੂੰ ਫਰੀडम ਬਾਰੇ। ਆਰਟੀਕਲ 19 ਦੇ ਵਿੱਚ ਬਹੁਤ ਵੇਰੀਅਸ ਟਾਈਪ ਆਫ ਫਰੀडम ਦਿੱਤੀ ਹੋਈ ਆ। ਧਰਮ ਦੀ ਸੁਤੰਤਰਤਾ ਦਾ ਅਧਿਕਾਰ, ਕਿਤੇ ਵੀ ਜਾ ਕੇ ਰਹਿਣ ਦਾ ਅਧਿਕਾਰ, ਕੋਈ ਵੀ ਕਿੱਤਾ ਕਰਨ ਦਾ ਅਧਿਕਾਰ, ਕੋਈ ਵੀ ਐਸੋਸੀਏਸ਼ਨ ਮੇਕ ਕਰਨ ਦਾ ਅਧਿਕਾਰ। ਆਰਟੀਕਲ 22 ਦੀ ਗੱਲ ਕਰ ਲੈਂਦੇ ਆ। ਆਰਟੀਕਲ 22 ਦੇ ਵਿੱਚ ਇਹ ਆ ਵੀ ਹਰੇਕ ਵਿਅਕਤੀ ਨੂੰ ਕੀ ਆ ਸਜ਼ਾ ਦਾ ਪ੍ਰਾਵਧਾਨ ਨਹੀਂ ਹੈਗਾ, ਠੀਕ ਹੈ, ਸਜ਼ਾ ਦਾ ਪ੍ਰਾਵਧਾਨ ਨਹੀਂ ਹੈਗਾ। ਕਿਸੇ ਵਿਅਕਤੀ ਨੂੰ ਜੁਰਮਾਨਾ ਵੀ ਲਗਾਇਆ ਜਾ ਸਕਦਾ ਜੇਕਰ ਉਹਨੇ ਕੋਈ ਛੋਟੀ ਮੋਟੀ ਹਰਕਤ ਕੀਤੀ ਹੈ। ਜਿਵੇਂ ਮੰਨ ਲਓ ਕਿ ਤੁਸੀਂ ਬਾਈਕ ਤੇ ਜਾ ਰਹੇ ਹੋ ਮੋਟਰਸਾਈਕਲ ਤੇ, ਤਾਂ ਤੁਸੀਂ ਹੈਲਮਟ ਨਹੀਂ ਪਾਇਆ ਹੋਇਆ, ਤੁਹਾਡੇ ਕੋਲ ਪੂਰੇ ਕਾਗਜ਼ ਨਹੀਂ ਹੈਗੇ, ਪ੍ਰਦੂਸ਼ਣ ਨਹੀਂ ਕਰਵਾਇਆ ਹੋਇਆ, ਤਾਂ ਤੁਹਾਨੂੰ ਜੁਰਮਾਨਾ ਲੱਗ ਸਕਦਾ, ਤੁਹਾਡਾ ਚਲਾਨ ਕੱਟਿਆ ਜਾ ਸਕਦਾ, ਬਟ ਤੁਹਾਨੂੰ ਇਹ ਨਹੀਂ ਹੋਊਗਾ ਕਿ ਕੈਦ ਕਰ ਦੇਣਗੇ ਜਾ ਕੇ। ਆਰਟੀਕਲ 21 ਕੀ ਆ ਜੀ, ਇਹ ਕਹਿੰਦਾ ਰਾਈਟ ਟੂ ਲਿਵ ਐਂਡ ਪਰਸਨਲ ਲਿਬਰਟੀ, ਹਰੇਕ ਵਿਅਕਤੀ ਨੂੰ ਜੀਵਨ ਜੀਣ ਦਾ ਅਧਿਕਾਰ ਆ। ਠੀਕ ਹੈ ਜੀ, ਚੱਲਦੇ ਹਾਂ ਨੈਕਸਟ ਪ੍ਰਸ਼ਨ ਤੇ। अगला प्रश्न किया जाए। अगला प्रश्न क्या कह रहा है, क्वेश्चन पढ़ो ते आंसर करने की कोशिश करो। ये मोहब्बत का दर्द बड़ा जानलेवा साहब, ये मोहब्बत का दर्द बड़ा जानलेवा साहब, मोहब्बत मत करना। नैक्सट प्रश्न पढ़ो जी। देखो ये चीज़ां तां जिहड़ियां आपां मन परचावे वास्ते कर लैंदे आ, दो माड़ियां दो चार गल्लां बातां, ठीक है, ये भी जरूरी है। नैक्सट प्रश्न की कह रहा, कहंदे जी एमरजेंसी दौरान ਕਿਹੜੇ ਬੁਨਿਆਦੀ ਜਿਹੜੇ ਅਧਿਕਾਰਾਂ ਨੂੰ ਮੁਅੱਤਲ ਨਹੀਂ ਕੀਤਾ ਜਾ ਸਕਦਾ। ਫੰਡਾਮੈਂਟਲ ਰਾਈਟ ਆ ਜਿਹੜੇ, ਉਹਨਾਂ ਨੂੰ ਕਿਹੜੇ ਐਮਰਜੈਂਸੀ ਦੌਰਾਨ ਵੀ ਸਸਪੈਂਡ ਨਹੀਂ ਹੁੰਦੇ। ਤਾਂ ਧਿਆਨ ਰੱਖਿਓ, ਗੱਲ ਕਰਦੇ ਆ ਐਮਰਜੈਂਸੀ ਦੀ। ਐਮਰਜੈਂਸੀ ਦੀ ਗੱਲ ਕਰਦੇ ਆ। ਐਮਰਜੈਂਸੀ ਭਾਰਤ ਵਿੱਚ 3 ਪ੍ਰਕਾਰ ਦੀ ਹੈ। ਇੱਕ ਤਾਂ ਹੁੰਦੀ ਹੈ ਜੀ ਨੈਸ਼ਨਲ, ਇੱਕ ਹੁੰਦੀ ਹੈ ਸਟੇਟ ਐਮਰਜੈਂਸੀ, ਤੇ ਇੱਕ ਹੁੰਦੀ ਹੈ ਫਾਈਨੈਂਸ਼ੀਅਲ ਐਮਰਜੈਂਸੀ। ਠੀਕ ਹੈ, 3 ਤਰ੍ਹਾਂ ਦੀ ਐਮਰਜੈਂਸੀ ਹੈ। ਨੈਸ਼ਨਲ, ਜਿਹੜੀ ਨੈਸ਼ਨਲ ਐਮਰਜੈਂਸੀ ਹੈ ਦਾ ਆਰਟੀਕਲ 352, ਸਟੇਟ ਦਾ ਆਰਟੀਕਲ ਇਹਦਾ ਹੈਗਾ 356, ਤੇ ਇਹਦਾ ਹੈਗਾ ਜੀ ਫਾਈਨੈਂਸ਼ੀਅਲ ਦਾ 360। ਆ ਤਿੰਨੇ ਆਰਟੀਕਲ ਆ ਜਿਹੜੇ 4 ਦਾ ਗੈਪ ਦੇ ਤਹਿਤ ਕੀ ਆ ਤੁਸੀਂ ਯਾਦ ਕਰ ਲੈਣੇ ਆ, 3 ਆਰਟੀਕਲ ਆ। ਹੁਣ ਦੇਖੋ ਜਦੋਂ ਨੈਸ਼ਨਲ ਐਮਰਜੈਂਸੀ ਲੱਗ ਜੂਗੀ, ਆਪਣੇ ਤੋਂ ਕੋਈ ਵਿਅਕਤੀ ਜੀਵਨ ਜੀਣ ਦਾ ਅਧਿਕਾਰ ਨਹੀਂ ਖੋ ਸਕਦਾ। ਠੀਕ ਹੈ, ਜੀਵਨ ਜੀਣ ਦਾ ਅਧਿਕਾਰ ਆ ਜਿਹੜਾ ਕੋਈ ਵੀ ਵਿਅਕਤੀ ਖੋ ਨਹੀਂ ਸਕਦਾ। ਇਹਦਾ ਕਰੈਕਟ ਆਂਸਰ ਕੀ ਹੈ ਜੀ ਆਪਣੇ ਕੋਲ, ਡੀ, ਬਿਲਕੁਲ ਸਹੀ ਹੈ ਜੀ, ਡੀ ਆਂਸਰ ਬਿਲਕੁਲ ਕਰੈਕਟ ਆ। ਰਾਈਟ ਟੂ ਲਾਈਫ ਐਂਡ ਪਰਸਨਲ ਲਿਬਰਟੀ, ਆਪਾਂ ਨੂੰ ਆਜ਼ਾਦੀ ਆ ਜੀ, ਜੀਵਨ ਜੀਣ ਦਾ ਅਧਿਕਾਰ ਆ। ਇਕੁਐਲਿਟੀ ਦੇ ਆਰਟੀਕਲ ਧਿਆਨ ਰੱਖਿਓ 14 ਤੋਂ ਲੈ ਕੇ 18 ਤੱਕ ਆ, ਹਰੇਕ ਵਿਅਕਤੀ ਨੂੰ ਬਰਾਬਰ ਨਿਆਂ ਦਾ ਅਧਿਕਾਰ ਹੈ। ਰਿਲੀਜਨ ਦੀ ਗੱਲ ਕਰਦੇ ਆ 25 ਤੋਂ ਲੈ ਕੇ 28 ਤੱਕ ਕੀ ਆ ਆਰਟੀਕਲ ਧਰਮ ਦੇ ਆ। ਰਾਈਟ ਟੂ ਸਪੀਚ ਕਿਹਦੇ ਵਿੱਚ ਆਉਂਦਾ ਜੀ, ਧਿਆਨ ਰੱਖਿਓ ਫਰੀडम ਦੇ ਵਿੱਚ ਆਉਂਦਾ, ਆਜ਼ਾਦੀ ਦੇ ਵਿੱਚ ਆਉਂਦਾ। ਆਰਟੀਕਲ ਕਿਹੜੇ ਤਹਿਤ, 19 ਦੇ ਤਹਿਤ। ਨੈਕਸਟ ਪੁਆਇੰਟ, ਅਗਲਾ ਪ੍ਰਸ਼ਨ ਪੜ੍ਹੋ ਤੇ ਆਂਸਰ ਕਰਨ ਦੀ ਕੋਸ਼ਿਸ਼ ਕਰਨੀ ਹੈ। ਕਹਿੰਦੇ ਜੀ ਹੇਠ ਲਿਖਿਆ ਵਿੱਚੋਂ ਕਿਹੜੀ ਆ ਜਿਹੜੀ ਇੱਕ ਜਾਗਣ ਕਲਾ ਹੈ, ਵਿਚ ਆਫ ਦਾ, ਦੇਖੋ ਇਹ ਰੇਟਾਂ ਵਿੱਚੋਂ ਕੁਐਸਚਨ ਆਇਆ ਹੋਇਆ। ਟੋਟਲ ਰੇਟਾਂ ਹੈਗੀਆਂ ਜੀ ਆਪਣੇ ਕੋਲ 5। ਦੇਖੋ 5 ਰੇਟਾਂ ਵਿੱਚੋਂ ਕਹਿੰਦੇ ਜੀ ਸਭ ਤੋਂ ਪਹਿਲੀ ਰੇਟ ਕਿਹੜੀ ਹੈ ਜੀ, ਮੈਂਡਮਸ। ਮੈਂਡਮਸ ਦਾ ਮਤਲਬ ਇਹ ਹੈ ਵੀ ਇਸ ਕੁਐਸਚਨ ਦਾ ਕਰੈਕਟ ਆਂਸਰ ਆ ਜਾਗਣ ਕਲਾ, ਜਿਹਨੂੰ ਆਪਾਂ ਬੋਲ ਦਿੰਦੇ ਆ ਵੇਕਿੰਗ ਕਾਲ। ਵੇਕਿੰਗ ਕਾਲ ਦਾ ਮਤਲਬ ਇਹ ਹੈ ਵੀ ਜਿਹੜੀ ਮੈਂਡਮਸ ਰੇਟ ਆ ਇਹ ਸਿਰਫ ਤੇ ਸਿਰਫ ਕੀ ਆ ਸਰਕਾਰੀ ਅਧਿਕਾਰੀਆਂ ਨੂੰ ਹੀ ਜਾਰੀ ਕੀਤੀ ਜਾਏਗੀ, ਸਿਰਫ ਤੇ ਸਿਰਫ ਸਰਕਾਰੀ ਅਧਿਕਾਰੀਆਂ ਨੂੰ ਹੀ ਜਾਰੀ ਕੀਤੀ ਜਾਵੇਗੀ। ਜੇਕਰ ਕੋਈ ਬੰਦਾ ਆਪਦੀ ਡਿਊਟੀ ਦਾ ਪਾਲਣ ਨਹੀਂ ਕਰਦਾ, ਜੇਕਰ ਕੋਈ ਆਪਦੀ ਡਿਊਟੀ ਨੂੰ ਫੋਲੋ ਨਹੀਂ ਕਰਦਾ, ਮੰਨ ਲਓ ਕਿ ਸਰਕਾਰੀ ਅਧਿਕਾਰੀ ਆ, ਤੁਸੀਂ ਇੱਕ ਥਾਣੇ ਦੇ ਵਿੱਚ ਚਲੇ ਗਏ FIR ਦਰਜ ਕਰਵਾਉਣ, ਤੇ ਪੁਲਿਸ ਵਾਲੇ ਕਹਿ ਰਹੇ ਆ ਜੀ ਉਸ ਬੰਦੇ ਨੂੰ ਲੈ ਕੇ ਉਸ ਬੰਦੇ ਨੂੰ ਲੈ ਕੇ ਤੁਹਾਨੂੰ ਚੱਕਰਾਂ 'ਚ ਪਾ ਰਹੇ ਆ, ਗੁੰਮਰਾਹ ਕਰ ਰਹੇ ਆ, ਤਾਂ ਤੁਸੀਂ ਕੀ ਆ ਨੇੜੇ ਦੀ ਹਾਈ ਕੋਰਟ ਜਾਂ ਸੁਪਰੀਮ ਕੋਰਟ ਜਾ ਸਕਦੇ ਹੋ, ਉੱਥੋਂ ਇਹ ਰਿਟਾਂ ਤੁਹਾਨੂੰ ਜਾਰੀ ਹੋ ਸਕਦੀਆਂ। ਜੇਕਰ ਤੁਸੀਂ ਸੁਪਰੀਮ ਕੋਰਟ ਜਾਣਾ ਤਾਂ ਤੁਹਾਨੂੰ ਆਰਟੀਕਲ 32 ਦੇ ਤਹਿਤ ਰਿਟ ਜਾਰੀ ਕੀਤੀ ਜਾਏਗੀ। ਜੇ ਤੁਸੀਂ ਨੇੜੇ ਦੀ ਹਾਈ ਕੋਰਟ ਦੇ ਵਿੱਚ ਜਾਣਾ ਤਾਂ ਆਰਟੀਕਲ 226 ਦੇ ਤਹਿਤ ਕੀ ਆ ਇਹ ਰਿਟਾਂ 5 ਤਰੀਕੇ ਦੀਆਂ ਜਾਰੀ ਕੀਤੀਆਂ ਜਾ ਸਕਦੀਆਂ। ਠੀਕ ਹੈ ਜੀ, ਚਲੋ ਵੈਰੀ ਗੁੱਡ। ਆ ਜਿਹੜਾ ਆ ਪੜ੍ਹ ਲਓ ਜੀ ਸਾਰਾ ਪੈਰਾ ਕੀ ਲਿਖਿਆ ਹੋਇਆ ਇਹਦੇ ਵਿੱਚ, ਨਾਲ ਦੀ ਨਾਲ ਸਕਰੀਨਸ਼ਾਟ ਮਾਰਦੇ ਜਾਇਆ ਕਰੋ। ਠੀਕ ਹੈ, ਜਿੰਨੇ ਵੀ ਇੰਪੋਰਟੈਂਟ ਪੁਆਇੰਟ ਮੈਂ ਦਿਨਾ ਕੱਢ ਕੇ ਨਾਲ ਦੀ ਨਾਲ ਤੁਸੀਂ ਸਕਰੀਨਸ਼ਾਟ ਮਾਰਦੇ ਜਾਣਾ। ਮੈਂਡਮਸ ਕੀ ਕਹਿੰਦਾ ਜੀ, ਮੈਂਡਮਸ ਦਾ ਹੁੰਦਾ ਕਿ ਟੂ ਗਿਵ ਕਮਾਂਡ। ਇਹਦੇ ਵਿੱਚ ਕੀ ਆ ਜੀ, ਕੋਈ ਵੀ ਜਿਹੜਾ ਪਬਲਿਕ ਆਫੀਸ਼ੀਅਲ, ਜਿਵੇਂ ਮੈਂ ਹੁਣੇ ਦੱਸ ਕੇ ਹਟਿਆ ਸਰਕਾਰੀ ਕਰਮਚਾਰੀ ਆ, ਉਹਨਾਂ ਨੂੰ ਇਹ ਰਿਟ ਕੀਤੀ ਜਾ ਸਕਦੀ ਹੈ ਜਦੋਂ ਉਹ ਆਪਦੀ ਡਿਊਟੀ ਆ ਜਿਹੜੀ ਉਹਦੀ ਪਾਲਣਾ ਨਹੀਂ ਕਰਦੇ। ਹੈਬਿਸ ਕਾਰਪਸ, ਮੈਂਡਮਸ, ਪ੍ਰੋਹਿਬਿਸ਼ਨ, ਸਸਟੇਰੀ, ਕਿਉਵਰੰਟੋ। ਠੀਕ ਹੈ, ਆਰਟੀਕਲ 32 ਦੇ ਤਹਿਤ ਸੁਪਰੀਮ ਕੋਰਟ ਤੇ ਹਾਈ ਕੋਰਟ 226 ਦੇ ਤਹਿਤ। ਨੈਕਸਟ ਪ੍ਰਸ਼ਨ, ਅਗਲਾ ਪ੍ਰਸ਼ਨ ਕੀ ਕਹਿ ਰਿਹਾ ਜੀ, ਕਹਿੰਦਾ ਇਹਨਾਂ ਵਿੱਚੋਂ ਕਿਹੜਾ ਕੇਸ ਆ ਜਿਹੜਾ ਪਾਰਲੀਮੈਂਟ ਨੇ ਕੀ ਆਇਆ, ਪਾਰਲੀਮੈਂਟ ਕੋਲ ਆਇਆ ਸੀ, ਜਿਹੜਾ ਜਿਹਦੇ ਵਿੱਚ ਅਮੈਂਡ ਕੀਤਾ ਗਿਆ ਸੀ ਫੰਡਾਮੈਂਟਲ ਰਾਈਟ। ਤਾਂ ਧਿਆਨ ਰੱਖਿਓ ਪਹਿਲੀ ਵਾਰ ਜਿਹੜੇ ਆਪਣੇ ਮੌਲਿਕ ਅਧਿਕਾਰ ਆ, ਫੰਡਾਮੈਂਟਲ ਰਾਈਟ ਆ, ਉਹਨਾਂ ਨੂੰ ਅਮੈਂਡ ਕਰ ਦਿੱਤਾ ਗਿਆ ਸੀ। ਕਿਹੜੇ ਕੇਸ ਦੇ ਤਹਿਤ, ਕੇਸ਼ਵਾਨੰਦ ਭਾਰਤੀ ਕੇਸ ਦੇ ਤਹਿਤ।
देखो केशवानंद भारती केस होया सी 1973 ਦੇ ਵਿੱਚ, बट इनकी ਜਿਹੜੀ ਸੁਣਵਾਈ ਆ ਕੰਪਲੀਟ ਹੋਈ ਸੀ ਇਹ 44th ਅਮੈਂਡਮੈਂਟ ਤਹਿਤ 1978 ਦੇ ਤਹਿਤ ਕੀ ਹੋਇਆ ਸੀ, ਜਿਹੜਾ ਆਪਣਾ ਪ੍ਰੋਪਰਟੀ ਦਾ ਅਧਿਕਾਰ ਹੈ, ਪ੍ਰੋਪਰਟੀ ਜਿਹਨੂੰ ਸੰਪत्ति ਬੋਲਦੇ ਆ, ਉਹਨੂੰ ਕੀ ਕਰ ਦਿੱਤਾ ਗਿਆ ਸੀ, ਰਿਮੂਵ ਕਰ ਦਿੱਤਾ ਗਿਆ ਸੀ। ਇਹ ਮੋਸਟ ਇੰਪੋਰਟੈਂਟ ਕੇਸ ਸੀ, ਧਿਆਨ ਰੱਖਣਾ। ਇਹ ਕੇਸ ਹੋਇਆ ਕਿੱਥੇ ਸੀ, ਧਿਆਨ ਰੱਖਣਾ, ਇਹ ਵੀ ਕੇਰਲਾ ਦੇ ਵਿੱਚ, ਠੀਕ ਹੈ, केशवानंद भारती वर्सेस स्टेट ऑफ केरला। ਨੈਕਸਟ ਪ੍ਰਸ਼ਨ ਤੇ ਚੱਲਦੇ ਹਾਂ ਜੀ। ਕਹਿੰਦੇ ਜੀ ਸੰਵਿਧਾਨ ਦਾ ਕਿਹੜਾ ਅਨੁਛੇਦ ਆ ਘੱਟ ਗਿਣਤੀ ਦੇ ਆਪਣੀ ਪਸੰਦ ਦੇ ਵਿਦਿਅਕ ਅਦਾਰਿਆਂ ਦੀ ਸਥਾਪਨਾ ਕਰਨਾ। ਦੇਖੋ ਜੀ ਗੱਲ ਕਰਦੇ ਆ ਫੰਡਾਮੈਂਟਲ ਰਾਈਟ ਦੀ, ਵੀ ਜਿਹੜੇ ਐਜੂਕੇਸ਼ਨ ਇੰਸਟੀਟਿਊਟ ਦੀ ਸਥਾਪਨਾ ਕਰ ਸਕਦੇ ਆ। ਇਹਦੇ ਤੁਹਾਨੂੰ ਮੈਂ ਦੱਸਿਆ ਸੀ ਆਰਟੀਕਲ 29 ਤੋਂ ਲੈ ਕੇ 30 ਤੱਕ ਆ। ਐਜੂਕੇਸ਼ਨ ਦੇਖੋ ਆਰਟੀਕਲ 29 ਦੇ ਵਿੱਚ ਆ ਕਲਚਰ ਰਾਈਟ। ਕਲਚਰ ਰਾਈਟ ਦਾ ਮਤਲਬ ਇਹ ਆ ਕਿ ਜਿਹੜੇ ਘੱਟ ਗਿਣਤੀ ਵਰਗ ਦੇ ਵਿਅਕਤੀ ਆ, ਘੱਟ ਗਿਣਤੀ ਵਰਗ ਦੇ ਵਿੱਚ ਜਿਵੇਂ ਸਿੱਖ ਆ ਜਾਂਦੇ ਆ, ਉਸ ਤੋਂ ਬਾਅਦ ਜੈਨਿਜ਼ਮ, ਬੁੱਧਿਜ਼ਮ, ਹੁਣ ਇਹਨਾਂ ਦੇ ਅਧਿਕਾਰਾਂ ਦੀ ਜਿਹੜੀ ਰੱਖਿਆ ਇਹ ਕੌਣ ਕਰੂਗੀ, ਤੇ ਧਿਆਨ ਰੱਖਿਓ ਸੁਪਰੀਮ ਕੋਰਟ ਕਰੂਗੀ। ਇਹ ਕਲਚਰ ਲਈ ਆ ਗਿਆ ਸੀ, ਤੇ ਆਪਣੇ ਵਾਸਤੇ ਐਜੂਕੇਸ਼ਨ ਵਾਸਤੇ ਆਨਸਰ ਕੀ ਆ ਕਰੈਕਟ, ਇਹਦਾ 30 ਆਨਸਰ ਕਰੈਕਟ ਆ। 19 ਤੁਹਾਨੂੰ ਮੈਂ ਵਾਰ-ਵਾਰ ਰਿਪੀਟ ਕਰ ਚੁੱਕਿਆ, ਫਰੀडम ਦਾ ਅਧਿਕਾਰ ਹੈ। ਤੇ 26 ਦੇ ਵਿੱਚ ਕੀ ਆ, ਤੁਸੀਂ ਕੋਈ ਵੀ ਜਿਹੜਾ ਧਰਮ ਆ ਉਹਦੀ ਕੀ ਆ ਤੁਸੀਂ ਪਾਲਣ ਪੋਸ਼ਣ ਕਰ ਸਕਦੇ ਹੋ, ਪਾਲਣਾ ਕਰ ਸਕਦੇ ਹੋ। ਜਿਵੇਂ ਮੰਨ ਲਓ ਕਿ ਤੁਸੀਂ ਰਿਲੀਜੀਅਸ ਅਫੇਅਰ ਕੰਡਕਟ ਕਰਵਾ ਸਕਦੇ ਹੋ, ਸੰਗਤ ਕਰਵਾ ਸਕਦੇ ਹੋ, ਕੀਰਤਨ ਕਰਵਾ ਸਕਦੇ ਹੋ, ਠੀਕ ਹੈ, ਇਹ ਆਰਟੀਕਲ 26 ਦੇ ਤਹਿਤ ਆਉਂਦਾ। अगला प्रश्न किया जाए कंप्यूटर महोदय। अगला प्रश्न चलो जी आ गया, हाजरा जी प्रश्न। ये दुनिया कितनी जानलेवा है, ठीक है। अगला प्रश्न पढ़ो यार। कहते जी भारत के संविधान अधीन राज्यां दी हद्दां नूं बदलण। देखो मान लो कि आह जी कोई स्टेट है, ठीक है, मान लो आह स्टेट है, ਹੁਣ ਇਹ ਸਟੇਟ ਦੇ ਵਿੱਚੋਂ ਇੱਕ ਦੇ ਵਿੱਚੋਂ ਦੋ ਸਟੇਟਾਂ ਬਣਾਉਣੀਆਂ, ਇੱਕ ਦੇ ਵਿੱਚੋਂ ਤਿੰਨ ਸਟੇਟਾਂ ਬਣਾਉਣੀਆਂ, ਜਾਂ ਇਹਦੀ ਜਿਹੜੀ ਬਾਉਂਡਰੀ ਆ ਸਟੇਟ ਦੀ ਹੋਰ ਜ਼ਿਆਦਾ ਇਹਨੂੰ ਵੱਡੀ ਕਰਨਾ। ਇਹ ਚੀਜ਼, ਇਹ ਅਧਿਕਾਰ ਕਿਹਦੇ ਕੋਲ ਆ, ਸਿਰਫ ਤੇ ਸਿਰਫ ਪਾਰਲੀਮੈਂਟ ਕੋਲ ਆ। ਪਾਰਲੀਮੈਂਟ ਕੀ ਕਰ ਸਕਦੀ ਆ, ਜਿਹੜੀ ਸਟੇਟ ਦੇ ਵਿੱਚ ਕੀ ਆ, ਮੰਨ ਲਓ ਜਿਵੇਂ ਪੰਜਾਬ ਦੇ ਵਿੱਚੋਂ ਹਰਿਆਣਾ ਵੱਖ ਹੋਇਆ ਸੀ, ਪੰਜਾਬ ਦੇ ਵਿੱਚੋਂ ਕੀ ਆ ਹਰਿਆਣਾ ਵੱਖ ਹੋਇਆ ਸੀ, ਇਹ ਕਦੋਂ ਵੱਖ ਹੋਇਆ ਸੀ 1966 ਦੇ ਵਿੱਚ। 1966 ਦੇ ਵਿੱਚ ਇਹ ਪੰਜਾਬ ਦੇ ਦੋ ਟੁਕੜੇ ਹੋ ਗਏ ਸੀ, ਇੱਕ ਬਣ ਗਿਆ ਸੀ ਪੰਜਾਬ ਤੇ ਦੂਜਾ ਬਣ ਗਿਆ ਸੀ ਵੱਡਾ ਛੋਟਾ ਵੀਰ ਕਿਹੜਾ ਹਰਿਆਣਾ। ਹੁਣ ਦੇਖੋ ਹਰਿਆਣਾ ਬਣਿਆ ਸੀ, ਇਹ ਪੰਜਾਬ ਦੇ ਵਿੱਚੋਂ ਹੀ ਨਿਕਲ ਕੇ ਗਿਆ ਨਾ, ਬਸ ਇਹੀ ਧਿਆਨ ਰੱਖਣਾ ਵੀ ਇਹ ਅਮੈਂਡ ਕਰਨ ਦੀ ਪਾਵਰ ਕਿਹਦੇ ਕੋਲ ਹੁੰਦੀ ਆ, ਪਾਰਲੀਮੈਂਟ ਕੋਲ ਹੁੰਦੀ ਹੈ। ਪਾਰਲੀਮੈਂਟ ਕੀ ਹੈ, ਸੰਸ਼ੋਧਨ ਕਰ ਸਕਦੀ ਹੈ। ਨੈਕਸਟ ਪੁਆਇੰਟ ਤੇ ਚੱਲਦੇ ਹਾਂ ਜੀ। ਕਹਿੰਦੇ ਜੀ ਸਰਕਾਰ ਦੇ ਸੰਸਦੀ ਰੂਪ ਵਿਚਾਰ ਕਿਸ ਤੋਂ ਅਪਣਾਇਆ ਗਿਆ, ਕਹਿੰਦੇ ਜੀ ਪਾਰਲੀਮੈਂਟ ਫਾਰਮ ਆਫ ਗਵਰਨਮੈਂਟ। ਤਾਂ ਧਿਆਨ ਰੱਖਿਓ ਪਾਰਲੀਮੈਂਟ ਫਾਰਮ ਆਫ ਗਵਰਨਮੈਂਟ ਦੀ ਗੱਲ ਕਰਦੇ ਆ, ਆਪਣੇ ਕੋਲ ਦੋ ਹਾਊਸ ਆ, ਇੱਕ ਆ ਜੀ ਲੋਕ ਸਭਾ ਤੇ ਰਾਜ ਸਭਾ, ਠੀਕ ਹੈ। ਪਾਰਲੀਮੈਂਟ ਫਾਰਮ ਆਫ ਪਾਰਲੀਮੈਂਟ ਦੇ ਵਿੱਚ ਦੋ ਹੈਡ ਹੁੰਦੇ ਆ, ਇੱਕ ਤਾਂ ਹੁੰਦਾ ਜੀ ਪ੍ਰੈਜ਼ੀਡੈਂਟ ਤੇ ਇੱਕ ਹੁੰਦਾ ਪ੍ਰਧਾਨ ਮੰਤਰੀ, ਇੱਕ ਰਾਸ਼ਟਰਪਤੀ ਹੁੰਦਾ, ਇੱਕ ਪ੍ਰਧਾਨ ਮੰਤਰੀ ਹੁੰਦਾ। ਹੁਣ ਕੁਐਸਚਨ ਕਹਿੰਦੇ ਆ ਜੀ ਇਹ ਕਿਹਦੇ ਤੋਂ ਲਿਆ ਗਿਆ, ਤਾਂ ਧਿਆਨ ਰੱਖਿਓ ਇਹ ਆਪਾਂ ਲਿਆ ਗਿਆ ਯੂਨਾਈਟਿਡ ਕਿੰਗਡਮ ਤੋਂ, ਯੂਕੇ ਤੋਂ, ਇੰਗਲੈਂਡ ਤੋਂ ਲਿਆ ਗਿਆ, ਠੀਕ ਹੈ। ਤੇ ਯੂਐਸਏ ਤੋਂ ਕੀ ਲਿਆ ਗਿਆ, ਧਿਆਨ ਰੱਖਿਓ ਯੂਐਸਏ ਤੋਂ ਲਿਆ ਗਿਆ ਆਪਾਂ ਜੁਡੀਸ਼ਰੀ ਦਾ ਸਾਰਾ ਕੰਸੈਪਟ, ਠੀਕ ਹੈ। ਜੁਡੀਸ਼ਰੀ ਦਾ ਜਿੰਨਾ ਵੀ ਇੰਪੋਰਟੈਂਟ ਕੰਸੈਪਟ ਆ, ਇੰਡੀਪੈਂਡੈਂਟ ਜੁਡੀਸ਼ਰੀ, ਠੀਕ ਹੈ, ਜੁਡੀਸ਼ਰੀ ਦਾ ਰਿਵਿਊ ਕਰ ਸਕਦੀ ਹੈ, ਇਹ ਸਾਰਾ ਕੰਸੈਪਟ ਆਪਾਂ ਯੂਐਸ ਤੋਂ ਲੈ ਕੇ ਆਂਦਾ। ਨੈਕਸਟ ਗੱਲ ਕਰਦੇ ਆ ਆਇਰਲੈਂਡ ਤੋਂ ਆਪਾਂ ਲੈ ਕੇ ਆਂਦੇ ਡੀਪੀਐਸਪੀ, ਠੀਕ ਹੈ, ਆਇਰਲੈਂਡ ਤੋਂ ਆਪਾਂ ਲੈ ਕੇ ਆਂਦੇ ਡੀਪੀਐਸਪੀ। ਨੈਕਸਟ ਯੂਐਸਐਸਆਰ ਤੋਂ ਆਪਾਂ ਲਈਆਂ ਫੰਡਾਮੈਂਟਲ ਡਿਊਟੀਜ਼, ਠੀਕ ਹੈ, ਮੌਲਿਕ ਕਰਤੱਵ ਆ ਜਿਹੜੇ ਆਪਾਂ ਕਿੱਥੋਂ ਲਏ ਆ, ਯੂਐਸਐਸਆਰ ਤੋਂ ਲਏ। ਸਾਰੇ ਇੰਪੋਰਟੈਂਟ ਪੁਆਇੰਟ ਧਿਆਨ ਰੱਖਣੇ। ਨੈਕਸਟ ਕੁਝ ਹੋਰ ਇੰਪੋਰਟੈਂਟ ਪ੍ਰਸ਼ਨ ਆ, ਕਹਿੰਦੇ ਜੀ ਦਾ ਫੰਡਾਮੈਂਟਲ ਰਾਈਟ ਆ ਜਿਹੜੇ ਇਹ ਸੇਫ ਐਂਡ ਕਲੀਨ ਡਰਿੰਕਿੰਗ ਵਾਟਰ। ਆਪਾਂ ਨੂੰ ਕਹਿੰਦੇ ਜੀ ਆਪਾਂ ਨੂੰ ਦੇਖੋ ਹਰੇਕ ਬੰਦੇ ਨੂੰ ਜੀਵਨ ਜੀਣ ਦਾ ਅਧਿਕਾਰ ਹੈ, ਹਰੇਕ ਬੰਦੇ ਤੱਕ, ਜੇ ਭਾਵੇਂ ਉਹ ਪਹਾੜਾਂ ਦੇ ਵਿੱਚ ਬੈਠਾ ਹੋਵੇ, ਜੰਗਲਾਂ ਦੇ ਵਿੱਚ ਬੈਠਾ ਹੋਵੇ, ਸਰਕਾਰ ਦੀ ਜ਼ਿੰਮੇਵਾਰੀ ਇਹ ਹੈ ਕਿ ਸਰਕਾਰ ਨੂੰ ਕੀ ਆ, ਆਰਟੀਕਲ 21 ਤਹਿਤ ਹਰੇਕ ਬੰਦੇ ਨੂੰ ਜੀਵਨ ਜੀਣ ਦਾ ਅਧਿਕਾਰ ਹੈ। ਸਾਫ਼ ਪਾਣੀ ਤੇ ਜਿਹੜੀ ਇਲੈਕਟ੍ਰਿਸਿਟੀ ਆ, ਧਿਆਨ ਰੱਖਿਓ ਇਲੈਕਟ੍ਰਿਸਿਟੀ ਆ ਜਿਹੜੀ ਉਹ 21 ਦੇ ਤਹਿਤ ਆਪਾਂ ਨੂੰ ਮਿਲਦੀ ਆ। ਰਾਈਟ ਟੂ ਇੰਟਰਨੈਟ ਵੀ ਇਹੀ ਆ, ਧਿਆਨ ਰੱਖਿਓ ਇੰਟਰਨੈਟ ਜਿੰਦੇ ਬਿਨਾਂ ਆਪਾਂ ਇੱਕ ਮਿੰਟ ਵੀ ਨਹੀਂ ਰਹਿੰਦੇ ਅੱਜ ਕੱਲ੍ਹ, ਇੰਟਰਨੈਟ ਦਾ ਅਧਿਕਾਰ ਵੀ ਕੀ ਆ ਆਪਣੇ ਕੋਲ ਇਸੇ ਤਹਿਤ ਆਉਂਦਾ। ਅਗਲਾ ਪ੍ਰਸ਼ਨ ਕਹਿੰਦੇ ਜੀ ਹੂ ਹੈਜ਼ ਦਾ ਪਾਵਰ ਟੂ, ਕਹਿੰਦੇ ਜੀ ਸੈਂਟਰ ਤੇ ਸਟੇਟ ਵਿਚਕਾਰ ਮੰਨ ਲਓ ਕਿ ਦੋ ਝਗੜੇ ਹੋ ਗਏ, ਕੇਂਦਰ ਸਰਕਾਰ ਤੇ ਰਾਜ ਸਰਕਾਰ ਵਿਚਕਾਰ ਕੀ ਝਗੜਾ ਹੋ ਗਿਆ, ਇਹਨਾਂ ਝਗੜਿਆਂ ਦਾ ਨਿਪਟਾਰਾ ਕੌਣ ਕਰ ਸਕਦਾ, ਸੁਪਰੀਮ ਕੋਰਟ ਡਾਇਰੈਕਟ ਕਰ ਸਕਦੀ ਹੈ। ਨੈਕਸਟ ਪ੍ਰਸ਼ਨ ਹੈ ਜੀ ਐਮਰਜੈਂਸੀ ਆ, ਕਹਿੰਦੇ ਜੀ ਕਿੰਨੇ ਤਰ੍ਹਾਂ ਦੀ ਹੈ, ਤਿੰਨ ਤਰ੍ਹਾਂ ਦੀ ਹੈ, ਮੈਂ ਤੁਹਾਨੂੰ ਹੁਣੇ ਪਿੱਛੇ ਦੱਸ ਕੇ ਹਟਿਆ ਵੀ ਕਿੰਨੇ ਤਰੀਕੇ ਦੀ ਐਮਰਜੈਂਸੀ ਆ। ਅਗਲੇ ਪ੍ਰਸ਼ਨ ਦਾ ਜਿਹੜਾ ਆਨਸਰ ਆ ਉਹ ਲੁਕੋ ਦਈਏ ਆਪਾਂ, ਠੀਕ ਹੈ। ਪ੍ਰਸ਼ਨ ਕੀ ਕਹਿ ਰਿਹਾ, ਕਹਿੰਦੇ ਜੀ ਇਹਨਾਂ ਵਿੱਚੋਂ ਕਹਿੰਦੇ ਜੀ ਪਹਿਲੀ ਸਟੇਟ ਆ ਜਿਹੜੀ ਜਿਹਨੂੰ ਕੀ ਕੀਤਾ ਗਿਆ ਸੀ, ਭਾਸ਼ਾ ਦੇ ਆਧਾਰ ਤੇ ਵੱਖ ਕੀਤਾ ਗਿਆ ਸੀ। ਤਾਂ ਧਿਆਨ ਰੱਖਿਓ ਭਾਸ਼ਾ ਦੇ ਆਧਾਰ ਤੇ ਵੰਡੀ ਜਾਣ ਲਈ ਸਭ ਤੋਂ ਪਹਿਲੀ ਸਟੇਟ ਕਿਹੜੀ ਸੀ, ਆਂਧਰਾ ਪ੍ਰਦੇਸ਼ ਸੀ। ਇਹ ਕਿਹੜੇ ਕਮਿਸ਼ਨ ਦੇ ਤਹਿਤ ਬਣੀ ਆ, ਤਾਂ ਧਿਆਨ ਰੱਖਿਓ ਇਹ ਸੀਗਾ ਫੈਜ਼ਲ ਅਲੀ ਕਮਿਸ਼ਨ, ਫੈਜ਼ਲ ਅਲੀ ਕਮਿਸ਼ਨ ਸੀਗਾ, ਫੈਜ਼ਲ ਅਲੀ ਕਮਿਸ਼ਨ। ਫੈਜ਼ਲ ਅਲੀ ਕਮਿਸ਼ਨ ਨੇ ਕੀ ਕੀਤਾ ਸੀ, ਸਭ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ਨੂੰ ਵੰਡਿਆ ਸੀ। ਫੈਜ਼ਲ ਅਲੀ ਕਮਿਸ਼ਨ ਦੀ ਜਿਹੜੀ ਸਥਾਪਨਾ 1953 ਦੇ ਵਿੱਚ ਹੋਈ ਸੀ। ਇਹਨਾਂ ਨੇ ਧਿਆਨ ਰੱਖਣਾ ਮਦਰਾਸ ਤੋਂ, ਧਿਆਨ ਰੱਖਣਾ ਮਦਰਾਸ ਤੋਂ
तेलगू वाले ਜਿਹੜੇ ਵੱਖ ਕੀਤੇ ਸੀਗੇ, ਠੀਕ ਹੈ ਜੀ। ਮਦਰਾਸ ਤੋਂ ਤੇਲਗੂ ਬੋਲਦੀ ਸਪੀਕਿੰਗ ਆ ਜਿਹੜੀ ਉਹ ਕੰਟਰੀ ਨੂੰ ਵੱਖ ਕੀਤਾ ਗਿਆ ਸੀ। ਕਿਹੜੀ ਤਹਿਤ ਤੇ ਕਿਹੜੇ ਤਹਿਤ, ਧਿਆਨ ਰੱਖਿਓ, ਫੈਜ਼ਲ ਅਲੀ ਕਮਿਸ਼ਨ ਨੇ ਕੀਤਾ ਸੀ, ਸਟੇਟ ਬਾਉਂਡਰੀ ਕਮਿਸ਼ਨ ਆਇਆ ਸੀ। ਤੇ ਫੈਜ਼ਲ ਅਲੀ ਕਮਿਸ਼ਨ ਦੀ ਗੱਲ ਕਰਦੀ, ਇਹਦੇ ਜਿਹੜੇ ਮੈਂਬਰ ਆ ਤਾਂ ਧਿਆਨ ਰੱਖਿਓ, KM ਪਨੀਕਰ, ਇੱਕ ਹੋਰ ਆ ਜੀ HN ਕੁੰਜਰੂ, ਇਹ ਜਿਹੜੇ ਕੀ ਆ ਫੈਜ਼ਲ ਅਲੀ ਕਮਿਸ਼ਨ ਦੇ ਮੈਂਬਰ ਸੀ। ਦੇਖੋ ਆਨਸਰ ਭਾਵੇਂ ਤੁਸੀਂ ਦੇਖ ਵੀ ਲਿਆ ਆਂਧਰਾ ਪ੍ਰਦੇਸ਼, ਬਟ ਜਿਹੜੇ ਐਕਸਟਰਾ ਪੁਆਇੰਟ ਮੈਂ ਤੁਹਾਨੂੰ ਦੇ ਰਿਹਾ ਇਹ ਤੁਸੀਂ ਦੇਖ ਨਹੀਂ ਸਕਦੇ ਕਿਤੇ ਵੀ, ਠੀਕ ਹੈ। ਧਿਆਨ ਰੱਖਿਓ, ਮੋਸਟ ਇੰਪੋਰਟੈਂਟ ਪੁਆਇੰਟ ਦਿੰਦਾ ਹੁੰਦਾ ਮੈਂ ਆ ਜਿਹੜੇ ਜਿੰਨੇ ਵੀ ਦੇ ਰਿਹਾ, ਤਾਂ ਤੁਸੀਂ ਚੈਨਲ ਨੂੰ ਲਾਈਕ ਕਰਕੇ ਸਬਸਕ੍ਰਾਈਬ ਕਰਕੇ ਬਸ ਆਉਣ ਵਾਲੇ ਬੈਲ ਆਈਕਨ ਦਾ ਦਬਾ ਕੇ ਨਾ ਆਉਣ ਵਾਲੀ ਨਵੀਂ ਕਲਾਸ ਦਾ ਇੰਤਜ਼ਾਰ ਕਰਿਆ ਕਰੋ ਵੀ ਕਦੋਂ ਆ ਰਹੀ ਹੈ। ਚਲੋ ਜੀ नेक्स्ट क्वेश्चन थे, इनका भी आंसर दिता होया। कंप्यूटर महोदय आपने तो ये गलत कर दिया सभी कुछ। चलो चलो कोई गल नहीं। कहते जी फंडामेंटल राइट, फंडामेंटल राइट मौलिक अधिकार की हैं? मौलिक अधिकार कहते जी इन्होंने सस्पेंड किया जा सकता, कैन नॉट बी सस्पेंड, ठीक है जी बिल्कुल सही है। ओके, इन्होंने कभी भी खत्म नहीं किया जा सकता, बट कुछ केसां विच खत्म किया जा सकता। कहते जी कैन बी सस्पेंडेड बाय ऑर्डर ऑफ प्राइम मिनिस्टर, प्रधान मंत्री ऑर्डर करते तां भी सस्पेंड नहीं होंगे, कभी भी सस्पेंड नहीं होंगे। नैक्सट गल कहते हैं, कहते सस्पेंड किया जा सकते हैं प्रधान मंत्री, राष्ट्रपति भी कहते राष्ट्रपति भी नहीं कर सकता। कहते जी कैन बी सस्पेंड ड्यूरिंग एमरजेंसी, बिल्कुल ड्यूरिंग एमरजेंसी तहत की है, जो फंडामेंटल राइट आ सस्पेंड किए जा सकते हैं। सब तो पहला जो आर्टिकल 19 आ फ्रीडम आ सब तो पहला खत्म होंगे, तो मोस्ट इंपॉर्टेंट आर्टिकल 20 ते 21 कदे भी सस्पेंड नहीं होंगे, ठीक है। नो सस्पेंड कदे भी कही आ सस्पेंड नहीं होंगे, ये पॉइंट तुसी नोट करके रखना। चलो जी चल रहे हैं नैक्सट प्रश्न पे। कोई गल नहीं, थोड़ी बहुती प्रॉब्लम आ रही है मैनूं लगदा है ना, चेक कर लेंगे आप कितों तक आ रही है। कोई गल नहीं जी, 2-4 क्वेश्चनों के प्रॉब्लम है, ठीक है। चलो स्टार्ट कर। कहते जी अगला क्वेश्चन की कह रहा है, कहता इन्हां विचों किहड़ी है जिहड़ी फंडामेंटल राइट की फिलोसफी नहीं हैगी, ठीक है। किहड़ी है फंडामेंटल राइट की फिलोसफी नहीं हैगी, तो ध्यान रखियो फंडामेंटल राइट अपनी वैलफेयर वास्ते आ, सोशलिस्टिक वास्ते आ, पॉलिटिकल वास्ते ते कम्यूनिस्ट। देखो कम्यूनिस्ट स्टेट आ जिहड़ी ये फंडामेंटल राइट का जिहड़ा ये पार्ट नहीं हैगी। क्यों नहीं पार्ट हैगी, तो ध्यान रखियो कम्यूनिस्ट का मतलब हुंदा है जिथे सिर्फ एक पार्टी होवे, की होवे सिर्फ एक पार्टी होवे। बट अपने कोल तां संविधान दे विच अपनी इंडियन भारत विच की बहुत सारियां पार्टियां, जे एक पार्टी नहीं राज करती तो दूजी नूं आपां मौका देने आ। जिवें हुण देखो जिहड़ी आम आदमी पार्टी आ, ध्यान रखना आम आदमी पार्टी नूं भी हुण की है नैशनल पार्टी है जिहड़ी ओह डिक्लेयर कर दिता गया। ये भी तुसीं इंपॉर्टेंट पॉइंट ध्यान रखना। नैक्सट प्रश्न की कह रहा, नैक्सट प्रश्न पढ़ो जी की कह रहा। नैक्सट प्रश्न की कह रहा, हाउ मैनी टाइप्स ऑफ जस्टिस हैव बीन इंश्योर्ड इन द प्रैम्बल। कहते जी प्रैम्बल आ जिहड़ा उहदे विच किन्ने तरीके दा जस्टिस दिता होया, तो ध्यान रखियो प्रैम्बल दे विच आपां नूं की है 3 तरीके दा जस्टिस दिता होया। किहड़ा किहड़ा, तो ध्यान रखियो आ दिता है जी प्रैम्बल आ जिहड़ा ये आपां नूं 3 प्रकार दा जस्टिस प्रदान करदा। ये समाजिक तौर ते, आर्थिक तौर ते राजनीतिक तौर ते हर एक बंदे नूं की बराबर बराबर की अधिकार, बराबर न्याय, ठीक है जी। नैक्सट प्रश्न की कह रहा, कहता जी इन्हां विचों किहड़ा फॉलोइंग फीचर आ जिहड़ा किहड़ा फॉलोइंग फीचर आ जिहड़ा इंडियन कॉन्स्टिट्यूशन दा भारती संविधान की किहड़ी विशेषता नहीं हैगी। तो ध्यान रखनी है भारतीय संविधान की विशेषता, देखो पार्लीमेंट फॉर्म ऑफ गवर्नमेंट आ, अपने कोल 2 सदन आ, लोक सभा ते राज सभा बिल्कुल हैगे आ जी। प्रेजिडेंट फॉर्म ऑफ गवर्नमेंट आ, देखो अपने कोल की सिर्फ कल्ला एक राष्ट्रपति है, प्रधानमंत्री है नहीं गा। इंडिपेंडेंट जुडिशरी बिल्कुल हैगी है जी। फैडरल गवर्नमेंट, फैडरल दा गवर्नमेंट होया भी जिहड़ी स्टेट गवर्नमेंट आ उहदे कोल आपदी वक्री पावर है, ते सेंटर गवर्नमेंट कोल आपदी वक्री पावर है, ये भी हैगा जी। देखो अपने कोल प्रेजिडेंट फॉर्म ऑफ गवर्नमेंट नहीं हैगी, क्योंकि अपने की है 2 हैड हुंदे आ, एक हुंदा जी PM ते एक हुंदा जी प्रेजिडेंट। ਤਾਂ जिथे पार्लीमेंट फॉर्म ऑफ गवर्नमेंट होवे 2 हैड हुंदे आ, जिथे प्रेजिडेंटल फॉर्म ऑफ गवर्नमेंट होवे सिर्फ की हुंदा 1 हैड हुंदा। जिवें प्रेजिडेंटल फॉर्म ऑफ गवर्नमेंट बेस्ट एग्जांपल किंदी आ US दी, अमरीका दी बेस्ट एग्जांपल आ जी प्रेजिडेंटल फॉर्म ऑफ गवर्नमेंट। हुण क्वेश्चन सही हो गया अपने, ठीक है, शुक्र आ। चलो नैक्सट पॉइंट, अगला प्रश्न की कह रहा जी, कहता प्रिवेंशन ऑफ एनीमल, इन्हां विचों इंडियन कॉन्स्टिट्यूशन विच कहंदे जी जानवरां दी रोकथाम दे लई किहड़ा जिहड़ा ओह किंदे अंडर आउंदा। तो ध्यान रखियो ये यूनियन का लिस्ट सबजैक्ट है, स्टेट का कि कॉन्करेंट।
ਤਾਂ ਸਭ ਤੋਂ ਪਹਿਲਾਂ ਦੱਸਦਾ ਯੂਨੀਅਨ ਸਬਜੈਕਟ। ਦੇਖੋ ਯੂਨੀਅਨ ਦਾ ਮਤਲਬ ਇਹ ਆ ਵੀ ਸੈਂਟਰ ਗਵਰਨਮੈਂਟ ਕੋਲ ਕੱਲੀ ਪਾਵਰ ਆ ਵੀ ਉਹ ਇਹਨਾਂ ਤੇ ਕਾਨੂੰਨ ਬਣਾ ਸਕਦੀ ਹੈ। ਸੈਂਟਰ ਗਵਰਨਮੈਂਟ ਕੋਲ ਇਹਦੇ ਵਿੱਚ 100 ਸਬਜੈਕਟ ਆਉਂਦੇ ਆ। ਸਟੇਟ ਦੀ ਗੱਲ ਕਰੀਏ, ਸਟੇਟ ਗਵਰਨਮੈਂਟ ਕੋਲ ਇਹਦੇ ਵਿੱਚ 61 ਸਬਜੈਕਟ ਆਉਂਦੇ ਆ ਤੇ ਕੌਨਕਰੈਂਟ ਹੈ ਜਿਹਦੇ ਵਿੱਚ ਸੈਂਟਰ ਗਵਰਨਮੈਂਟ ਤੇ ਪਲੱਸ ਸਟੇਟ ਗਵਰਨਮੈਂਟ ਦੋਨੇ ਹੀ ਫੈਸਲਾ ਸੁਣਾ ਸਕਦੇ ਆ। ਇਹਦੇ ਵਿੱਚ 52 ਸਬਜੈਕਟ ਆ। ਹੁਣ ਧਿਆਨ ਰੱਖਣਾ ਇਹ ਜਿਹੜਾ ਕੁਐਸਚਨ ਆ ਇਹਦਾ ਕਰੈਕਟ ਆਨਸਰ ਕੀ ਆ? ਆਨਸਰ ਆਪਣੇ ਕੋਲ ਸੀ ਆ, ਜਿਹਦੇ ਤਹਿਤ ਕੀ ਆ ਜਿਹੜੀ ਸੈਂਟਰ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਦੋਨੋਂ ਹੀ ਜੰਗਲੀ ਜਾਨਵਰ ਆ ਉਹਨਾਂ ਦੀ ਕੀ ਆ ਰੱਖਿਆ ਕਰ ਸਕਦੇ ਆ ਤੇ ਉਹਨਾਂ ਦੇ ਲਈ ਕਾਨੂੰਨ ਬਣਾ ਸਕਦੇ ਆ। ਨੋਟਡ ਆ ਜੀ। ਚਲੋ ਨੈਕਸਟ ਪੁਆਇੰਟ ਦੀ ਗੱਲ ਕਰਦੇ ਆ। ਕਹਿੰਦੇ ਜੀ ਇਹਨਾਂ ਵਿੱਚੋਂ ਕਿਹੜੀ ਲੈਂਗੁਏਜ ਆ ਨਾਟ ਇਨਕਲੂਡ ਇਨ ਦਾ 8th ਸ਼ਡਿਊਲ ਆਫ ਦਾ ਕਨਸਟੀਟਿਊਸ਼ਨ। ਕਹਿੰਦੇ ਜੀ 8ਵੇਂ ਅਨੁਸੂਚੀ ਦੇ ਵਿੱਚ ਕਿਹੜੀ ਜਿਹੜੀ ਭਾਸ਼ਾ ਨਹੀਂ ਹੈਗੀ? ਹਿੰਦੀ, ਸੰਸਕ੍ਰਿਤ, ਉਰਦੂ। ਤਾਂ ਧਿਆਨ ਰੱਖਿਓ ਆਪਣੇ 8ਵੀਂ ਅਨੁਸੂਚੀ ਦੇ ਵਿੱਚ ਕੀ ਆ ਕੁੱਲ ਕਿੰਨੀਆਂ ਭਾਸ਼ਾਵਾਂ? ਧਿਆਨ ਰੱਖਣ ਨੂੰ 22 ਭਾਸ਼ਾਵਾਂ ਨੂੰ ਕੀ ਆ ਮਾਨਤਾ ਦਿੱਤੀ ਗਈ ਆ, ਜਿਹਦੇ ਵਿੱਚੋਂ ਇੰਗਲਿਸ਼ ਆ ਉਹ ਅਨੁਸੂਚੀਆਂ ਦੇ ਵਿੱਚ ਐਡ ਨਹੀਂ ਕੀਤੀ ਗਈ ਹੈ। ਠੀਕ ਹੈ, ਸ਼ੁਰੂ ਦੇ ਵਿੱਚ ਆਪਣੇ ਕੋਲ 14 ਜਿਹੜੀਆਂ ਭਾਸ਼ਾਵਾਂ ਸੀ ਬਟ ਹੁਣ ਕਿੰਨੀਆਂ ਆਪਣੇ ਕੋਲ 22 ਭਾਸ਼ਾਵਾਂ। ਠੀਕ ਆ, ਜਿਹੜੀਆਂ ਲਾਸਟ ਤੇ ਭਾਸ਼ਾਵਾਂ ਐਡ ਕੀਤੀਆਂ ਗਈਆਂ ਇਹ ਕਿਹੜੀਆਂ ਧਿਆਨ ਰੱਖਿਓ, ਇਹ ਹੈਗੀਆਂ ਬੋਡੋ, ਡੋਗਰੀ, ਸੰਥਾਲੀ ਤੇ ਮੈਥਾਲੀ। ਠੀਕ ਹੈ, ਲਾਸਟ ਜਿਹੜੀ ਅਮੈਂਡਮੈਂਟ ਹੋਈ ਸੀ ਇਹ ਕਿਹੜੀ ਅਮੈਂਡਮੈਂਟ ਦੇ ਤਹਿਤ ਹੋਈਆਂ ਇਹ ਵੀ ਧਿਆਨ ਰੱਖਣਾ ਤੁਸੀਂ, ਮੋਸਟ ਇੰਪੋਰਟੈਂਟ ਅਮੈਂਡਮੈਂਟ ਆ ਜੀ ਇਹ ਹੋਈ ਸੀ 92nd ਅਮੈਂਡਮੈਂਟ ਐਕਟ 2003 ਦੇ ਤਹਿਤ ਜਿਹੜੀਆਂ ਲਾਸਟ 4 ਭਾਸ਼ਾਵਾਂ ਇਹ ਐਡ ਕੀਤੀਆਂ ਗਈਆਂ ਸਨ। ਠੀਕ ਹੈ, ਹੁਣ ਆਪਣੇ ਕੋਲ ਕੁੱਲ ਕਿੰਨੀਆਂ ਭਾਸ਼ਾਵਾਂ? ਤਾਂ ਧਿਆਨ ਰੱਖਣਾ ਕੁੱਲ ਹੈਗੀਆਂ 22 ਭਾਸ਼ਾਵਾਂ, ਜਿਨ੍ਹਾਂ ਵਿੱਚੋਂ ਇੰਗਲਿਸ਼ ਨਹੀਂ ਆ। ਅਗਲਾ ਪ੍ਰਸ਼ਨ ਕਹਿੰਦੇ ਵਿਚ ਆਫ ਦਾ ਫੋਲੋਇੰਗ ਐਕਟ ਸੈਟ ਅਪ ਡਾਇਰਕੀ ਸਿਸਟਮ। ਕਹਿੰਦੇ ਜੀ ਇਹਨਾਂ ਵਿੱਚੋਂ ਕਿਹੜੇ ਐਕਟ ਦੇ ਤਹਿਤ ਡਾਇਰਕੀ ਆਈ ਸੀ? ਡਾਇਰਕੀ ਦਾ ਮਤਲਬ ਦੱਸੋ ਕੀ ਹੁੰਦਾ? ਡਾਇਰਕੀ ਦਾ ਮਤਲਬ ਤੁਹਾਨੂੰ ਸਾਰਿਆਂ ਨੂੰ ਪਤਾ ਨਾ, ਤਾਂ ਡਾਇਰਕੀ ਦਾ ਮਤਲਬ ਉਹੀ ਹੁੰਦਾ ਯਾਰ, ਸੇਮ ਉਹੀ ਕਨਸੈਪਟ ਆ। ਠੀਕ ਹੈ, ਡਾਇਰਕੀ ਦਾ ਮਤਲਬ ਦੋਹਰੀ ਸਰਕਾਰ। ਆਜੋ ਜੀ, ਕਹਿੰਦੇ ਜੀ ਕਿਹੜੇ ਕਾਨੂੰਨ ਦੇ ਤਹਿਤ ਕੀ ਹੈ ਜਿਹੜੀ ਰਾਜਸ਼ਾਹੀ ਪ੍ਰਣਾਲੀ ਡਾਇਰਕੀ ਉਹ ਆਈ ਸੀ? ਤਾਂ ਹੁਣੇ ਤੁਹਾਨੂੰ ਮੈਂ ਦੱਸ ਕੇ ਹਟਾਂ ਜਿਹੜੀ ਸੈਂਟਰ ਲੈਵਲ ਤੇ ਜਿਹੜੀ ਡਾਇਰਕੀ ਆਈ ਸੀ। ਦੇਖੋ ਸਭ ਤੋਂ ਪਹਿਲਾਂ ਜਿਹੜੀ ਡਾਇਰਕੀ ਦਾ ਕਨਸੈਪਟ ਨਿਕਲ ਕੇ ਆਇਆ ਸੀ ਨਾ, ਉਹ ਕਿੱਥੇ ਨਿਕਲ ਕੇ ਆਇਆ ਸੀ? ਇਹ 1919 ਵਾਲੇ ਐਕਟ ਦੇ ਤਹਿਤ ਆਇਆ ਸੀ। 1919 ਦੇ ਐਕਟ ਦੇ ਤਹਿਤ ਜਿਹੜੀ ਇਹ ਡਾਇਰਕੀ ਸੀ ਇਹ ਪ੍ਰੋਵਿੰਸ਼ੀਅਲ ਲੈਵਲ ਤੇ ਸੀ। ਪ੍ਰੋਵਿੰਸ਼ੀਅਲ ਲੈਵਲ ਦਾ ਮਤਲਬ ਇਹ ਆ ਵੀ ਓਨਲੀ ਕੀ ਆ ਜਿੰਨੀਆਂ ਆਪਣੇ ਕੋਲ ਕੀ ਆ ਰਾਜ ਸਰਕਾਰ ਆਪਾਂ ਕਹਿ ਸਕਦੇ ਹਾਂ ਉਸ ਸਮੇਂ ਦੀਆਂ ਉਹਨਾਂ ਕੋਲ ਸੀ। ਸੈਂਟਰ ਦੇ ਵਿੱਚ ਜਿਹੜੀ ਡਾਇਰਕੀ ਹੈ ਇਹ ਕਦੋਂ ਆਈ ਆ? 1935 ਵਾਲੇ ਐਕਟ ਦੇ ਤਹਿਤ ਆਈ ਆ। ਇਹਨੂੰ ਗਵਰਨਮੈਂਟ ਆਫ ਇੰਡੀਆ ਐਕਟ ਵੀ ਬੋਲ ਦਿੰਦੇ ਆ। ਨੈਕਸਟ ਗੱਲ ਕਰਦੇ ਆ 1919 ਵਾਲੇ ਐਕਟ ਦਾ ਨਾਮ ਆ ਮੌਂਟੇਗ ਚੈਮਸਫੋਰਡ ਰਿਫਾਰਮ। ਕੀ ਬੋਲਦੇ ਆ? ਮੌਂਟੇਗ ਚੈਮਸਫੋਰਡ ਰਿਫਾਰਮ ਬੋਲਦੇ ਆ। 1919 ਵਾਲੇ ਰਿਫਾਰਮ ਨੂੰ ਬੋਲਦੇ ਆ ਜੀ ਮਾਰਲੇ ਮਿੰਟੋ। ਠੀਕ ਹੈ, ਮਾਰਲੇ ਮਿੰਟੋ ਰਿਫਾਰਮ ਬੋਲਦੇ ਆ। ਠੀਕ ਹੈ, ਤਾਂ ਧਿਆਨ ਰੱਖਿਓ ਜੀ। ਅਗਲੇ ਪ੍ਰਸ਼ਨ ਤੇ ਚੱਲੋ। ਅੱਛਾ ਯਾਰ ਕਾਫੀ ਟਾਈਮ ਹੋ ਗਿਆ ਨਾ ਕਲਾਸ ਲੱਗਦੇ ਨੂੰ, ਤਾਂ ਯਾਰ ਤੁਸੀਂ ਇੱਕ ਕੰਮ ਕਰਕੇ ਆਓ, ਕਲਾਸ ਨੂੰ ਸ਼ੇਅਰ ਕਰਕੇ ਆਓ, ਲਾਈਕ ਕਰਕੇ ਆਓ, ਸਬਸਕ੍ਰਾਈਬ। ਦੇਖੋ ਕਿੰਨੇ ਬੰਦੇ ਬੈਠੇ ਹੋ ਲਾਈਵ ਦੇ ਵਿੱਚ, ਕਿੰਨੇ ਵੀਡੀਓ ਦੇਖ ਰਹੇ ਹੋ, ਲਾਈਕ ਕਰਨਾ ਫਰਜ਼ ਜਾਣਾ ਤੁਹਾਡਾ, ਤਾਂ ਜਲਦੀ ਕਲਾਸ ਨੂੰ ਲਾਈਕ ਕਰ ਦਿਓ। ਠੀਕ ਹੈ, ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਨੈਕਸਟ ਪ੍ਰਸ਼ਨ ਕੀ ਕਹਿ ਰਿਹਾ? ਕਹਿੰਦੇ ਜੀ ਇਹਨਾਂ ਵਿੱਚੋਂ ਕਿਹੜਾ ਬ੍ਰਿਟਿਸ਼ ਪਾਰਲੀਮੈਂਟ ਨੇ ਅਬੋਲਿਸ਼ ਕੀਤਾ ਈਸਟ ਇੰਡੀਆ ਕੰਪਨੀ ਦੀ ਮੋਨੋਪੋਲੀ? ਕਿਹੜਾ ਐਕਟ ਸੀ? ਤਾਂ ਧਿਆਨ ਰੱਖਿਓ ਇਹ ਸੀਗਾ ਜੀ ਚਾਰਟਰ ਐਕਟ 1813। ਚਾਰਟਰ ਐਕਟ 1813 ਦੇ ਵਿੱਚ ਕੀ ਕੀਤਾ ਗਿਆ ਸੀਗਾ? 1 ਲੱਖ ਰੁਪਇਆ, ਧਿਆਨ ਰੱਖਿਓ 1 ਲੱਖ ਰੁਪਇਆ ਪਹਿਲੀ ਵਾਰ ਐਜੂਕੇਸ਼ਨ ਵਾਸਤੇ ਆਇਆ ਸੀ, ਤੇ 1 ਲੱਖ ਰੁਪਇਆ ਐਜੂਕੇਸ਼ਨ ਵਾਸਤੇ ਆਇਆ ਸੀ ਪਹਿਲੀ ਵਾਰ ਭਾਰਤੀਆਂ ਵਾਸਤੇ ਆਇਆ ਸੀ। ਤੇ ਦੂਜੀ ਗੱਲ ਆ ਇਹਦੇ ਵਿੱਚ ਕੀ ਆ ਸਿਰਫ ਆਪਾਂ ਚਾਈਨਾ ਨਾਲ ਵਪਾਰ ਕਰ ਸਕਦੇ ਸੀ। ਚਾਈਨਾ ਨਾਲ ਵਪਾਰ ਕਰ ਸਕਦੇ ਸੀ ਕਿੰਦਾ? ਚਾਹ ਦਾ ਤੇ ਓਪੀਅਮ ਦਾ। ਓਪੀਅਮ ਯਾਨੀ ਕਿ ਅਫੀਮ ਦਾ ਵਪਾਰ ਕਰ ਸਕਦੇ ਸੀ। ਸਿਰਫ ਚਾਈਨਾ ਨਾਲ ਵਪਾਰ ਕਰ ਸਕਦੇ ਸੀ, ਬਾਕੀ ਸਾਰਾ ਨਾਲ ਵਪਾਰ ਜਿਹੜਾ ਉਹ ਬੈਨ ਕਰ ਦਿੱਤਾ ਗਿਆ ਸੀ, ਟ੍ਰੇਡ ਕੀ ਆ ਬੰਦ ਕਰ ਦਿੱਤਾ ਗਿਆ ਸੀ। ਰੈਗੂਲੇਟਿੰਗ ਐਕਟ ਆ ਜਿਹੜੇ ਆਉਣੇ ਸਭ ਤੋਂ ਪਹਿਲਾਂ ਆਇਆ ਸੀ 1773 ਦੇ ਵਿੱਚ, ਤੇ ਇਹਦੇ ਤਹਿਤ ਕੀ ਹੋਇਆ ਸੀ? ਜਿਹੜੇ ਇਹਦੇ ਤਹਿਤ ਵੀ ਸਰਕਾਰ ਬ੍ਰਿਟਿਸ਼ ਗਵਰਨਮੈਂਟ ਸੀਗੀ ਉਹ ਈਸਟ ਇੰਡੀਆ ਕੰਪਨੀ ਸੀ ਉਹਨੂੰ ਕੰਟਰੋਲ ਕਰਦੀ ਸੀ। ਪਿਟਸ ਇੰਡੀਆ ਐਕਟ ਆ ਜਿਹੜਾ 1784 ਦੇ ਵਿੱਚ ਆਇਆ ਸੀ, ਉਸ ਸਮੇਂ ਦਾ ਪ੍ਰਧਾਨ ਮੰਤਰੀ ਸੀ ਵਿਲੀਅਮ ਪਿਟ, ਉਹਦੇ ਨਾਮ ਤੇ ਆਇਆ ਸੀ। ਠੀਕ ਹੈ ਜੀ, ਹਾਂ 1813 ਵਿੱਚ ਡਿਵਾਈਡ ਕੀਤਾ ਗਿਆ ਸੀ ਮੋਨੋਪੋਲੀ, ਕੀ ਕਹਿੰਦੇ ਸੀ ਟ੍ਰੇਡ ਆ ਖਤਮ ਕਰ ਦਿੱਤਾ ਗਿਆ ਸੀ, ਬਟ ਇੰਜੋਏ ਕਰਦੇ ਸੀ ਆਪਾਂ ਕਿਹਦੇ ਨਾਲ? ਚਾਈਨਾ ਨਾਲ, ਟ੍ਰੇਡ ਚਾਈਨਾ ਨਾਲ ਟੀ ਦਾ ਤੇ ਅਫੀਮ ਦਾ। ਠੀਕ ਹੈ, ਉਸ ਸਮੇਂ ਵੀ ਡਲੇ ਖਾਂਦੇ ਹੁੰਦੇ ਸੀਗੇ ਗੋਲੀਆਂ ਬਣਾਉਣ, ਜਿਹੜੀਆਂ ਅੱਜ ਕੱਲ੍ਹ ਖਾਂਦੇ ਨਾ ਗੋਲੀਆਂ ਅਫੀਮ ਦੀਆਂ, ਕਾਲੀ ਲੱਗਣੀ, ਸੇਮ ਉਹੀ ਚੀਜ਼ ਕਨਸੈਪਟ ਚੱਲਦਾ ਸੀ। ਨੈਕਸਟ 1909 ਕਹਿੰਦੇ ਜੀ 1909 ਦਾ ਜਿਹੜਾ ਐਕਟ ਆ ਉਹ ਕਿਸ ਨਾਲ ਜੁੜਿਆ ਹੋਇਆ ਹੈ? 1909 ਦੀ ਗੱਲ ਕਰਦੇ ਹਾਂ ਜੀ 1909 ਦੀ। ਹੁਣੇ ਮੈਂ ਤੁਹਾਨੂੰ ਬਹੁਤ ਵਾਰ ਦੱਸ ਕੇ ਹਟਿਆ ਇਹਦੇ ਵਿੱਚ ਕੀ ਆਇਆ ਸੀ? ਸੈਪਰੇਟ ਇਲੈਕਟੋਰੇਟ ਆਇਆ ਸੀ।
ਸੈਪਰੇਟ ਇਲੈਕਟੋਰੇਟ ਹਿੰਦੂ ਹਿੰਦੂ ਨੂੰ ਵੋਟ ਕਰੂਗਾ, ਜਿਹੜਾ ਮੁਸਲਮਾਨ ਨੂੰ ਵੋਟ ਕਰੂਗਾ। ਠੀਕ ਹੈ, ਤਾਂ ਇਹ ਚੀਜ਼ ਧਿਆਨ ਰੱਖਿਓ। ਜਿਹੜੀ ਇਹ ਸਿੱਖਾਂ ਤੱਕ ਕਦੋਂ ਪਹੁੰਚੀ ਸੀ? ਸਿੱਖਾਂ ਤੱਕ ਪਹੁੰਚੀ ਸੀ 1919 ਵਾਲੇ ਐਕਟ ਦੇ ਤਹਿਤ। ਠੀਕ ਹੈ, ਇਹ ਵੀ ਪੁਆਇੰਟ ਤੁਸੀਂ ਨੋਟ ਕਰਕੇ ਰੱਖਣਾ। ਨੈਕਸਟ ਪੁਆਇੰਟ, ਅਗਲਾ ਪ੍ਰਸ਼ਨ ਕੀ ਆ ਜਾਏ? ਅਗਲਾ ਪ੍ਰਸ਼ਨ ਹਾਜ਼ਰ ਹੈ। ਚਲੋ ਜੀ, ਕਹਿੰਦੇ ਜੀ ਹੇਠ ਲਿਖਿਆਂ ਵਿੱਚੋਂ ਕਿਹੜੇ ਕੇਸਾਂ ਦੇ ਤਹਿਤ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਪ੍ਰਸਤਾਵਨਾ ਜਿਹੜਾ ਸੰਵਿਧਾਨ ਦਾ ਹਿੱਸਾ ਹੈ? ਹੁਣ ਦੇਖੋ ਜੀ ਕਿਹੜਾ ਕੇਸ ਆ ਗਿਆ। ਦੇਖੋ ਪਹਿਲਾਂ ਕੀ ਹੁੰਦਾ ਸੀ, ਜਿਹੜਾ ਪ੍ਰੈਂਬਲ ਸੀਗਾ, ਪ੍ਰੈਂਬਲ ਨੂੰ ਜਿਹੜਾ ਕਨਸਟੀਟਿਊਸ਼ਨ ਦਾ ਉਹ ਪਾਰਟ ਆ ਜਿਹੜਾ ਨਹੀਂ ਮੰਨਿਆ ਜਾਂਦਾ ਸੀ, ਬਟ ਬਾਅਦ ਦੇ ਵਿੱਚ ਉਹਨੂੰ ਕਨਸਟੀਟਿਊਸ਼ਨ ਦਾ ਪਾਰਟ ਮੰਨਿਆ ਗਿਆ, ਕਿਉਂਕਿ ਜਿਹੜਾ ਕਨਸਟੀਟਿਊਸ਼ਨ ਵਿੱਚ ਆਪਾਂ ਕੀ ਆ, 3 ਜਿਹੜੇ ਵਰਡ ਆ ਉਹ ਐਡ ਕੀਤੇ ਸੀਗੇ। ਠੀਕ ਹੈ, 3 ਵਰਡ ਐਡ ਕੀਤੇ ਗਏ ਸੀ, ਉਹ ਵੀ ਦੱਸਦਾ ਕਿਹੜੀ ਅਮੈਂਡਮੈਂਟ ਸੀ। ਤਾਂ ਧਿਆਨ ਰੱਖਿਓ, ਇਹਦਾ ਕਰੈਕਟ ਆਨਸਰ ਕੀ ਆ ਜੀ? ਇਹਦਾ ਕਰੈਕਟ ਆਨਸਰ ਆ ਜੀ ਬੋਮਲ ਵਰਸਸ ਯੂਨੀਅਨ ਸਟੇਟ ਯੂਨੀਅਨ ਕੇਸ। ਠੀਕ ਹੈ, ਇਹਦੇ ਤਹਿਤ ਕੀ ਕੀਤਾ ਗਿਆ ਸੀ? ਇਹਦੇ ਵਿੱਚ ਕਿਹਾ ਗਿਆ ਸੀ ਬੰਬਈ ਵਰਸਸ ਯੂਨੀਅਨ ਆਫ ਸਟੇਟ ਕੇਸ। ਇਹਦੇ ਵਿੱਚ ਇਹ ਪਹਿਲੀ ਵਾਰ ਗੱਲ ਕੀਤੀ ਗਈ ਸੀ ਵੀ ਜਿਹੜਾ ਸੰਵਿਧਾਨ ਆ ਉਹ ਪ੍ਰੈਂਬਲ ਸੰਵਿਧਾਨ ਦਾ ਪਾਰਟ ਆ। ਹੁਣ ਗੱਲ ਕਰਦੇ ਹਾਂ ਸੰਵਿਧਾਨ ਜਿਹੜਾ ਇੱਕ ਵਾਰੀ ਅਮੈਂਡ ਵੀ ਹੋ ਚੁੱਕਿਆ, 42ਵਾਂ ਸੰਸ਼ੋਧਨ 1976 ਦੇ ਤਹਿਤ ਕੀ ਹੈ, ਸੰਵਿਧਾਨ ਅਮੈਂਡ ਵੀ ਹੋ ਚੁੱਕਿਆ। ਹੁਣ ਇਸ ਦੇ ਤਹਿਤ ਗੱਲ ਕਰਦੇ ਹਾਂ, ਇਹਦੇ ਵਿੱਚ 3 ਵਰਡ ਐਡ ਕੀਤੇ ਗਏ ਸੀਗੇ। ਇਹਦਾ ਇੱਕ ਆ ਜੀ ਸੈਕੂਲਰ, ਦੂਜਾ ਜੀ ਸੈਕੂਲਰ ਦਾ ਮਤਲਬ ਕੀ ਹੈ, ਧਰਮ ਨਿਰਪੱਖ। ਦੂਜਾ ਹੈਗਾ ਜੀ ਅਖੰਡਤਾ, ਅਖੰਡਤਾ ਨੂੰ ਇੰਗਲਿਸ਼ ਬੋਲਦੇ ਆ ਇੰਟੈਗ੍ਰਿਟੀ। ਤੇ ਤੀਜਾ ਵਰਡ ਹੈਗਾ ਜੀ ਤੁਹਾਡਾ, ਤੀਜਾ ਵਰਡ ਕਿਹੜਾ? ਸਮਾਜਵਾਦ, ਸੋਸ਼ਲਿਜ਼ਮ। ਠੀਕ ਹੈ, ਇਹ 3 ਵਰਡ ਆ ਜਿਹੜੇ ਇਹ ਐਡ ਕੀਤੇ ਗਏ ਸੀ। ਤਿੰਨੋਂ ਵਰਡ ਇੰਪੋਰਟੈਂਟ ਨੇ, ਧਿਆਨ ਰੱਖਣਾ। ਚਲੋ ਜੀ ਨੈਕਸਟ ਥੋੜੀਆਂ ਜਿਹੀਆਂ ਇੰਪੋਰਟੈਂਟ ਗੱਲਾਂ। ਕਹਿੰਦੇ ਦਿਨੇਸ਼ ਗੋਸਵਾਮੀ ਕਮੇਟੀ ਹੈ ਜਿਹੜੀ, ਇਹ ਕਿਹਦੇ ਨਾਲ ਰਿਲੇਟ ਕਰਦੀ ਆ? ਇਲੈਕਟੋਰਲ ਰਿਫਾਰਮ ਨਾਲ ਰਿਲੇਟ ਕਰਦੀ ਆ। ਨੈਕਸਟ ਗੱਲ ਕਰਦੇ ਆ ਜਿਹੜਾ ਫਾਈਨਾਂਸ ਕਮਿਸ਼ਨ ਆ, ਫਾਈਨਾਂਸ ਕਮਿਸ਼ਨ ਤੁਹਾਨੂੰ ਪਤਾ ਸਭ ਨੂੰ, ਆਰਟੀਕਲ ਇਹਦਾ 280 ਆ। ਇਹ ਕਾਹਦੇ ਵਾਸਤੇ ਬਣਾਇਆ ਗਿਆ ਸੀ? ਪੰਚਾਇਤਾਂ ਦੀ ਜਿਹੜੀ ਪੋਜੀਸ਼ਨ ਆ ਇਹ ਉਹਦੇ ਵਾਸਤੇ ਬਣਾਇਆ ਗਿਆ ਸੀ। ਇਹਨੂੰ ਅਪਾਇੰਟ ਕੌਣ ਕਰਦਾ? ਸਟੇਟ ਕਰਦਾ, ਗਵਰਨਰ ਆਫ ਸਟੇਟ ਕਰਦਾ ਜੀ। ਨੈਕਸਟ ਪੁਆਇੰਟ ਗੱਲ ਕਰਦੇ ਆ ਪੰਚਾਇਤੀ ਜਿਹੜਾ ਰਾਜ ਇੰਸਟੀਚਿਊਟ ਆ, ਇਹਦੀ ਜਿਹੜੀ ਪੰਚਾਇਤੀ ਰਾਜ ਨੂੰ ਪਹਿਲੀ ਵਾਰ ਜਿਹੜੀ ਕਿਹੜੀ ਕਮੇਟੀ ਸੀ ਜਿਹਨੇ ਕਿਹਾ ਸੀ ਕਿ ਪੰਚਾਇਤੀ ਰਾਜ ਆ ਇਹਨੂੰ ਸੰਵਿਧਾਨਿਕ ਦਰਜਾ ਦੇ ਦਿੱਤਾ ਜਾਣਾ ਚਾਹੀਦਾ? ਇਹ LM ਸਿੰਘਵੀ ਕਮੇਟੀ ਸੀ। ਇਹਨਾਂ ਨੇ ਆਪਦੀ ਜਿਹੜੀ ਰਿਪੋਰਟ ਆ 1999 ਦੇ ਵਿੱਚ ਜਿਹੜੀ ਆ ਸਬਮਿਟ ਕੀਤੀ ਸੀ। ਤੇ ਪੰਚਾਇਤੀ ਰਾਜ ਸਿਸਟਮ ਸੀ, ਇਹਨੂੰ 73ਵਾਂ ਸੰਸ਼ੋਧਨ ਦੇ ਤਹਿਤ 1992 ਤਹਿਤ ਕੀ ਆ, ਇਹਨੂੰ ਕੀ ਆ, ਸੰਵਿਧਾਨ ਦੇ ਵਿੱਚ ਪੰਚਾਇਤਾਂ ਦੇ ਵਿੱਚ ਦਰਜਾ ਦੇ ਦਿੱਤਾ ਗਿਆ ਸੀ, ਸੰਵਿਧਾਨਿਕ ਦਰਜਾ ਦੇ ਦਿੱਤਾ ਗਿਆ ਸੀ। ਨੈਕਸਟ ਪੁਆਇੰਟ ਦੀ ਗੱਲ ਕਰਦੇ ਆ, ਕਹਿੰਦੇ ਜੀ ਜਿਹੜੀ ਲੈਜਿਸਲੇਟਿਵ ਕਾਉਂਸਲ ਆ ਇੰਡੀਆ ਦੀ, ਇਹ ਰਿਸੀਵ ਕਰਦੀ ਆ ਪਾਵਰ ਡਿਸਕਸ ਬਜਟ ਦੇ ਵਿੱਚ ਪਹਿਲੀ ਵਾਰ ਕੀਤੀ ਗਈ ਸੀ, ਇਹ 1892 ਦੇ ਵਿੱਚ। ਦੇਖੋ 1892 ਦੇ ਵਿੱਚ ਪਹਿਲੀ ਵਾਰ ਜਿਹੜਾ ਭਾਰਤੀ ਆ ਜਿਹੜੇ ਉਹਨਾਂ ਨੂੰ ਪਾਵਰ ਦਿੱਤੀ ਗਈ ਸੀ ਵੀ ਉਹ ਬਜਟ ਦੇ ਵਿੱਚ ਕੀ ਹੈ ਡਿਸਕਸ਼ਨ ਕਰ ਸਕਦੇ ਆ ਪਹਿਲੀ ਵਾਰ। ਜਿਹੜਾ ਜੁਡੀਸ਼ੀਅਲ ਰਿਵਿਊ ਹੈ ਤੁਹਾਨੂੰ ਮੈਂ ਦੱਸਿਆ ਸੀ, ਸਾਰੀ ਜਿੰਨੀ ਵੀ ਜੁਡੀਸ਼ਰੀ ਦਾ ਕੰਸੈਪਟ ਆ ਸਾਰਾ ਆਪਾਂ ਕਿੱਥੋਂ ਲੈ ਕੇ ਆਂਦਾ? USA ਤੋਂ ਲੈ ਕੇ ਆਂਦਾ, ਬਸ ਇੰਨਾ ਯਾਦ ਰੱਖ ਲਿਓ। ਕਹਿੰਦੇ ਜੀ ਇਸ ਤੋਂ ਬਾਅਦ ਗੱਲ ਕਰਦੇ ਆ ਰਾਈਟ ਆ ਜਿਹੜਾ ਕਨਸਟੀਟਿਊਸ਼ਨ ਦਾ ਟੂ ਸੀਕ ਦਾ ਓਪੀਨੀਅਨ ਸੁਪਰੀਮ ਕੋਰਟ। ਦੇਖੋ ਵੀ ਕੋਈ ਵੀ ਵਿਅਕਤੀ ਹੈ ਜਿਹੜਾ ਉਹ ਸੁਪਰੀਮ ਕੋਰਟ ਤੋਂ ਕੁਐਸਚਨ ਦਾ ਲਾ, ਦੇਖੋ ਇਹਦੇ ਵਿੱਚੋਂ ਕਹਿੰਦੇ ਰਾਸ਼ਟਰਪਤੀ ਸਾਹਿਬ ਕੀ ਕਰ ਸਕਦੇ ਆ? ਸੁਪਰੀਮ ਕੋਰਟ ਨੂੰ ਕਰ ਸਕਦੇ ਆ, ਕੁਐਸਚਨ ਕਰ ਸਕਦੇ ਆ ਕਿਸੇ ਵੀ ਮੈਟਰ ਨੂੰ ਲੈ ਕੇ। ਠੀਕ ਹੈ, ਤੇ ਜਿਹੜੀ ਸੁਪਰੀਮ ਕੋਰਟ ਆ ਇਹ ਸਲਾਹ ਦੇ ਸਕਦੀ ਹੈ ਕਿਹਨੂੰ? ਆਪਣੇ ਰਾਸ਼ਟਰਪਤੀ ਨੂੰ। ਠੀਕ ਹੈ, ਰਾਸ਼ਟਰਪਤੀ ਸਾਹਿਬ ਨੂੰ ਸਲਾਹ ਦੇ ਸਕਦੀ ਆ ਅੰਡਰ ਆਰਟੀਕਲ 143 ਦੇ ਤਹਿਤ। ਅਗਲਾ ਪ੍ਰਸ਼ਨ ਪੜੋ ਤੇ ਆਨਸਰ ਕਰਨ ਦੀ ਕੋਸ਼ਿਸ਼ ਕਰੋ। ਅਗਲਾ ਪ੍ਰਸ਼ਨ ਪੜੋ ਤੇ ਆਨਸਰ ਕਰੋ ਜੀ। ਹਾਂਜੀ, ਅਗਲਾ ਪ੍ਰਸ਼ਨ ਕੀ ਕਹਿ ਰਿਹਾ? ਦੇਖੋ ਅਗਲਾ ਪ੍ਰਸ਼ਨ ਇਹ ਕਹਿ ਰਿਹਾ ਕਿ ਇਹਨਾਂ ਵਿੱਚੋਂ ਕਿਹੜਾ ਸ਼ਡਿਊਲ ਆ? ਦੇਖੋ ਆਪਣੇ ਕੋਲ ਹੁਣ ਅੱਜ ਤੱਕ ਹੁਣ ਪ੍ਰੈਜ਼ੈਂਟ ਸ਼ਡਿਊਲ ਕਿੰਨੇ ਆ? 12 ਸ਼ਡਿਊਲ ਆ। ਠੀਕ ਹੈ, 12 ਸ਼ਡਿਊਲ ਆ। 12 ਸ਼ਡਿਊਲ ਦੇ ਵਿੱਚੋਂ 4 ਸ਼ਡਿਊਲ ਦੀ ਗੱਲ ਕਰ ਰਿਹਾ ਜੀ। 4 ਸ਼ਡਿਊਲ ਵਿੱਚੋਂ ਕਹਿੰਦੇ ਜੀ ਇਹਨਾਂ ਵਿੱਚੋਂ ਕਿਹੜਾ ਸ਼ਡਿਊਲ ਆ? ਜਿਹੜੀ ਚੌਥੀ ਅਨੁਸੂਚੀ ਬਾਰੇ ਦੱਸਦਾ, ਤਾਂ ਐਲੋਕੇਸ਼ਨ ਆਫ ਸੀਟ ਆਫ ਰਾਜ ਸਭਾ। ਰਾਜ ਸਭਾ ਦੇ ਵਿੱਚ ਜਿਹੜੀਆਂ ਸੀਟਾਂ ਇਹਨਾਂ ਦੀ ਵੰਡ ਕਿਵੇਂ ਕਿਸ ਤਰੀਕੇ ਦੀ ਹੋਊਗੀ, ਇਹ ਆਪਾਂ ਨੂੰ ਦੱਸਦਾ 4th ਸ਼ਡਿਊਲ। ਤੇ ਗੱਲ ਕਰਦੇ ਆ ਪੰਚਾਇਤੀ ਰਾਜ ਦੀ, ਜਿਹੜਾ ਪੰਚਾਇਤੀ ਰਾਜ ਸਿਸਟਮ ਆ ਇਹ ਇਹਦੇ ਬਾਰੇ ਦੱਸਿਆ ਹੋਇਆ ਆਪਾਂ ਨੂੰ ਕਿਹਦੇ ਵਿੱਚ? 11ਵੇਂ ਸ਼ਡਿਊਲ ਦੇ ਵਿੱਚ। ਨੈਕਸਟ ਗੱਲ ਕਰਦੇ ਆ 12ਵੇਂ ਸ਼ਡਿਊਲ ਦੀ। 12ਵੇਂ ਸ਼ਡਿਊਲ ਦੇ ਵਿੱਚ ਆਪਾਂ ਨੂੰ ਦੱਸਿਆ ਮਿਊਨਿਸਪੈਲਿਟੀਜ਼ ਬਾਰੇ। ਠੀਕ ਹੈ, ਆ ਸਾਰੇ ਇੰਪੋਰਟੈਂਟ ਪੁਆਇੰਟ ਨੇ, ਲੈ ਕੇ ਜਾਓ। ਆ ਜਾਓ ਹੁਣ ਮੈਥ ਦੀ ਕਾਲਮ ਆ। ਦੇਖੋ ਮੈਥ ਦੀ ਕਾਲਮ ਖੇਡਣ 'ਚ ਤਾਂ ਇੰਨਾ ਨਜ਼ਾਰਾ ਆਉਂਦਾ ਨਾ, ਤਾਂ ਉਹ ਵੀ ਮੈਂ ਤੁਹਾਨੂੰ ਐ ਚੁਟਕੀਆਂ ਨਾਲ ਸਿਖਾ ਦੂੰਗਾ। ਠੀਕ ਹੈ, ਦੇਖੋ ਆਪਾਂ ਨੂੰ ਕੁਛ ਨਾ ਕੁਛ ਤਾਂ ਆਉਣਾ ਚਾਹੀਦਾ, ਕੁਛ ਨਾ ਆਉਣ ਨਾਲੋਂ। ਕੁਐਸਚਨ ਕੀ ਕਹਿ ਰਿਹਾ? ਕਹਿੰਦਾ ਇਹਨਾਂ ਵਿੱਚੋਂ ਕਿਹੜਾ ਕਰੈਕਟਲੀ ਮੈਚ ਨਹੀਂ ਹੁੰਦਾ? ਆਰਟੀਕਲ 39A। ਦੇਖੋ 39A ਕੀ ਕਹਿੰਦਾ? ਕਹਿੰਦਾ ਇਕੁਅਲ ਜਸਟਿਸ ਫॉर ਐਂਡ ਲੀਗਲ ਏਡ। ਠੀਕ ਹੈ, ਹਰੇਕ ਬੰਦੇ ਨੂੰ ਕੀ ਆ ਵੀ ਬਰਾਬਰ ਨਿਆਂ ਦਾ ਤੇ ਹਰੇਕ ਬੰਦੇ ਨੂੰ ਸਲਾਹ ਦਾ ਅਧਿਕਾਰ ਆ। ਆਰਟੀਕਲ 40 ਕਹਿੰਦਾ ਜੀ ਪੰਚਾਇਤਾਂ ਬਾਰੇ, ਬਿਲਕੁਲ ਸਹੀ ਆ। ਆਰਟੀਕਲ 44 ਕੀ ਕਹਿੰਦਾ? ਯੂਨੀਫਾਰਮ ਸਿਵਲ ਕੋਡ ਬਾਰੇ ਵੀ। ਯੂਨੀਫਾਰਮ ਸਿਵਲ ਕੋਡ ਦਾ ਮਤਲਬ ਆ ਪੂਰੇ ਭਾਰਤ ਵਿੱਚ ਇੱਕ ਸਮਾਨ ਕਾਨੂੰਨ।
एक समान कानून का मतलब यह है भी हिंदुओं लिए भी सेम, मुसलमानों लिए भी सेम ते सिखां लिए भी सेम, जिन्नियां भी अपने कह सकते हैं भी कैटेगरीज आ सारियां लिए की सेम कानून है। नैक्सट गल करते हैं 48। देखो 48 ਆਪਾਂ ਨੂੰ ਦੱਸਦਾ ਵਾਈਲਡ ਲਾਈਫ ਸੈਂਚੁਰੀਜ਼ ਬਾਰੇ, ਠੀਕ ਹੈ ਵਾਈਲਡ ਲਾਈਫ ਬਾਰੇ ਦੱਸਦਾ, ਤਾਂ ਇਹ ਆਪਣਾ ਕਰੈਕਟ ਆਨਸਰ ਆ। ਇਹਨਾਂ ਨੇ ਪੁੱਛਿਆ ਸੀ ਕਿਹੜਾ ਮੇਨ ਨਹੀਂ ਖਾਂਦਾ, ਤਾਂ ਆਈ ਮੇਨ ਨਹੀਂ ਖਾਂਦਾ। 48 ਚ ਕੀ ਹੋਣਾ ਸੀ, ਵਾਈਲਡ ਲਾਈਫ ਸੈਂਚੁਰੀਜ਼ ਹੋਣਾ ਸੀ, ਠੀਕ ਹੈ ਤਾਂ ਇਹ ਆਨਸਰ ਆਪਣਾ ਸਹੀ ਹੈ ਜੋ ਕਿ DPSP ਦਾ ਪਾਰਟ ਹੈ। ਅਗਲਾ ਪ੍ਰਸ਼ਨ ਕਹਿੰਦੇ ਜੀ ਭਾਰਤੀ ਸੰਵਿਧਾਨ ਦੀ ਕਿਹੜੀ ਧਾਰਾ ਭਾਰਤੀ ਵਿਦੇਸ਼ ਨੀਤੀ ਨਾਲ ਵਿਦੇਸ਼ ਨੀਤੀ ਨਾਲ ਸੰਬੰਧ ਰੱਖਦੀ ਹੈ। ਤਾਂ ਧਿਆਨ ਰੱਖਿਓ, ਹੁਣੇ ਮੈਂ ਤੁਹਾਨੂੰ ਦੱਸਿਆ ਸੀ ਇੱਕ ਇੰਪੋਰਟੈਂਟ ਕਨਸਟੀਟਿਊਸ਼ਨ ਹੈ ਜਿਹੜਾ ਫੋਰਨ ਨਾਲ ਰਿਲੇਟ ਕਰਦਾ 51 ਆਰਟੀਕਲ 51, ਇਹ ਕਿਹਦੇ ਵਿੱਚ ਆਉਂਦਾ, ਤਾਂ ਧਿਆਨ ਰੱਖਿਓ DPSP ਦੇ ਵਿੱਚ ਆਉਂਦਾ, DPSP ਦੇ ਵਿੱਚ ਇਹ ਆਰਟੀਕਲ ਆਉਂਦਾ, ਠੀਕ ਹੈ। ਨੈਕਸਟ ਪੁਆਇੰਟ ਕਹਿੰਦੇ ਜੀ ਫੰਡਾਮੈਂਟਲ ਜਿਹੜੀਆਂ ਡਿਊਟੀਜ਼ ਆ ਇਹ ਇਨਕੋਰਪੋਰੇਟ ਕੀਤੀਆਂ ਗਈਆਂ ਆਪਣੇ ਸੰਵਿਧਾਨ ਦੇ ਵਿੱਚ ਕਿਹੜੀ ਕਮੇਟੀ ਸੀਗੀ, ਤਾਂ ਧਿਆਨ ਰੱਖਿਓ ਫੰਡਾਮੈਂਟਲ ਜਿਹੜੀਆਂ ਡਿਊਟੀਜ਼ ਆ ਇਹ ਇਹਨਾਂ ਨੂੰ ਆਪਣੇ ਸੰਵਿਧਾਨ ਦੇ ਵਿੱਚ ਐਡ ਕੀਤਾ ਗਿਆ 42ਵਾਂ ਸੰਸ਼ੋਧਨ 1976 ਦੇ ਤਹਿਤ ਇਹ ਐਡ ਕੀਤੀਆਂ ਗਈਆਂ। ਤੇ ਜਿੰਦੇ ਵਿੱਚੋਂ ਮੋਸਟ ਇੰਪੋਰਟੈਂਟ ਗੱਲ ਕਰਦੇ ਆ ਇਹਦੇ ਵਿੱਚ ਕਮੇਟੀ ਦਾ ਕਿਹੜੀ ਸੀ, ਸਰਦਾਰ ਸਵਰਨ ਸਿੰਘ ਕਮੇਟੀ ਇਹਦੇ ਨਾਲ ਰਿਲੇਟ ਕਰਦੀ ਹੈ। ਸ਼ੁਰੂ ਦੇ ਵਿੱਚ ਆਪਣੇ ਕੋਲ 10 ਫੰਡਾਮੈਂਟਲ ਰਾਈਟ ਸੀਗੀਆਂ, ਬਟ ਇੱਕ ਸੰਸ਼ੋਧਨ ਹੋਇਆ ਸੀ, ਇਹ ਸੀਗਾ 86ਵਾਂ ਅਮੈਂਡਮੈਂਟ ਐਕਟ 2003 ਦੇ ਵਿੱਚ ਸੰਸ਼ੋਧਨ ਹੋਇਆ ਸੀ, ਜਿੰਦੇ ਵਿੱਚ ਜਿਹੜੀ 11ਵੀਂ ਫੰਡਾਮੈਂਟਲ ਰਾਈਟ ਆ, ਫੰਡਾਮੈਂਟਲ ਡਿਊਟੀ ਆ ਉਹ ਐਡ ਕੀਤੀ ਗਈ ਸੀ ਵੀ ਮਾਪਿਆਂ ਦੇ ਬੱਚਿਆਂ ਮਾਪਿਆਂ ਦੀ ਜ਼ਿੰਮੇਵਾਰੀ ਆ ਉਹਨਾਂ ਦੇ ਬੱਚਿਆਂ ਪ੍ਰਤੀ ਵੀ ਉਹ ਆਪਣੇ ਬੱਚਿਆਂ ਨੂੰ ਸਕੂਲਾਂ ਤੱਕ ਛੱਡ ਕੇ ਆਉਣ, ਠੀਕ ਹੈ ਛੋਟੇ ਬੱਚਿਆਂ ਨੂੰ ਸਕੂਲਾਂ ਤੱਕ ਛੱਡ ਕੇ ਆਉਣ। ਤਾਂ ਇਹ ਸਾਰੀਆਂ ਇੰਪੋਰਟੈਂਟ ਪੁਆਇੰਟ ਹੈ, ਇਹ ਫੰਡਾਮੈਂਟਲ ਡਿਊਟੀ ਨਾਲ ਰਿਲੇਟ ਕਰਦੇ ਆ। ਚਲੋ ਜੀ ਅੱਗੇ ਨੈਕਸਟ ਕੁਐਸਚਨ ਕਹਿੰਦੇ ਜੀ ਪ੍ਰੈਜ਼ੀਡੈਂਟ ਆਫ ਇੰਡੀਆ ਇਜ਼ ਇਲੈਕਟਡ ਬਾਈ, ਰਾਸ਼ਟਰਪਤੀ ਦੀ ਜਿਹੜੀ ਚੋਣ ਆ ਉਹ ਕਿੱਥੇ ਹੁੰਦੀ ਆ, ਕਹਿੰਦੇ ਜੀ ਓਨਲੀ ਮੈਂਬਰ ਆਫ ਰਾਜ ਸਭਾ, ਸਿਰਫ ਰਾਜ ਸਭਾ ਦੇ ਮੈਂਬਰ, ਨਹੀਂ ਜੀ ਬਿਲਕੁਲ ਗਲਤ। ਓਨਲੀ ਮੈਂਬਰ ਆਫ ਲੋਕ ਸਭਾ, ਕੱਲੇ ਲੋਕ ਸਭਾ ਦੇ ਮੈਂਬਰ, ਬਿਲਕੁਲ ਗਲਤ। ਕਹਿੰਦੇ ਓਨਲੀ, ਜਿੱਥੇ ਓਨਲੀ ਵਰਡ ਆ ਨਾ ਜ਼ਿਆਦਾਤਰ ਉਹ ਤੁਸੀਂ ਧਿਆਨ ਰੱਖਿਓ ਗਲਤ ਹੁੰਦਾ। ਓਨਲੀ ਬਾਈ ਦਾ ਮੈਂਬਰ ਆਫ ਸਟੇਟ ਲੈਜਿਸਲੇਟਿਵ ਅਸੈਂਬਲੀ, ਕੱਲੇ ਸਿਰਫ ਸਟੇਟ ਲੈਜਿਸਲੇਟਿਵ ਜਿਵੇਂ ਮੰਨ ਲਓ MLA ਕਰ ਦਿੰਦੇ ਕੱਲੇ, ਨਹੀਂ ਯਾਰ ਇਹ ਕਿਹਦੇ ਨਾਲ ਹੁੰਦੀ ਆ, ਬਾਈ ਇਲੈਕਟਡ ਮੈਂਬਰ, ਜਿੰਨੇ ਵੀ ਇਲੈਕਟਡ ਮੈਂਬਰ ਹੋਣ ਚਾਹੇ ਉਹ ਰਾਜ ਸਭਾ ਦੇ ਹੋਣ ਚਾਹੇ ਲੋਕ ਸਭਾ ਦੇ ਹੋਣ ਚਾਹੇ ਉਹ ਸਟੇਟ ਲੈਜਿਸਲੇਟਿਵ ਅਸੈਂਬਲੀ ਚਾਹੇ ਜੋਨ MLA ਹੋਣ ਜਿੰਨੇ ਵੀ ਆ, ਠੀਕ ਹੈ MP ਜਿੰਨੇ ਵੀ ਆ ਜਿਹੜੇ ਇਲੈਕਟਡ ਹੋਣ, ਧਿਆਨ ਰੱਖਿਓ ਇਲੈਕਟਡ ਯਾਨੀ ਕਿ ਜਿਹੜੇ ਵੋਟਾਂ ਪਾ ਕੇ ਆਏ, ਉਹਨਾਂ ਸਾਰਿਆਂ ਦੀ ਜ਼ਿੰਮੇਵਾਰੀ ਆ ਰਾਸ਼ਟਰਪਤੀ ਦੇ ਇਲੈਕਸ਼ਨ ਵਿੱਚ ਵੋਟ ਪਾਉਣ ਦਾ ਅਧਿਕਾਰ ਉਹਨਾਂ ਕੋਲ ਹੁੰਦਾ, ਠੀਕ ਹੈ ਆਪਣੇ ਆਮ ਜਨਤਾ ਕੋਲ ਨਹੀਂ ਹੁੰਦਾ, ਆਪਣੇ ਚੁਣੇ ਹੋਏ ਨੁਮਾਇੰਦੇ ਆ ਜਿਹੜੇ ਉਹ ਇਲੈਕਸ਼ਨ ਕਰਵਾ ਸਕਦੇ ਆ, ਠੀਕ ਹੈ ਜੀ। ਨੈਕਸਟ ਪੁਆਇੰਟ ਅਗਲਾ ਪ੍ਰਸ਼ਨ ਕੀ ਕਹਿ ਰਿਹਾ, ਕਹਿੰਦਾ ਜੀ ਇਹਨਾਂ ਵਿੱਚੋਂ ਪ੍ਰੈਜ਼ੀਡੈਂਟ ਆ ਜਿਹੜਾ ਉਹ ਐਡਰੈਸ ਕਰਦਾ ਇੰਡੀਆ ਨੂੰ ਹਿਜ਼ ਰਿਕਗਨਾਈਜੇਸ਼ਨ, ਭਾਰਤ ਦੇ ਰਾਸ਼ਟਰਪਤੀ ਆਪਣੇ ਅਸਤੀਫਾ, ਅੱਛਾ ਕਹਿੰਦੇ ਜੀ ਜਿਹੜੇ ਪ੍ਰੈਜ਼ੀਡੈਂਟ ਆਫ ਇੰਡੀਆ ਆਪਦਾ ਅਸਤੀਫਾ ਕਿਹਨੂੰ ਦੇਣਗੇ, ਮੈਂ ਤੁਹਾਨੂੰ ਦੱਸਿਆ ਸੀ ਜਿਵੇਂ ਪ੍ਰੈਜ਼ੀਡੈਂਟ ਆਫ ਇੰਡੀਆ ਇਹ ਆਪਦਾ ਅਸਤੀਫਾ ਕਿਹਨੂੰ ਦੇਣਗੇ, ਵਾਈਸ ਪ੍ਰੈਜ਼ੀਡੈਂਟ, ਕਿਹਨੂੰ ਦੇਣਗੇ ਵਾਈਸ ਪ੍ਰੈਜ਼ੀਡੈਂਟ ਨੂੰ, ਜੇਕਰ ਵਾਈਸ ਪ੍ਰੈਜ਼ੀਡੈਂਟ ਨੇ ਅਸਤੀਫਾ ਦੇਣਾ ਤਾਂ ਕਿਹਨੂੰ ਦੇਊਗਾ, ਪ੍ਰੈਜ਼ੀਡੈਂਟ ਆਫ ਇੰਡੀਆ ਨੂੰ। ਇਸੇ ਤਰੀਕੇ ਨਾਲ ਸਪੀਕਰ ਦਾ ਰੌਲਾ ਸੀ, ਸਪੀਕਰ ਨੇ ਆਪਦਾ ਅਸਤੀਫਾ ਦੇਣਾ ਕਿਹਨੂੰ ਦੇਣਾ ਸੀ, ਡਿਪਟੀ ਸਪੀਕਰ ਨੂੰ, ਜਿਹਨੂੰ ਆਪਾਂ ਡਿਪਟੀ ਸਪੀਕਰ ਬੋਲਦੇ ਆ, ਜੇਕਰ ਡਿਪਟੀ ਸਪੀਕਰ ਨੇ ਆਪਦਾ ਅਸਤੀਫਾ ਦੇਣਾ ਤਾਂ ਕਿਹਨੂੰ ਦੇਊਗਾ, ਮੇਨ ਮੁੱਖ ਸਪੀਕਰ ਨੂੰ, ਠੀਕ ਹੈ ਤਾਂ ਧਿਆਨ ਰੱਖਿਓ ਹੁਣ ਇਹਦਾ ਆਨਸਰ ਕੀ ਹੈ, ਡਿਪਟੀ ਸਪੀਕਰ ਲੱਭੋ, ਸੌਰੀ ਵਾਈਸ ਪ੍ਰੈਜ਼ੀਡੈਂਟ ਲੱਭੋ ਜੀ, ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਆ ਪਿਆ ਜੀ, ਠੀਕ ਹੈ ਚੱਲਦੇ ਹਾਂ ਨੈਕਸਟ ਪ੍ਰਸ਼ਨ ਤੇ। ਨੈਕਸਟ ਪ੍ਰਸ਼ਨ ਕੀ ਆ ਜਾਏ, ਨੈਕਸਟ ਪ੍ਰਸ਼ਨ ਅਗਲਾ ਪ੍ਰਸ਼ਨ ਕਹਿੰਦੇ ਜੀ ਡਿਸਪਿਊਟ ਆਰ ਰਿਲੇਟਿੰਗ ਟੂ ਦਾ ਇਲੈਕਸ਼ਨ ਆਫ ਪ੍ਰੈਜ਼ੀਡੈਂਟ, ਕਹਿੰਦੇ ਜੀ ਝਗੜਾ ਹੋ ਗਿਆ ਰਾਸ਼ਟਰਪਤੀ ਇਲੈਕਸ਼ਨ ਦੇ ਵਿੱਚ, ਹੁਣ ਇਹ ਝਗੜੇ ਦਾ ਨਿਪਟਾਰਾ ਕੌਣ ਕਰੂਗਾ, ਤਾਂ ਧਿਆਨ ਰੱਖਿਓ ਜਿਹੜੇ ਜੇਕਰ ਕੋਈ ਵੀ ਡਿਸਪਿਊਟ ਹੁੰਦਾ ਝਗੜਾ ਹੁੰਦਾ ਰਾਸ਼ਟਰਪਤੀ ਦੀਆਂ ਚੋਣਾਂ ਦੇ ਵਿੱਚ ਤਾਂ ਇਹਨਾਂ ਦੀ ਜਿਹੜੀ ਸਿੱਧੀ ਸੁਣਵਾਈ ਹੈ ਕਿਹਦੇ ਦੁਆਰਾ ਕੀਤੀ ਜਾਊਗੀ, ਸੁਪਰੀਮ ਕੋਰਟ ਆ ਜਿਹੜੀ ਉਹ ਕੀ ਕਰੂਗੀ, ਸਿੱਧੀ ਸੁਣਵਾਈ ਕਰੂਗੀ, ਠੀਕ ਹੈ ਸੁਪਰੀਮ ਕੋਰਟ ਆਪਣਾ ਕੀ ਆ ਕਰੈਕਟ ਉੱਤਰ ਆਊਗਾ। ਧਿਆਨ ਰੱਖਿਓ ਕਿਹੜਾ ਜੀ ਅਕੋਰਡਿੰਗ ਟੂ ਆਰਟੀਕਲ 71 ਦੇ ਤਹਿਤ ਕੀ ਹੈ ਜੀ ਕਨਸਟੀਟਿਊਸ਼ਨ ਦੇ ਵਿੱਚ ਜਿੰਨੇ ਵੀ ਡਿਸਪਿਊਟ ਆ ਝਗੜੇ ਨਿਪਟਾਰੇ ਆ ਇਹ ਸਾਰੇ ਕਿੰਨੇ ਡਿਕਲੇਅਰ ਕੀਤੇ ਜਾਣਗੇ ਬਾਈ ਦਾ ਸੁਪਰੀਮ ਕੋਰਟ, ਠੀਕ ਹੈ ਸੁਪਰੀਮ ਕੋਰਟ ਕਰੇਗੀ। ਨੈਕਸਟ ਕੁਐਸਚਨ ਕੀ ਕਹਿ ਰਿਹਾ, ਕਹਿੰਦੇ ਜੀ ਇਹਨਾਂ ਵਿੱਚੋਂ ਕਿਹੜਾ ਆਰਟੀਕਲ ਆ ਜਿਹੜਾ ਦੱਸਦਾ ਇੰਡੀਅਨ ਕਨਸਟੀਟਿਊਸ਼ਨ ਇੰਪਾਵਰ ਦਾ ਪ੍ਰੈਜ਼ੀਡੈਂਟ ਟੂ ਕੰਸਲਟ ਦਾ ਸੁਪਰੀਮ ਕੋਰਟ, ਕਹਿੰਦੇ ਜੀ ਜਿਹੜਾ ਸੁਪਰੀਮ ਕੋਰਟ ਆ ਉਹ ਸਲਾਹ ਦੇ ਸਕਦਾ ਕਿਹਨੂੰ, ਪ੍ਰੈਜ਼ੀਡੈਂਟ ਆਫ ਇੰਡੀਆ ਨੂੰ, ਜਾਂ ਜਿਹੜਾ ਪ੍ਰੈਜ਼ੀਡੈਂਟ ਆਫ ਇੰਡੀਆ ਇਹ ਸਲਾਹ ਲੈ ਸਕਦਾ ਕਿਹਦੇ ਤੋਂ, ਸੁਪਰੀਮ ਕੋਰਟ ਤੋਂ, ਠੀਕ ਹੈ ਦੋਨੇ ਕੇਸ ਦੇ ਵਿੱਚ ਕੀ ਹੋਊਗਾ ਸਲਾਹ ਲੈ ਸਕਦਾ ਸੁਪਰੀਮ ਕੋਰਟ ਤੋਂ। ਆਰਟੀਕਲ ਕਿਹੜਾ ਤਾਂ ਤੁਹਾਨੂੰ ਸਭ ਨੂੰ ਪਤਾ ਹੋਊਗਾ 143 ਆਈ ਲਵ ਯੂ ਆਰਟੀਕਲ, ਠੀਕ ਹੈ ਆਈ ਲਵ ਯੂ ਆਰਟੀਕਲ ਵੀ ਬੋਲ ਦਿੰਦੇ ਆ, ਠੀਕ ਹੈ ਨੂੰ ਆਰਟੀਕਲ 32 ਵੀ ਸਭ ਨੂੰ ਪਤਾ, ਇਹਦੇ ਤਹਿਤ ਸੁਪਰੀਮ ਕੋਰਟ ਰਿਟਾਂ ਜਾਰੀ ਕਰਦੀ ਹੈ। ਨੈਕਸਟ ਪ੍ਰਸ਼ਨ ਅਗਲਾ ਪ੍ਰਸ਼ਨ ਕੀ ਕਹਿੰਦਾ, ਕਹਿੰਦੇ ਜੀ ਵਿਚ ਆਫ ਵਨ ਆਫ ਦਾ ਫੋਲੋਇੰਗ ਇਜ਼ ਨਾਟ ਅਪਾਇੰਟਡ ਬਾਈ ਦਾ ਪ੍ਰੈਜ਼ੀਡੈਂਟ ਆਫ ਇੰਡੀਆ, ਇਹਨਾਂ ਵਿੱਚੋਂ ਰਾਸ਼ਟਰਪਤੀ ਕਿੰਦੀ ਚੋਣ ਨਹੀਂ ਕਰਦਾ, ਠੀਕ ਹੈ ਕਿੰਦੀ ਚੋਣ ਨਹੀਂ ਕਰਦਾ, ਪ੍ਰਸ਼ਨ ਤੁਹਾਡੇ ਸਾਹਮਣੇ ਆ ਜੀ, ਵਾਈਸ ਪ੍ਰੈਜ਼ੀਡੈਂਟ ਦੀ, ਪ੍ਰਧਾਨ ਮੰਤਰੀ ਦੀ, ਗਵਰਨਰ ਦੀ,
ਇਲੈਕਸ਼ਨ ਕਮਿਸ਼ਨ ਚੀਫ ਇਲੈਕਸ਼ਨ ਕਮਿਸ਼ਨ ਦੀ। ਕਹਿੰਦੇ ਜੀ ਜਿਹੜਾ ਰਾਸ਼ਟਰਪਤੀ ਆ ਇਹ ਕਿਹਨੂੰ ਨਿਯੁਕਤ ਨਹੀਂ ਕਰਦਾ, ਵਾਈਸ ਪ੍ਰੈਜ਼ੀਡੈਂਟ ਨੂੰ, ਪ੍ਰਧਾਨ ਮੰਤਰੀ ਨੂੰ, ਗਵਰਨਰ ਨੂੰ ਕਿ ਚੀਫ ਇਲੈਕਸ਼ਨ ਕਮਿਸ਼ਨਰ ਨੂੰ। ਤਾਂ ਧਿਆਨ ਰੱਖਿਓ ਜਿਹੜਾ ਵਾਈਸ ਪ੍ਰੈਜ਼ੀਡੈਂਟ ਆ ਇਹ ਰਾਜ ਸਭਾ ਦਾ ਕੀ ਹੁੰਦਾ, ਰਾਜ ਸਭਾ ਦਾ ਚੇਅਰਮੈਨ ਹੁੰਦਾ, ਰਾਜ ਸਭਾ ਦਾ ਕੀ ਹੁੰਦਾ, ਚੇਅਰਮੈਨ ਹੁੰਦਾ। ਸੋ ਇਹਦੀ ਜਿਹੜੀ ਨਿਯੁਕਤੀ ਆ ਇਹ ਰਾਜ ਸਭਾ ਦੇ ਮੈਂਬਰਾਂ ਦੁਆਰਾ ਕੀਤੀ ਜਾਂਦੀ ਹੈ। ਕਿਹਦੇ ਦੁਆਰਾ ਕੀਤੀ ਜਾਂਦੀ ਆ, ਰਾਜ ਸਭਾ ਦੇ ਮੈਂਬਰਾਂ। ਕਿਹੜੇ ਤਹਿਤ, ਆਰਟੀਕਲ 66 ਤਹਿਤ। The vice president is not appointed by the president, ਕਿਉਂ, ਕਿਉਂਕਿ he is elected by the manner provided the 66 66 ਦੇ ਤਹਿਤ ਜਿੰਨੇ ਵੀ ਹੁੰਦੇ ਆ ਆਪਣੇ ਰਾਜ ਸਭਾ ਦੇ ਜਿਹੜੇ ਮੈਂਬਰ ਹੁੰਦੇ ਆ ਉਹ ਇਹਦੀ ਕੀ ਕਰਦੇ ਆ, ਚੋਣ ਕਰਦੇ ਆ। ਸਾਰੇ ਇੰਪੋਰਟੈਂਟ ਕੁਐਸਚਨ ਨੇ, ਇੰਪੋਰਟੈਂਟ ਪੁਆਇੰਟ ਨਾਲ ਲੈ ਕੇ ਜਾਇਆ, ਠੀਕ ਹੈ। ਚਲੋ ਅਗਲਾ ਪ੍ਰਸ਼ਨ ਪੜੋ ਤੇ ਜਲਦੀ ਜਲਦੀ ਆਨਸਰ ਕਰੋ। ਅਗਲਾ ਪ੍ਰਸ਼ਨ ਪੜੋ ਤੇ ਜਲਦੀ ਜਲਦੀ ਆਨਸਰ ਕਰ ਦਿਓ, ਜਲਦੀ ਜਲਦੀ ਆਨਸਰ ਕਰ ਦਿਓ, ਜਲਦੀ ਜਲਦੀ ਸਭ ਦਾ ਆਨਸਰ ਹੋਣਾ ਚਾਹੀਦਾ, ਠੀਕ ਹੈ। ਅਗਲਾ ਪ੍ਰਸ਼ਨ ਕੀ ਕਹਿ ਰਿਹਾ, ਕਹਿੰਦੇ ਜੀ ਸੁਪਰੀਮ ਕੋਰਟ ਦਾ ਜਿਹੜਾ ਜੱਜ ਆ ਉਹਨੂੰ ਕੌਣ ਹਟਾ ਸਕਦਾ, ਸੁਪਰੀਮ ਕੋਰਟ ਦੇ ਜੱਜ ਨੂੰ ਕੌਣ ਹਟਾ ਸਕਦਾ। ਤਾਂ ਧਿਆਨ ਰੱਖਿਓ ਸੁਪਰੀਮ ਕੋਰਟ ਦੇ ਜੱਜ ਨੂੰ ਇੱਕ ਸਭ ਤੋਂ ਪਹਿਲਾਂ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਜਾਊਗਾ, ਮਤਾ ਪਾਸ ਕੀਤਾ ਜਾਊਗਾ। ਮਤਾ ਕਿੱਥੇ ਪਾਸ ਹੋਊਗਾ, ਇਹ ਮਤਾ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਭੇਜਿਆ ਜਾਊਗਾ। ਲੋਕ ਸਭਾ ਤੇ ਰਾਜ ਸਭਾ ਕੀ ਕਰਨੀ ਹੈ, ਇਸ ਸੈਸ਼ਨ ਤੇ ਬਹਿਸ ਕਰਨੀ ਹੈ, ਫਿਰ ਕੀ ਹੈ ਜਿਹੜਾ ਇਸ ਤਰੀਕੇ ਨਾਲ ਸੁਪਰੀਮ ਕੋਰਟ ਦਾ ਜਿਹੜਾ ਜੱਜ ਹਟਾਇਆ ਜਾਊਗਾ। ਕੌਣ ਕਰ ਸਕਦਾ, ਧਿਆਨ ਰੱਖਿਓ ਇਹਨੂੰ ਹਟਾਊਗਾ ਕੌਣ, ਪ੍ਰੈਜ਼ੀਡੈਂਟ ਹੋਊਗਾ। ਹਟਾਊਗਾ ਕਦੋਂ, ਜਦੋਂ ਕਿ ਇਹ ਦੋਨੇ ਹਾਊਸਾਂ ਵਿੱਚ ਬਿੱਲ ਪਾਸ ਹੋ ਜਾਊਗਾ, ਮਤਾ ਰੈਜ਼ੋਲੂਸ਼ਨ ਹੈ ਜਿਹੜਾ ਪਾਸ ਹੋ ਜਾਊਗਾ ਉਦੋਂ। ਨੈਕਸਟ ਪ੍ਰਸ਼ਨ ਕਹਿੰਦੇ ਜੀ ਇੰਡੀਅਨ ਲੈਜਿਸਲੇਟਿਵ ਆ ਜਿਹੜੀ ਇਹ ਬਾਈ ਕੈਮਰਲ ਆ। ਬਾਈ ਕੈਮਰਲ ਮਤਲਬ ਹੁੰਦਾ ਦੋ ਸਦਨੀ, ਠੀਕ ਹੈ, ਦੋ ਸਦਨ ਨਾਲ ਲਿਖਿਆ ਹੋਇਆ, ਦੋ ਸਦਨੀ। ਇਹ ਪਹਿਲੀ ਟਾਈਮ ਫਸਟ ਟਾਈਮ ਆ ਜਿਹੜਾ ਇਹ ਸਭ ਤੋਂ ਪਹਿਲਾਂ ਜਿਹੜਾ ਬਾਈ ਕੈਮਰਲ ਦਾ ਕੰਸੈਪਟ ਕਦੋਂ ਨਿਕਲ ਕੇ ਆਇਆ ਸੀ। ਤਾਂ ਧਿਆਨ ਰੱਖਿਓ ਜਿਹੜਾ ਸਭ ਤੋਂ ਪਹਿਲਾਂ ਬਾਈ ਕੈਮਰਲ ਦਾ ਕੰਸੈਪਟ ਨਿਕਲ ਕੇ ਆਇਆ ਸੀ ਇਹ ਆਇਆ ਸੀ ਗਵਰਨਮੈਂਟ ਆਫ ਇੰਡੀਆ ਐਕਟ 1919 ਵਿੱਚ ਨਿਕਲ ਕੇ। ਬਾਈ ਕੈਮਰਲ ਦੋ ਸਦਨੀ ਡਾਇਰੈਕਟ ਜਿਹਨੂੰ ਬੋਲ ਦਿੰਦੇ ਆ, ਸਭ ਤੋਂ ਪਹਿਲਾਂ ਇੱਥੋਂ ਨਿਕਲ ਕੇ ਆਈ ਸੀ, ਮੌਂਟੇਕ ਚੈਮਸਫੋਰਡ ਰਿਫਾਰਮ। ਚਲੋ ਅਗਲਾ ਪ੍ਰਸ਼ਨ, ਅਗਲਾ ਪ੍ਰਸ਼ਨ ਪੜੋ। ਕਹਿੰਦੇ ਹੇਠ ਲਿਖੇ ਵਿਅਕਤੀਆਂ ਵਿੱਚੋਂ ਕੌਣ ਕੈਬਨਿਟ ਮਿਸ਼ਨ ਦਾ ਮੈਂਬਰ ਨਹੀਂ ਹੈ। ਇਹਨਾਂ ਵਿੱਚੋਂ ਕਿਹੜਾ ਬੰਦਾ ਕੈਬਨਿਟ ਮਿਸ਼ਨ ਦਾ ਮੈਂਬਰ ਨਹੀਂ ਸੀ। ਤਾਂ ਧਿਆਨ ਰੱਖਿਓ ਕੈਬਨਿਟ ਮਿਸ਼ਨ ਪਲਾਨ ਆ ਜਿਹੜਾ ਇਹ 1946 ਦੇ ਵਿੱਚ ਭਾਰਤ ਚ ਆਇਆ ਸੀ, ਠੀਕ ਹੈ, ਕੈਬਨਿਟ ਮਿਸ਼ਨ ਪਲਾਨ, ਠੀਕ ਹੈ। ਇਹਦਾ ਜਿਹੜਾ ਹੈਡ ਕੌਣ ਸੀਗਾ, ਪੈਥਿਕ ਲਾਰੈਂਸ ਸੀਗਾ ਹੈਡ, ਠੀਕ ਹੈ। ਕੈਬਨਿਟ ਮਿਸ਼ਨ ਪਲਾਨ ਦਾ ਹੈਡ ਕੌਣ ਸੀਗਾ, ਪੈਥਿਕ ਲਾਰੈਂਸ, ਜਿਹਦੇ ਵਿੱਚ ਦੂਜੇ ਮੈਂਬਰ ਸੀਗੇ ਸਟੈਫਰਡ ਕ੍ਰਿਪਸ, ਏਬੀ ਅਲੈਗਜ਼ੈਂਡਰ। ਕਿਹੜਾ ਮੈਂਬਰ ਨਹੀਂ ਹੈਗਾ ਸੀ, ਵਿਲੀਅਮ ਵੁੱਡ, ਇਹਦਾ ਜਿਹੜਾ ਆਨਸਰ ਕਰੈਕਟ ਆ ਇਹ ਮੈਂਬਰ ਨਹੀਂ ਸੀਗਾ। ਇਹ ਕਰਨ ਕੀ ਆਇਆ ਸੀ, ਕ੍ਰਿਪਸ ਮਿਸ਼ਨ ਕਾਹਤੋਂ ਆਇਆ ਸੀ, ਕੈਬਨਿਟ ਮਿਸ਼ਨ ਪਲਾਨ ਕਾਹਤੋਂ ਆਇਆ ਸੀ। ਧਿਆਨ ਰੱਖਿਓ ਕੈਬਨਿਟ ਮਿਸ਼ਨ ਪਲਾਨ ਆਇਆ ਸੀ ਕਿ ਭਾਰਤ ਵਾਸਤੇ ਕੀ ਇਹਨਾਂ ਨੇ ਕੈਬਨਿਟ ਤਿਆਰ ਕਰਕੇ ਦੇਣੀ ਆ ਕਿ ਕਿਹੜਾ ਮੰਤਰੀ ਆ ਜਿਹੜਾ ਉਹ ਕਿੱਧਰ ਨਿਕਲ ਕੇ ਆਊਗਾ, ਠੀਕ ਹੈ, ਕਿਹੜਾ ਮੰਤਰੀ ਕਿੱਧਰ ਨਿਕਲ ਕੇ ਆਊਗਾ, ਇਹ ਆਨਸਰ ਆਪਣਾ ਕਰੈਕਟ ਹੈ। ਨੈਕਸਟ ਪ੍ਰਸ਼ਨ, ਜ਼ਿੰਦਗੀ ਦੇ ਵਿੱਚ ਨਾ ਬਹੁਤ ਤੁਹਾਨੂੰ ਕੀ ਆ ਵੀ ਮੈਂ ਕਹਿਣਾ ਚਾਹ ਰਿਹਾ ਸੀ ਵੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਲਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ। ਵੀ ਜ਼ਿੰਦਗੀ ਆਪਣੀ ਇੱਕ ਪਟੜੀ ਤੇ ਤੁਰੀ ਜਾ ਰਹੀ ਹੈ, ਉਹਦੇ ਵਿੱਚ ਤੁਰੀ ਜਾਂਦੀ ਉਹ ਕੀ ਇੱਕੋਦਮ ਲੈ ਜਾਂਦੀ ਹੈ ਪਟੜੀ ਤੋਂ, ਠੀਕ ਹੈ। ਤਾਂ ਬਸ ਤੁਸੀਂ ਉਸ ਘੜੀ ਦਾ ਵਕਤ ਦਾ ਇੰਤਜ਼ਾਰ ਕਰਨਾ, ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਹੁੰਦਾ, ਟਰਨਿੰਗ ਪੁਆਇੰਟ ਹੁੰਦਾ, ਠੀਕ ਹੈ। ਟਰਨਿੰਗ ਪੁਆਇੰਟ ਹੁੰਦਾ ਜਾਂ ਤਾਂ ਬੰਦਾ ਡਿੱਗ ਕੇ ਸਿੱਖਦਾ, ਇੱਕ ਹੁੰਦਾ ਬੰਦਾ ਡਿੱਗ ਕੇ ਸਿੱਖਦਾ ਤੇ ਇੱਕ ਬੰਦਾ ਹੁੰਦਾ ਸਿਆਣਾ ਜਿਹੜਾ ਪਹਿਲੇ ਸਿੱਖ ਲੈਂਦਾ, ਠੀਕ ਹੈ। ਹੁਣ ਤੁਸੀਂ ਇਹ ਸੋਚ ਲਓ ਤੁਸੀਂ ਡਿੱਗ ਕੇ ਸਿੱਖਣਾ ਕਿ ਤੁਸੀਂ ਪਹਿਲੇ ਸਿੱਖ ਲੈਣਾ। ਵੀ ਤੁਹਾਨੂੰ ਜ਼ਿੰਦਗੀ ਚੋਟ ਮਾਰੇ ਉਦੋਂ ਤੁਸੀਂ ਜ਼ਿੰਦਗੀ ਸੰਭਾਲਣੀ ਹੈ ਕਿ ਪਹਿਲਾਂ ਹੀ ਤੁਸੀਂ ਜ਼ਿੰਦਗੀ ਸੰਭਾਲ ਲਓ ਵੀ ਜੇ ਅਗਰ ਚੋਟ ਵੱਜ ਵੀ ਗਈ ਤਾਂ ਉਹਦਾ ਸਾਡੀ ਜ਼ਿੰਦਗੀ ਤੇ ਕੋਈ ਇੰਪੈਕਟ ਨਹੀਂ ਪਊਗਾ, ਠੀਕ ਹੈ। ਤਾਂ ਤੁਸੀਂ ਇੱਕ ਗੱਲ ਧਿਆਨ ਰੱਖਣੀ ਆ, ਬਸ ਜ਼ਿੰਦਗੀ ਵਿੱਚ ਸਿਰਫ ਮਿਹਨਤ ਕਰਨੀ ਆ। ਮਿਹਨਤ ਕਿਹੜੀ ਡਾਇਰੈਕਸ਼ਨ ਵੱਲ ਕਰਨੀ ਆ, ਸਿੱਧੀ ਡਾਇਰੈਕਸ਼ਨ ਵੱਲ ਕਰਨੀ ਆ। ਮੈਂ ਨਹੀਂ ਕਹਿੰਦਾ ਵੀ ਤੁਸੀਂ ਘੁੰਮੋ ਨਾ ਫਿਰੋ ਨਾ ਪੜ੍ਹਾਈ ਕਰੀ ਜਾਓ, ਘੁੰਮੋ ਫਿਰੋ ਪੜ੍ਹਾਈ ਕਰੋ, ਬਟ ਜਿਹੜੀ ਕੁਝ ਵੀ ਕਰਨਾ ਉਹਦੇ ਵਿੱਚ ਜਿਹੜੀ ਆਪਣੀ ਸਟੱਡੀ ਆ, ਸਟੱਡੀ ਨੂੰ ਇੱਕ ਵੱਖਰਾ ਟਾਈਮ ਦਿਓ, ਠੀਕ ਹੈ। ਇੱਕ ਵੱਖਰਾ ਟਾਈਮ ਸਟੱਡੀ ਲਓ, ਉਸ ਸਮੇਂ ਤੁਹਾਡੀ ਜਿਹੜੀ ਆਸ-ਪਾਸ ਡਿਸਟਰੈਕਸ਼ਨ ਆ ਇਹ ਜਮਾ ਨਹੀਂ ਹੋਣੀ ਚਾਹੀਦੀ। ਫੋਨ ਆ, ਕੰਪਿਊਟਰ ਆ, ਲੈਪਟਾਪ ਆ, ਕਦੇ ਕੋਈ ਚੀਜ਼ ਨਹੀਂ ਹੋਣੀ ਚਾਹੀਦੀ। ਬਸ ਜ਼ਿੰਦਗੀ 'ਚ ਪੜ੍ਹਾਈ ਨੂੰ ਮੇਨ ਮੋਟਿਵ ਰੱਖ ਲਓ ਇੱਕ ਵਾਰੀ, ਠੀਕ ਹੈ। ਤਾਂ ਧਿਆਨ ਰੱਖਣਾ ਇਸ ਚੀਜ਼ਾਂ ਦਾ। ਅਗਲਾ ਪ੍ਰਸ਼ਨ, ਨੈਕਸਟ ਪੁਆਇੰਟ ਕੀ ਹੈ, ਕਹਿੰਦਾ ਜੀ ਫਸਟ ਡੇ ਆਫ ਸੈਸ਼ਨ ਆਫ ਇੰਡੀਅਨ ਨੈਸ਼ਨਲ ਕਨਸਟੀਟਿਊਸ਼ਨ ਅਸੈਂਬਲੀ ਵਾਸਤੇ। ਕਹਿੰਦੇ ਦੇਖੋ ਇੰਡੀਅਨ ਜਿਹੜੀ ਆਪਣੀ ਕਨਸਟੀਟਿਊਸ਼ਨ ਅਸੈਂਬਲੀ ਆ, ਕਨਸਟੀਟਿਊਸ਼ਨ ਅਸੈਂਬਲੀ ਆ ਜਿਹੜੀ ਇਹ ਪਹਿਲੀ ਵਾਰ ਜਿਹੜੀ ਬਣ ਕੇ 9 ਦਸੰਬਰ ਨੂੰ ਤਿਆਰ ਹੋ ਗਈ ਸੀ, 9 ਦਸੰਬਰ, ਠੀਕ ਹੈ। 9 ਦਸੰਬਰ 1946 ਨੂੰ ਕੀ ਹੈ ਇਹਦਾ ਜਿਹੜਾ ਫਸਟ ਸੈਸ਼ਨ ਆ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲਿਆ ਸੀ। ਤੇ ਇਹਦੇ ਜਿਹੜੇ ਪਹਿਲੇ ਪ੍ਰਧਾਨ ਉਹ ਕਿਹਨੂੰ ਬਣਾ ਦਿੱਤਾ ਗਿਆ ਸੀ, ਸਭ ਤੋਂ ਬਜ਼ੁਰਗ ਬੰਦੇ ਸੀ, ਕੌਣ ਸੀ, ਡਾਕਟਰ ਸਤਿਆਨੰਦ ਸਿਨਹਾ। ਸਭ ਤੋਂ ਫਸਟ ਪ੍ਰਧਾਨ ਬਣੇ ਸੀਗੇ 9 ਤਰੀਕ ਨੂੰ। ਉਸ ਤੋਂ ਬਾਅਦ 11 ਦਸੰਬਰ ਨੂੰ ਜਿਹੜੀ ਆ 11 ਦਸੰਬਰ ਨੂੰ ਦੁਬਾਰਾ ਫੇਰ ਮੀਟਿੰਗ ਹੁੰਦੀ ਆ। 11 ਦਸੰਬਰ ਨੂੰ ਜਿਹੜੇ ਪ੍ਰਧਾਨ ਬਣ ਗਏ ਸੀ ਕੌਣ, ਪਰਮਾਨੈਂਟ। ਇਹ ਦੇਖੋ ਡਾਕਟਰ ਸਤਿਆਨੰਦ ਸਿਨਹਾ ਸੀਗੇ, ਇਹ ਕੀ ਸੀਗੇ, ਟੈਂਪਰੇਰੀ ਚੇਅਰਮੈਨ ਸੀਗੇ, ਸਿਰਫ ਇੱਕ ਦਿਨ ਦੇ ਪ੍ਰਧਾਨ ਬਣਾਏ ਸੀ। ਜਿਹੜੇ ਪਰਮਾਨੈਂਟ ਬਣੇ ਸੀਗੇ
परमानेंट कौन बने सी डॉक्टर रजिंदर प्रसाद। हुण इन्होंने क्या फर्स्ट डे का चेयरमैन कौन सीगा सच्चिदानंद प्रसाद, सच्चिदानंद सिन्हा अपना करैक्ट आंसर है, ठीक है, ध्यान रखना ये सारे इंपॉर्टेंट पॉइंट है। अगला प्रश्न कहते जी हाउ मैनी सैशन ऑफ द इंडियन कॉन्स्टिट्यूशन असैंबली, संविधान सभा ਦੇ ਵਿੱਚ ਕਹਿੰਦੇ ਜੀ ਅੱਜ ਤੱਕ ਕੁੱਲ ਕਿੰਨੇ ਸੈਸ਼ਨ ਹੋ ਚੁੱਕੇ ਆ। ਦੇਖੋ ਕੁੱਲ 11 ਸੈਸ਼ਨ ਹੋਏ ਸੀਗੇ, ਬਟ ਇਹਨਾਂ ਵਿਚਕਾਰ ਇਸ ਤੋਂ ਉੱਪਰ ਵੀ ਦਿਨ ਸਮੇਂ ਲੱਗ ਗਿਆ ਸੀ 165 ਦਿਨਾਂ ਦਾ, 165 ਦਿਨਾਂ ਦਾ ਉੱਪਰ ਸਮੇਂ ਲੱਗ ਗਿਆ ਸੀ, ਤਾਂ ਕਰਕੇ ਇਹਨੂੰ ਆਪਾਂ ਕੰਸੀਡਰ ਕਰਦੇ ਆ ਕਿ ਇਹ ਕੀ ਆ ਜੀ 12 ਦਿਨ ਦਾ ਸਮੇਂ ਆ। ਕਿੰਨੇ ਦਿਨ ਦਾ ਸਮੇਂ ਆ 12 ਦਿਨ ਦਾ ਸਮੇਂ ਆ, ਧਿਆਨ ਰੱਖਣਾ ਕਿੰਨੇ ਦਿਨ ਦਾ ਸਮਾਂ ਕੰਸੀਡਰ ਕਰਾਂਗੇ ਆਪਾਂ 12 ਦਿਨ ਦਾ, ਠੀਕ ਹੈ। ਆਹ ਪੁਆਇੰਟ ਦੇਖੋ ਕਹਿੰਦੇ ਸੰਵਿਧਾਨ ਬਣਨ ਦੇ ਵਿੱਚ 2 ਸਾਲ 11 ਮਹੀਨੇ ਤੇ 18 ਦਿਨ ਦਾ ਸਮਾਂ ਲੱਗਿਆ, ਪਿੱਛੇ ਵੀ ਦੱਸ ਕੇ ਆਇਆ ਮੈਂ ਤੁਹਾਨੂੰ 11 ਸੈਸ਼ਨ ਲੱਗੇ ਸੀ ਬਟ ਟੋਟਲ 165 ਦਿਨ ਅਬਵ ਲੱਗੇ ਸੀ, ਤਾਂ ਕਰਕੇ ਇਹਨੂੰ ਮੰਨ ਲਿਆ ਜਾਂਦਾ ਕਿ ਇਹ 12 ਸੈਸ਼ਨ ਆ ਜੀ, ਠੀਕ ਹੈ। ਅਕੋਰਡਿੰਗ ਟੂ ਆਪਸ਼ਨ ਤੁਸੀਂ ਆਨਸਰ ਕਰ ਸਕਦੇ ਹੋ, ਠੀਕ ਹੈ। ਜਿਹੜਾ ਆਪਣਾ ਜਿਹੜਾ ਲਾਸਟ ਸੈਸ਼ਨ ਹੋਇਆ ਸੀ ਇਹ ਹੋਇਆ ਸੀ 24 ਜਨਵਰੀ 1950, 24 ਜਨਵਰੀ 1950 ਨੂੰ ਕੀ ਜਿਹੜਾ ਲਾਸਟ ਸੈਸ਼ਨ ਦੇਖਣ ਨੂੰ ਮਿਲਿਆ ਸੀ। ਨੈਕਸਟ ਪੁਆਇੰਟ, ਨੈਕਸਟ ਪ੍ਰਸ਼ਨ ਦੀ ਗੱਲ ਕਰਦੇ ਹਾਂ। ਅਗਲਾ ਪ੍ਰਸ਼ਨ ਕੀ ਕਹਿ ਰਿਹਾ ਕਹਿੰਦੇ ਜੀ ਵਿਚ ਆਫ ਦਾ ਫੋਲੋਇੰਗ ਵਾਸ ਦਾ ਚੇਅਰਮੈਨ ਆਫ ਦਾ ਯੂਨੀਅਨ ਕਨਸਟੀਟਿਊਸ਼ਨ ਕਮੇਟੀ, ਯੂਨੀਅਨ ਕਮੇਟੀ ਹੈ ਜਿਹੜੀ ਉਹਦਾ ਚੇਅਰਮੈਨ, ਤਾਂ ਧਿਆਨ ਰੱਖਿਓ ਜਿੰਦੇ ਅੱਗੇ ਵਰਡ ਲੱਗਿਆ ਹੋਵੇ ਯੂਨੀਅਨ, ਜਿੰਦੇ ਅੱਗੇ ਵਰਡ ਯੂਨੀਅਨ ਲੱਗਿਆ ਹੋਵੇ ਟ੍ਰਿਕ ਦੱਸਦਾ, ਜਿੰਦੇ ਅੱਗੇ ਵਰਡ ਯੂਨੀਅਨ ਲੱਗਿਆ ਤਾਂ ਉਹ ਚੁੱਪ ਕਰਕੇ ਆਨਸਰ ਲਾ ਦੇਣਾ ਕਿ ਜਵਾਹਰ ਲਾਲ ਨਹਿਰੂ। ਯੂਨੀਅਨ ਕਨਸਟੀਟਿਊਸ਼ਨ ਕਮੇਟੀ, ਯੂਨੀਅਨ ਅਸੈਂਬਲੀ, ਇਹ ਸਾਰੀਆਂ ਚੇਅਰਮੈਨ ਕੌਣ ਸੀਗੇ ਡਾਕਟਰ ਆਪਣੇ ਪੰਡਿਤ ਜਵਾਹਰ ਲਾਲ ਨਹਿਰੂ ਜੀ, ਠੀਕ ਹੈ। ਤਾਂ ਮੋਸਟ ਇੰਪੋਰਟੈਂਟ ਕਮੇਟੀਆਂ ਸਾਰੀਆਂ ਕਮੇਟੀਆਂ ਅੱਜ ਆਪਾਂ ਦੇਖ ਕੇ ਜਾਣੀਆਂ, ਠੀਕ ਹੈ, ਕਿਹੜੀਆਂ ਕਮੇਟੀਆਂ ਕਹਿੰਦੇ ਜੀ। ਸਭ ਤੋਂ ਪਹਿਲੀ ਕਮੇਟੀ ਹੈਗੀ ਰੂਲ ਐਂਡ ਪ੍ਰੋਸੀਜਰ ਦੀ, ਰੂਲ ਐਂਡ ਪ੍ਰੋਸੀਜਰ ਦੇ ਕਮੇਟੀ ਦੇ ਜਿਹੜੇ ਚੇਅਰਮੈਨ ਸੀਗੇ ਇਹ ਸੀਗੇ ਰਜਿੰਦਰ ਪ੍ਰਸਾਦ ਜੀ, ਰੂਲ ਐਂਡ ਕਮੇਟੀ। ਉਸ ਤੋਂ ਬਾਅਦ ਗੱਲ ਆ ਗਈ ਸਟੀਅਰਿੰਗ ਕਮੇਟੀ ਦੀ, ਸਟੀਅਰਿੰਗ ਕਮੇਟੀ ਦੇ ਚੇਅਰਮੈਨ ਵੀ ਕੌਣ ਸੀਗੇ ਸੇਮ ਰਜਿੰਦਰ ਪ੍ਰਸਾਦ ਜੀ। ਗੱਲ ਕਰਦੇ ਆ ਸਟੇਟ ਕਮੇਟੀ, ਸਟੇਟ ਕਮੇਟੀ ਦੇ ਚੇਅਰਮੈਨ ਕੌਣ ਸੀਗੇ, ਧਿਆਨ ਰੱਖਣਾ ਜਵਾਹਰ ਲਾਲ ਨਹਿਰੂ ਸਾਹਿਬ ਸੀਗੇ। ਉਸ ਤੋਂ ਬਾਅਦ ਡਰਾਫਟਿੰਗ ਕਮੇਟੀ, ਜਿਹਨੇ ਆਪਣਾ ਸੰਵਿਧਾਨ ਤਿਆਰ ਕੀਤਾ ਸੀ, ਡਰਾਫਟਿੰਗ ਕਮੇਟੀ ਦੇ ਚੇਅਰਮੈਨ ਕਿੰਨੇ ਸੀਗੇ ਕੌਣ ਸੀਗੇ ਬੀ ਆਰ ਅੰਬੇਦਕਰ ਸਾਹਿਬ, ਠੀਕ ਹੈ। ਨੈਕਸਟ ਗੱਲ ਕਰਦੇ ਆ ਪ੍ਰੋਵਿੰਸ਼ੀਅਲ ਤੇ ਕਨਸਟੀਟਿਊਸ਼ਨ ਕਮੇਟੀ ਦੇ ਸਰਦਾਰ ਵੱਲਭ ਭਾਈ ਪਟੇਲ ਸੀ। ਇਹਨਾਂ ਕੋਲ ਇੱਕ ਕਮੇਟੀ ਹੋਰ ਸੀ ਫੰਡਾਮੈਂਟਲ ਰਾਈਟ ਦੀ ਤੇ ਮਾਈਨੋਰਿਟੀ ਦੀ, ਟ੍ਰਾਈਬਲ ਦੀ ਕਮੇਟੀ ਵੀ ਇਹਨਾਂ ਕੋਲ ਸੀਗੀ, ਠੀਕ ਹੈ। ਉਸ ਤੋਂ ਬਾਅਦ ਐਕਸਕਲੂਡਡ ਏਰੀਆ ਜਿਵੇਂ ਮੰਨ ਲਓ ਕਿ ਸ਼ਡਿਊਲ ਟ੍ਰਾਈਬ ਹੋ ਗਿਆ, ਇਹ ਸਾਰਾ ਕਿਹਦੇ ਕੋਲ ਅੰਡਰ ਆਉਂਦੀਆਂ ਸੀ, ਸਰਦਾਰ ਪਟੇਲ ਸਾਹਿਬ ਦੇ ਅੰਡਰ ਆਉਂਦੀਆਂ ਸੀ, ਠੀਕ ਹੈ ਜੀ। ਨੈਕਸਟ ਗੱਲ ਕਰਦੇ ਆ ਇਹ ਫੰਡਾਮੈਂਟਲ ਕਮੇਟੀ ਸੀ ਜਿਹੜੀ ਸਬ ਕਮੇਟੀ ਸੀ, ਇਹਦੇ ਹੈਡ ਸੀਗੇ ਜੇ ਬੀ ਕਿਰਪਲਾਨੀ। ਨੈਕਸਟ ਇੱਕ ਮਿਨੋਰਟੀ ਵਾਸਤੇ ਕਮੇਟੀ ਸੀ, ਇਹ ਸਬ ਕਮੇਟੀ ਮਿਨੋਰਟੀ ਵਾਸਤੇ ਸਬ ਕਮੇਟੀ ਸੀ, ਇਹਦੇ ਪ੍ਰਧਾਨ ਸੀਗੇ ਐਸ.ਸੀ. ਮੁਖਰਜੀ। ਜਿੰਦੇ ਅੱਗੇ ਯੂਨੀਅਨ ਲੱਗ ਗਿਆ ਉਹਦੇ ਕਮੇਟੀ ਦੇ ਪ੍ਰਧਾਨ ਕੌਣ ਹੈ, ਤਾਂ ਧਿਆਨ ਰੱਖਿਓ ਯੂਨੀਅਨ ਦੇ ਕਮੇਟੀ ਦੇ ਪ੍ਰਧਾਨ ਜਵਾਹਰ ਲਾਲ ਨਹਿਰੂ ਸਾਹਿਬ ਆ। ਸਟੀਅਰਿੰਗ ਕਮੇਟੀ ਰਜਿੰਦਰ ਪ੍ਰਸਾਦ। ਨੈਕਸਟ ਗੱਲ ਕਰਦੇ ਆ ਵੀ ਮਾਈਨੋਰਟੀਜ਼, ਫੰਡਾਮੈਂਟਲ ਰਾਈਟ ਤੇ ਆਪਣੇ ਜਿਹੜੀ ਗੱਲ ਕਰਦੇ ਆ ਟ੍ਰਾਈਬਲ ਏਰੀਆ, ਇਹਨਾਂ ਸਾਰੀਆਂ ਕਮੇਟੀਆਂ ਦੇ ਕੌਣ ਆ, ਤਾਂ ਸਰਦਾਰ ਵੱਲਭ ਭਾਈ ਪਟੇਲ, ਠੀਕ ਹੈ। ਮੋਸਟ ਇੰਪੋਰਟੈਂਟ ਪੁਆਇੰਟ ਨੇ ਸਾਰੇ ਧਿਆਨ ਰੱਖਣਾ। ਨਾਲ ਦੀ ਨਾਲ ਕਈ ਵਾਰ ਜਿਹੜੀ ਇੰਪੋਰਟੈਂਟ ਸਲਾਈਡ ਹੁੰਦੀ ਆ ਉਹਦਾ ਤੁਸੀਂ ਸਕਰੀਨਸ਼ਾਟ ਲੈ ਲਿਆ ਕਰਨਾ, ਠੀਕ ਹੈ, ਨਾਲ ਦੀ ਨਾਲ ਸਕਰੀਨਸ਼ਾਟ ਮਾਰ ਲਿਆ ਕਰੋ। ਅਗਲਾ ਪ੍ਰਸ਼ਨ ਕੀ ਕਹਿ ਰਿਹਾ ਕਹਿੰਦੇ ਜੀ ਹੂ ਵਾਸ ਦਾ ਪ੍ਰੈਜ਼ੀਡੈਂਟ ਆਫ ਇੰਡੀਅਨ ਨੈਸ਼ਨਲ ਕਾਂਗਰਸ ਐਟ ਦਾ ਟਾਈਮ ਆਫ ਪਾਰਟੀਸ਼ਨ। ਗੱਲ ਕਰਦੇ ਆ ਜੀ 1947 ਦੀ, ਧਿਆਨ ਰੱਖਿਓ ਗੱਲ ਕਰਦੇ 1947 ਵਿੱਚ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਸੀ ਇਹਦਾ ਜਿਹੜਾ ਪ੍ਰੈਜ਼ੀਡੈਂਟ ਕੌਣ ਸੀ, ਧਿਆਨ ਰੱਖਿਓ ਜੇ ਬੀ ਕਿਰਪਲਾਨੀ ਇਹਦੇ ਪ੍ਰੈਜ਼ੀਡੈਂਟ ਸੀ। ਗੱਲ ਕਰਦੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਪਹਿਲੇ ਪ੍ਰੈਜ਼ੀਡੈਂਟ ਦੀ, ਤਾਂ ਧਿਆਨ ਰੱਖਿਓ ਇਹਨਾਂ ਦੇ ਜਿਹੜੇ ਪਹਿਲੇ ਪ੍ਰੈਜ਼ੀਡੈਂਟ ਸੀ ਇਹ ਸੀ WC ਬੈਨਰਜੀ ਕੀ ਸੀਗੇ, ਇਹ ਪਹਿਲੇ ਪ੍ਰੈਜ਼ੀਡੈਂਟ ਸੀਗੇ। ਤੇ ਗੱਲ ਕਰਦੇ ਆ ਜਿਹੜੇ ਫਸਟ ਮੁਸਲਿਮ ਪ੍ਰੈਜ਼ੀਡੈਂਟ ਕੌਣ ਸੀਗੇ, ਤਾਂ ਧਿਆਨ ਰੱਖਿਓ ਬਦਰੁਦੀਨ ਤയ്यब ਕੌਣ ਸੀਗੇ, ਇਹ ਪਹਿਲੇ ਜਿਹੜੇ ਮੁਸਲਿਮ ਪ੍ਰੈਜ਼ੀਡੈਂਟ ਸੀ। ਨੈਕਸਟ ਪੁਆਇੰਟ ਦੀ ਗੱਲ ਕਰਦੇ ਆ ਜਿਹੜੇ ਮਹਾਤਮਾ ਗਾਂਧੀ ਸੀ, ਗੱਲ ਕਰ ਲੈ ਜਵਾਹਰ ਲਾਲ ਨਹਿਰੂ ਦੀ, ਜਵਾਹਰ ਲਾਲ ਨਹਿਰੂ 1929 ਦੇ ਵਿੱਚ ਇਸ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਰਹੇ ਆ। ਇਹਨਾਂ ਨੇ ਕੀ 1929 ਦੇ ਵਿੱਚ ਤਿਰੰਗਾ ਝੰਡਾ ਫਹਰਾਇਆ ਸੀ ਲਾਹੌਰ ਦੇ ਵਿੱਚ ਰਾਵੀ ਨਦੀ ਦੇ ਕਿਨਾਰੇ। ਮੌਲਾਨਾ ਅਬਦੁਲ ਕਲਾਮ ਆਜ਼ਾਦ ਆ, ਇਹ ਸਭ ਤੋਂ ਯੰਗੈਸਟ, ਧਿਆਨ ਰੱਖਿਓ ਯੰਗੈਸਟ ਪ੍ਰੈਜ਼ੀਡੈਂਟ ਰਹੇ ਆ ਇੰਡੀਅਨ ਨੈਸ਼ਨਲ ਕਾਂਗਰਸ ਦੇ, ਇਹ ਵੀ ਧਿਆਨ ਰੱਖਣਾ, ਠੀਕ ਹੈ। ਆ ਸਾਰੇ ਇੰਪੋਰਟੈਂਟ ਪੁਆਇੰਟ ਹੈ। ਤੇ 1924 ਦੇ ਵਿੱਚ ਇੱਕੋ ਇੱਕ ਸੈਸ਼ਨ ਹੋਇਆ ਸੀ, ਇਹ ਹੋਇਆ ਸੀ ਬੇਲਗਾਮ ਸੈਸ਼ਨ ਦੇ ਵਿੱਚ ਜਿਹੜੇ ਮਹਾਤਮਾ ਗਾਂਧੀ ਪ੍ਰਧਾਨ ਰਹੇ ਸੀ, ਠੀਕ ਹੈ। ਸਾਰੇ ਇੰਪੋਰਟੈਂਟ ਪੁਆਇੰਟ ਧਿਆਨ ਰੱਖਣਾ। ਅਗਲਾ ਪ੍ਰਸ਼ਨ ਆ ਗਿਆ ਜੀ, ਚਲੋ ਪੜੋ ਯਾਰ। ਅਗਲਾ ਪ੍ਰਸ਼ਨ ਕੀ ਕਹਿੰਦਾ ਜੀ ਭਾਰਤ ਵਿੱਚ ਜੁਡੀਸ਼ੀਅਲ ਰਿਵਿਊ ਦੀ ਧਾਰਨਾ ਕਿਸ ਦੇ ਸੰਵਿਧਾਨ ਵਿੱਚ ਅਪਣਾਈ ਗਈ। ਦੇਖੋ ਜੁਡੀਸ਼ੀਅਲ ਰਿਵਿਊ ਦੀ ਗੱਲ ਕਰਦੇ ਆ, ਜੁਡੀਸ਼ੀਅਲ ਰਿਵਿਊ ਹੋਣਾ ਚਾਹੀਦਾ। ਤੁਹਾਨੂੰ ਮੈਂ ਦੱਸਿਆ ਸੀ ਜਿੰਨੀਆਂ ਵੀ ਜੁਡੀਸ਼ੀਅਲ ਪਾਵਰ ਆ ਸਾਰੀਆਂ ਕਿਹਦੇ ਤੋਂ ਲਈਆਂ ਗਈਆਂ, ਤਾਂ ਧਿਆਨ ਰੱਖਣਾ ਇਹ ਸਾਰੀਆਂ ਲਈਆਂ ਆਪਾਂ ਯੂਐਸਏ ਤੋਂ ਬੋਰੋ ਕੀਤੀਆਂ ਹੋਈਆਂ, ਠੀਕ ਹੈ। ਯੂਐਸਏ ਤੋਂ ਆਪਾਂ ਕੀ ਲਿਆ, ਰੂਲ ਆਫ ਲਾ ਲਿਆ। ਉਸ ਤੋਂ ਬਾਅਦ ਸਿੰਗਲ ਸਿਟੀਜ਼ਨਸ਼ਿਪ ਜਿਹੜੀ ਆ ਉਹ ਕਹਿਰੀ ਨਾਗਰਿਕਤਾ, ਇਹ ਵੀ ਆਪਾਂ ਇਹਨਾਂ ਤੋਂ ਲਈ ਆ, ਠੀਕ ਹੈ। ਯੂਐਸਏ ਤੋਂ ਕੀ ਲਿਆ, ਜਿਹੜੀਆਂ ਪਾਵਰ ਲਈ ਆ ਕਿੰਦੀ
ਪਾਵਰ ਆਫ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਪਾਵਰ ਲਈ ਹੈ ਪ੍ਰੈਜ਼ੀਡੈਂਟ ਆਫ USSR ਤੋਂ ਲੱਗੀ ਆ ਆਪਾਂ ਫੰਡਾਮੈਂਟਲ ਡਿਊਟੀਜ਼ ਲਈਆਂ ਠੀਕ ਹੈ ਤੇ ਉਹਨਾਂ ਤੋਂ ਆਪਾਂ ਪਲੈਨਿੰਗ ਕਮਿਸ਼ਨ ਵੀ ਲਿਆ ਧਿਆਨ ਰੱਖਣਾ ਪਲੈਨਿੰਗ ਕਮਿਸ਼ਨ ਹੈ ਜਿਹੜਾ ਉਹ ਵੀ ਇਹਨਾਂ ਤੋਂ ਆਪਾਂ ਲੈ ਕੇ ਆਉਂਦਾ ਠੀਕ ਹੈ ਇਹ ਵੀ ਸਾਰੇ ਇੰਪੋਰਟੈਂਟ ਪੁਆਇੰਟ ਨੋਟ ਕਰਕੇ ਰੱਖਿਆ ਕਰੋ ਠੀਕ ਹੈ ਤੇ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਸ਼ੇਅਰ ਘੰਟੀਆਂ ਤੁਸੀਂ ਵਜਾਉਂਦੇ ਰਿਹਾ ਕਰੋ ਠੀਕ ਹੈ ਅਗਲਾ ਪ੍ਰਸ਼ਨ ਕੀ ਹੈ ਜੀ ਕਹਿੰਦੇ ਜੀ ਹੂ ਅਪਾਇੰਟ ਦਾ ਚੇਅਰਮੈਨ ਆਫ ਪਬਲਿਕ ਅਕਾਊਂਟ ਕਮੇਟੀ ਪਿੱਛੇ ਕੁਐਸਚਨ ਆਪਾਂ ਹੁਣੇ ਕਰਕੇ ਹਟੇ ਆ ਜਿਹੜੀ ਪਬਲਿਕ ਅਕਾਊਂਟ ਕਮੇਟੀ ਕਦੋਂ ਬਣੀ ਹੈ 1921 ਦੇ ਵਿੱਚ ਬਣੀ ਆ ਕੁੱਲ ਮੈਂਬਰ ਇਹਦੇ ਕੀ ਆ 22 ਮੈਂਬਰ ਆ ਕੁੱਲ ਠੀਕ ਹੈ ਇਹਦਾ ਜਿਹੜਾ ਪਬਲਿਕ ਅਕਾਊਂਟ ਕਮੇਟੀ ਦਾ ਜਿਹੜਾ ਚੇਅਰਮੈਨ ਉਹਨੂੰ ਅਪਾਇੰਟ ਕੌਣ ਕਰਦਾ ਲੋਕ ਸਭਾ ਦੇ ਸਪੀਕਰ ਦੁਆਰਾ ਅਪਾਇੰਟ ਕੀਤਾ ਜਾਂਦਾ ਕਲੀਅਰ ਆ ਜੀ ਉਹੀ ਰਿਪੀਟਡ ਕੁਐਸਚਨ ਆ ਅਗਲਾ ਪ੍ਰਸ਼ਨ ਕੀ ਕਹਿ ਰਿਹਾ ਕਹਿੰਦਾ ਜੇ ਸਪੈਸ਼ਲ ਪ੍ਰੋਵੀਜ਼ਨ ਹੈ ਸਪੈਸ਼ਲ ਪ੍ਰੋਵੀਜ਼ਨ 371 ਜੀ ਆ ਜਿਹੜਾ ਆਰਟੀਕਲ ਇਹ ਇਹਨਾਂ ਵਿੱਚੋਂ ਕਿਹਦੇ ਨਾਲ ਰਿਲੇਟ ਕਰਦਾ ਠੀਕ ਹੈ ਕਿਹਦੇ ਨਾਲ ਸੰਬੰਧਿਤ ਹੈ 371 ਜੀ ਜੰਮੂ ਕਸ਼ਮੀਰ ਝਾਰਖੰਡ ਮਿਜ਼ੋਰਮ ਤੇ ਨਾਗਾਲੈਂਡ ਤਾਂ ਇਹਦਾ ਕਰੈਕਟ ਆਨਸਰ ਆਪਣੇ ਕੋਲ ਕੀ ਨਿਕਲ ਕੇ ਆਊਗਾ ਜਿਹੜਾ ਆਪਣਾ ਮਿਜ਼ੋਰਮ ਕਰੈਕਟ ਆਨਸਰ ਆ ਦੇਖੋ ਮਿਜ਼ੋਰਮ ਕਿਉਂ ਨਿਕਲ ਕੇ ਆ ਰਿਹਾ ਕਿਉਂਕਿ ਇਹ ਕੀ ਆ ਇੱਕ ਈਸਟਰਨ ਸਟੇਟ ਆ ਈਸਟਰਨ ਸਟੇਟ ਦਾ ਮਤਲਬ ਇਹ ਆ ਵੀ ਇਹ ਕਬੀਲਿਆਂ ਵਾਲੇ ਲੋਕ ਰਹਿੰਦੇ ਆ ਠੀਕ ਹੈ ਕਬੀਲਿਆਂ ਵਾਲੇ ਟ੍ਰਾਈਬਸ ਜਨਜਾਤੀਆਂ 371 ਆਰਟੀਕਲ ਕਿੰਦੇ ਭਰਦਾ ਦਾ ਮਹਾਰਾਸ਼ਟਰ ਤੇ ਗੁਜਰਾਤ ਭਰਦਾ ਦਾ 371 ਕਿੰਦੇ ਭਰਦਾ ਇਹ ਨਾਗਾਲੈਂਡ ਬਾਰੇ 71 20 ਦਾ ਅਸਾਮ ਬਾਰੇ ਮਨੀਪੁਰ ਆਂਧਰਾ ਪ੍ਰਦੇਸ਼ ਸਿੱਕਿਮ ਅਰੁਣਾਚਲ ਪ੍ਰਦੇਸ਼ ਗੋਆ ਤੇ ਕਰਨਾਟਕਾ ਠੀਕ ਹੈ ਇਹ ਸਾਰੇ 71 ਇਹ ਆਪਾਂ ਨੂੰ ਸਪੈਸ਼ਲ ਸਟੇਟਸ ਬਾਰੇ ਦੱਸਦੇ ਆ ਠੀਕ ਹੈ ਸਾਰੇ ਇੰਪੋਰਟੈਂਟ ਆਰਟੀਕਲ ਨੇ ਧਿਆਨ ਰੱਖਣੇ ਅਗਲਾ ਪ੍ਰਸ਼ਨ ਕਹਿੰਦੇ ਜੀ ਫਸਟ ਲੇਡੀ ਬਿਕਮ ਦਾ ਗਵਰਨਰ ਆਫ ਵਿਚ ਸਟੇਟ ਹੈ ਤਾਂ ਧਿਆਨ ਰੱਖਿਓ ਫਸਟ ਲੇਡੀ ਹੈ ਜਿਹੜੀ ਇਹ ਬਣ ਗਈ ਸੀ ਸਰੋਜਨੀ ਨਾਇਡੂ ਆ ਜਿਹੜੀ ਇਹ ਉੱਤਰ ਪ੍ਰਦੇਸ਼ ਦੇ ਕੀ ਬਣ ਗਈ ਸੀ ਪਹਿਲੇ ਗਵਰਨਰ ਮਹਿਲਾ ਗਵਰਨਰ ਬਣੀ ਸੀ ਫਸਟ ਮਹਿਲਾ ਗਵਰਨਰ ਵੀ ਬਣੀ ਸੀ ਕਿ ਸਟੇਟ ਦੀ ਫਸਟ ਗਵਰਨਰ ਜਿਹੜੀ ਸਰੋਜਨੀ ਨਾਇਡੂ ਆ ਇਹਨੂੰ ਨਾਈਟਿੰਗੇਲ ਆਫ ਇੰਡੀਆ ਬੋਲਿਆ ਜਾਂਦਾ ਨਾਈਟਿੰਗੇਲ ਆਫ ਇੰਡੀਆ ਠੀਕ ਹੈ ਨਾਈਟਿੰਗੇਲ ਭਾਰਤ ਦੀ ਕੋਕਿਲਾ ਕਿਹਾ ਜਾਂਦਾ ਧਿਆਨ ਰੱਖਿਓ ਭਾਰਤ ਦੀ ਕੋਕਿਲਾ ਜਿਹੜੀ ਉਹ ਕਿਹਨੂੰ ਕਿਹਾ ਜਾਂਦਾ ਧਿਆਨ ਰੱਖੋ ਸਰੋਜਨੀ ਨਾਇਡੂ ਨੂੰ ਕਿਹਾ ਜਾਂਦਾ ਠੀਕ ਹੈ ਰਾਜਕੁਮਾਰੀ ਜਿਹੜੀ ਅੰਮ੍ਰਿਤ ਕੌਰ ਸੀ ਫਸਟ ਜਿਹੜੀ ਕੀ ਸੀਗੀ ਇਹ ਹੈਲਥ ਮਿਨਿਸਟਰ ਸੀਗੇ ਠੀਕ ਹੈ ਹੈਲਥ ਮਿਨਿਸਟਰ ਰਾਜਕੁਮਾਰੀ ਅੰਮ੍ਰਿਤ ਕੌਰ ਸੀਗੀ ਠੀਕ ਹੈ ਉਸ ਤੋਂ ਬਾਅਦ ਸਰੋਜਨੀ ਨਾਇਡੂ ਦੀ ਗੱਲ ਕਰ ਲੈਂਦੇ ਆ ਸਰੋਜਨੀ ਨਾਇਡੂ ਜੀ ਸੀਗੇ ਇਹਨਾਂ ਨੇ ਇਹ ਜਿਹੜੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਵੀ ਰਹੇ ਆ 1925 ਦੇ ਵਿੱਚ 1925 ਦੇ ਵਿੱਚ ਸਰੋਜਨੀ ਨਾਇਡੂ ਇੰਡੀਅਨ ਨੈਸ਼ਨਲ ਕਾਂਗਰਸ ਦੀ ਕੀ ਹੈ ਪ੍ਰਧਾਨ ਵੀ ਰਹੀ ਹੈ ਮੋਸਟ ਇੰਪੋਰਟੈਂਟ ਪੁਆਇੰਟ ਨਿਕਲ ਕੇ ਰਿਹਾ ਠੀਕ ਹੈ ਚਲੋ ਅਗਲਾ ਪ੍ਰਸ਼ਨ ਕੋਈ ਫਰਕ ਨਹੀਂ ਪੈਂਦਾ ਕਿ ਆਨਸਰ ਦਿਖ ਰਿਹਾ ਆਪਣਾ ਆਨਸਰ ਜਿੰਨੇ ਐਕਸਟਰਾ ਕੁਐਸਚਨ ਮੈਂ ਦੇ ਰਿਹਾ ਤੁਹਾਨੂੰ ਕੋਈ ਵੀ ਨਹੀਂ ਦੇ ਸਕਦਾ ਅਗਲਾ ਪ੍ਰਸ਼ਨ ਕਹਿੰਦੇ ਜੀ ਜੇਕਰ ਸਪੀਕਰ ਆ ਜਿਹੜਾ ਉਹ ਲੈਜਿਸਲੇਟਿਵ ਅਸੈਂਬਲੀ ਵਿੱਚੋਂ ਕੀ ਕਰਦੇ ਰਿਜ਼ਾਈਨ ਦੇ ਦੇਵੇ ਤਾਂ ਉਹ ਆਪਦਾ ਰਿਜ਼ਾਈਨ ਦੇਊਗਾ ਕਿਹਨੂੰ ਸਪੀਕਰ ਤੁਹਾਨੂੰ ਪਤਾ ਹੀ ਹੈ ਡਿਪਟੀ ਸਪੀਕਰ ਨੂੰ ਦੇਊਗਾ ਡਿਪਟੀ ਸਪੀਕਰ ਨੂੰ ਸਪੀਕਰ ਸਿਫਾ ਦੇਊਗਾ ਠੀਕ ਹੈ ਇਹ ਆਰਟੀਕਲ ਧਿਆਨ ਰੱਖਣਾ ਇਹਦਾ ਬਸ ਆਪਾਂ ਕਹਿੰਦੇ ਜੀ ਅਕੋਰਡਿੰਗ ਟੂ ਦਾ ਆਰਟੀਕਲ 179 ਦਾ ਸਪੀਕਰ ਆਫ ਲੈਜਿਸਲੇਟਿਵ ਅਸੈਂਬਲੀ ਜਿਵੇਂ ਮੰਨ ਲਓ ਕਿ ਲੈਜਿਸਲੇਟਿਵ ਅਸੈਂਬਲੀ ਆ ਐਮਐਲਏ ਆ ਠੀਕ ਹੈ ਐਮਐਲਏ ਜਿਹਨੂੰ ਆਪਾਂ ਸਿੱਧਾ ਬੋਲ ਦਿੰਦੇ ਆ ਵਿਧਾਨ ਸਭਾ ਜਾਂ ਸਪੀਕਰ ਅਗਰ ਉਹਨੇ ਆਪਦਾ ਅਸਤੀਫਾ ਦੇਣਾ ਤਾਂ ਕਿਹਨੂੰ ਦੇਊਗੇ ਡਿਪਟੀ ਸਪੀਕਰ ਨੂੰ ਦੇਊਗਾ ਇਹ ਗੱਲ ਹਮੇਸ਼ਾ ਤੁਸੀਂ ਯਾਦ ਰੱਖਣੀ ਹੈ ਅਗਲਾ ਕੁਐਸਚਨ ਕਹਿੰਦੇ ਜਿਹੜੀਆਂ ਸੈਲਰੀਜ਼ ਹੁੰਦੀਆਂ ਜਿਹੜੇ ਪੱਤੇ ਹੁੰਦੇ ਆ ਜੱਜਾਂ ਦੇ ਜੱਜ ਹੁੰਦੇ ਆ ਹਾਈ ਕੋਰਟ ਦੇ ਆ ਉਹਨਾਂ ਦੇ ਉਹ ਚਾਰਜ ਕਿੱਥੋਂ ਹੁੰਦੇ ਆ ਕਿੱਥੋਂ ਵਸੂਲੇ ਜਾਂਦੇ ਆ ਧਿਆਨ ਰੱਖਣਾ ਮੋਸਟ ਇੰਪੋਰਟੈਂਟ ਆ ਗੱਲ ਕਰਦੇ ਆ ਜਿਹੜੇ ਇਹ ਹੁੰਦਾ ਜੀ ਕੰਸੋਲੀਡੇਟਡ ਫੰਡ ਆਫ ਇੰਡੀਆ ਦੇ ਵਿੱਚੋਂ ਠੀਕ ਹੈ ਕੰਸੋਲੀਡੇਟਡ ਫੰਡ ਆਫ ਸਟੇਟ ਦੀ ਗੱਲ ਕਰਦੇ ਆ ਹਾਈ ਕੋਰਟ ਦੀ ਗੱਲ ਕਰਦੇ ਆ ਦੇਖੋ ਹਾਈ ਕੋਰਟ ਦੇ ਵਿੱਚ ਇਹ ਹੁੰਦੇ ਆ ਕੰਸੋਲੀਡੇਟਡ ਫੰਡ ਆਫ ਸਟੇਟ ਦੇ ਵਿੱਚੋਂ ਜੇ ਪੁੱਛ ਲਏ ਸੁਪਰੀਮ ਕੋਰਟ ਦੇ ਤਾਂ ਸਟੇਟ ਕੰਸੋਲੀਡੇਟਡ ਫੰਡ ਆਫ ਇੰਡੀਆ ਚ ਹੁੰਦੇ ਆ ਤਾਂ ਇਹਦਾ ਕਰੈਕਟ ਆਨਸਰ ਆਪਣੇ ਕੋਲ ਕੀ ਆ ਬੀ ਨਿਕਲ ਕੇ ਆਇਆ ਠੀਕ ਹੈ ਤੇ ਮੋਸਟ ਇੰਪੋਰਟੈਂਟ ਦੂਜੇ ਪ੍ਰਸ਼ਨ ਦੀ ਗੱਲ ਕਰਦੇ ਆ ਕੰਸੋਲੀਡੇਟਡ ਫੰਡ ਦਾ ਆਰਟੀਕਲ ਧਿਆਨ ਰੱਖਿਓ 266 ਹੁੰਦਾ ਠੀਕ ਹੈ ਕੰਟੀਜੈਂਸ ਫੰਡ ਦਾ ਹੁੰਦਾ 267 अगला प्रश्न कहते जी अंडर विच इनमें से कौन सा आर्टिकल है जो आपको क्या बताता है जी जिवें कहते जी टैक्स केंद्र द्वारा लगाया जाएगा ते इनू इकट्ठा करने की जिम्मेवारी की है राज्य सरकारों में वंडी जाऊगी तो ध्यान रखियो जिहड़ा ये जिन्ना भी टैक्स हुंदा टैक्स सारा जिहड़ा सारा कलैक्ट करदी है वो 277 ਦੇ ਤਹਿਤ ਕੀ ਹੈ ਉਹ ਸੈਂਟਰ ਗਵਰਨਮੈਂਟ ਕਲੈਕਟ ਕਰਦੀ ਆ ਤੇ ਬਾਅਦ ਦੇ ਵਿੱਚ ਸੈਂਟਰ ਤੇ ਸਟੇਟ ਵਿਚਕਾਰ ਜਿਹੜੀ ਐਲੋਕੇਸ਼ਨ ਹੁੰਦੀ ਆ ਐਲੋਕੇਸ਼ਨ ਕਰਦਾ ਕੌਣ ਆ ਧਿਆਨ ਰੱਖਿਓ ਫਾਈਨਾਂਸ ਕਮਿਸ਼ਨ ਕਰਦਾ ਠੀਕ ਹੈ ਫਾਈਨਾਂਸ ਕਮਿਸ਼ਨ ਆ ਜਿਹੜੀ ਉਹ ਐਲੋਕੇਸ਼ਨ ਕਰਦਾ ਸੈਂਟਰ ਦੇ ਵਿਚਕਾਰ ਤੇ ਸਟੇਟ ਦੇ ਵਿਚਕਾਰ ਟੈਕਸਾਂ ਦੀ ਠੀਕ ਹੈ ਟੈਕਸ ਜਿਹੜੇ ਆ ਲੈਵੀ ਕੀਤੇ ਜਾਂਦੇ ਆ ਕਲੈਕਟਿਵ ਕਰਦੀ ਆ ਗਵਰਨਮੈਂਟ ਆਫ ਇੰਡੀਆ ਨੈਕਸਟ ਪ੍ਰਸ਼ਨ ਕੀ ਆ ਜਾਏ ਅਗਲਾ ਪ੍ਰਸ਼ਨ ਕੀ ਕਹਿ ਰਿਹਾ ਕਹਿੰਦਾ ਜੀ ਔਨ ਦਾ ਰਿਕਮੈਂਡੇਸ਼ਨ ਆਫ ਦਾ ਕਮਿਸ਼ਨ ਆਫ ਕਮੇਟੀ ਇੰਟਰ ਸਟੇਟ ਕਾਉਂਸਲ ਵਾਸ ਸੈਟ ਅਪ ਕਹਿੰਦਾ ਇਹਨਾਂ ਵਿੱਚੋਂ ਕਿਹੜੀ ਕਮੇਟੀ ਸੀ ਜਿੰਦੇ ਵਿੱਚ ਅੰਤਰਰਾਜੀ ਕੌਂਸਲ ਦੀ ਸਥਾਪਨਾ ਕੀਤੀ ਗਈ ਸੀ ਤਾਂ ਧਿਆਨ ਰੱਖਿਓ ਇਹਦੇ ਵਿੱਚ ਇੱਕ ਕਮਿਸ਼ਨ ਸੀਗਾ ਸਰਕਾਰੀ ਕਮਿਸ਼ਨ ਪਿੱਛੇ ਆਪਾਂ ਕਰ ਚੁੱਕੇ ਹਾਂ ਜਿੰਦੇ ਵਿੱਚ ਇੰਟਰ ਸਟੇਟ ਦੀ ਗੱਲ ਕੀਤੀ ਗਈ ਸੀ
ਪੁੰਚੀ ਕਮਿਸ਼ਨ ਦੀ ਗੱਲ ਕਰਦੇ ਹਾਂ 273 ਮੈਂਬਰ ਪੁੰਚੀ ਕਮਿਸ਼ਨ ਦੇ ਸੀ, ਇਹ ਵੀ ਸੈਂਟਰ ਤੇ ਸਟੇਟ ਰਿਲੇਸ਼ਨ ਨੂੰ ਲੈ ਕੇ ਸੀਗੀ, ਠੀਕ ਹੈ, ਸਾਰੇ ਇੰਪੋਰਟੈਂਟ ਕੁਐਸਚਨ ਨੇ। ਚਲੋ ਨੈਕਸਟ ਕੁਐਸਚਨ ਕਹਿੰਦੇ ਭਾਰਤ ਦੀ ਰਾਸ਼ਟਰੀ ਵਿਕਾਸ ਕੌਂਸਲ ਦੀਆਂ ਜਿਹੜੀਆਂ ਮੀਟਿੰਗਾਂ ਦੀ ਪ੍ਰਧਾਨਗੀ ਕੌਣ ਕਰਦਾ? ਦੇਖੋ ਭਾਰਤੀ ਜਿਹੜੀ ਨੈਸ਼ਨਲ ਡਿਵੈਲਪਮੈਂਟ ਕੌਂਸਲ NDC ਹੈ, ਜਿਹੜੀ NDC ਦੀ ਨੈਸ਼ਨਲ ਡਿਵੈਲਪਮੈਂਟ ਕੌਂਸਲ ਦੀ ਸਥਾਪਨਾ ਹੋਈ ਸੀ 1952 ਦੇ ਵਿੱਚ। ਇਹਦਾ ਜਿਹੜੇ ਪ੍ਰਧਾਨ ਕੌਣ ਹੁੰਦੇ ਆ? ਪ੍ਰਧਾਨ ਮੰਤਰੀ ਹੁੰਦੇ ਆ, ਬਸ ਇਹ ਧਿਆਨ ਰੱਖਣਾ, ਠੀਕ ਹੈ, ਜਿੰਨੀਆਂ ਵੀ ਇਹ ਹੁੰਦੀਆਂ ਸਾਰੀਆਂ ਪ੍ਰਧਾਨ ਮੰਤਰੀ ਕੀ ਹੁੰਦੇ ਆ, ਇਹਨਾਂ ਦੇ ਹੈਡ ਹੁੰਦੇ ਆ। ਨੈਕਸਟ ਕੁਐਸਚਨ, ਅਗਲਾ ਪ੍ਰਸ਼ਨ ਕੀ ਕਹਿੰਦੇ ਆ ਜੀ, ਕਹਿੰਦੇ ਐਸਟੈਬਲਿਸ਼ਮੈਂਟ ਆਫ ਲੋਕਪਾਲ ਤੇ ਲੋਕ ਆਯੁਕਤ। ਦੇਖੋ ਲੋਕਪਾਲ ਤੇ ਲੋਕ ਆਯੁਕਤ ਕੌਣ ਹੁੰਦੇ ਆ? ਇਹ ਸਰਕਾਰ ਦੀ ਜਿਹੜੀ ਉਹਦੇ ਕੀ ਸਪੈਸ਼ਲ ਬੰਦੇ ਹੁੰਦੇ ਆ ਜਿਨ੍ਹਾਂ ਨੇ ਕੀ ਪਾਰਟੀ ਨੂੰ ਦੇਖ ਰੇਖ ਕਰਨੀ ਹੁੰਦੀ ਆ। ਹੁਣ ਕਹਿੰਦੇ ਇਹ ਕਿਹੜੀ ਰਿਕਮੈਂਡੇਸ਼ਨ ਦੇ ਜਿਹੜੇ ਆ ਇਹ ਨਿਕਲ ਕੇ ਆਏ ਸੀ, ਧਿਆਨ ਰੱਖਣਾ ਇਹ ਨਿਕਲ ਕੇ ਆਏ ਸੀ, ਮੋਸਟ ਇੰਪੋਰਟੈਂਟ ਗੱਲ ਕਰਦੇ ਆ, ਇਹ ਨਿਕਲ ਕੇ ਆਏ ਸੀਗੇ ਜੀ ਐਡਮਿਨਿਸਟ੍ਰੇਟਿਵ ਰਿਫਾਰਮ ਕਮਿਸ਼ਨ ਦੇ ਤਹਿਤ, ਐਡਮਿਨਿਸਟ੍ਰੇਟਿਵ ਰਿਫਾਰਮ ਕਮਿਸ਼ਨ ਦੇ ਤਹਿਤ ਨਿਕਲ ਕੇ ਆਏ ਸੀ ਸਾਰੇ ਪੁਆਇੰਟ। ਅਗਲਾ ਪ੍ਰਸ਼ਨ ਕਹਿੰਦੇ ਜੇ ਚੀਫ ਇਲੈਕਸ਼ਨ ਕਮਿਸ਼ਨ ਹੁੰਦਾ ਇਹਦੀ ਨਿਯੁਕਤੀ ਆ ਕਿਹਦੇ ਦੁਆਰਾ ਕੀਤੀ ਜਾਂਦੀ ਹੈ? ਤਾਂ ਧਿਆਨ ਰੱਖਿਓ ਜਿਹੜੀ ਚੀਫ ਇਲੈਕਸ਼ਨ ਕਮਿਸ਼ਨ ਹੁੰਦੇ ਇਹਨਾਂ ਦੀ ਨਿਯੁਕਤੀ ਕਿਹਦੇ ਦੁਆਰਾ ਕੀਤੀ ਜਾਂਦੀ ਆ? ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ, ਠੀਕ ਹੈ। ਕਿੰਨੇ ਸਾਲ ਲਈ? 6 ਸਾਲ ਲਈ ਜਾਂ 65 years which ever is earlier, ਜਿਹੜਾ ਇਹਨਾਂ ਦੋਨਾਂ ਵਿੱਚ ਜਲਦੀ ਹੋ ਜਾਵੇਗਾ ਉਹਦੇ ਵਾਸਤੇ ਉਹਨੇ ਸਮੇਂ ਦੇ ਲਈ ਕੀ ਆ ਇਹਨਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ। ਕਲੀਅਰ ਆ ਜੀ। ਅਗਲਾ ਪੁਆਇੰਟ ਕਹਿੰਦੇ ਜੀ, ਅਗਲਾ ਕੁਐਸਚਨ ਕਹਿੰਦੇ ਹੂ ਐਡਮਿਨਿਸਟ੍ਰੇਟਰ ਦਾ ਓਥ ਆਫ ਆਫਿਸ ਆਫ ਵਾਈਸ ਪ੍ਰੈਜ਼ੀਡੈਂਟ, ਜਿਹੜਾ ਰਾਸ਼ਟਰਪਤੀ ਆ ਇਹਨੂੰ ਅਹੁਦੇ ਦੀ ਜਿਹੜੀ ਸਹੁੰ ਆ ਉਹ ਕਿਹਦੇ ਦੁਆਰਾ ਚੁਕਾਈ ਜਾਂਦੀ ਆ? ਤਾਂ ਧਿਆਨ ਰੱਖਿਓ ਪ੍ਰੈਜ਼ੀਡੈਂਟ ਨੂੰ ਜਿਹੜੀ ਸਹੁੰ ਚੁੱਕ ਸਮਾਗਮ ਆ ਇਹ ਕਿਹਦੇ ਦੁਆਰਾ ਕੀਤਾ ਜਾਂਦਾ? ਚੀਫ ਜਸਟਿਸ ਆਫ ਇੰਡੀਆ, ਭਾਰਤ ਜਿਹੜੇ ਮੁੱਖ ਜੱਜ ਆ ਸੁਪਰੀਮ ਕੋਰਟ ਦੇ, ਇਹਨਾਂ ਦੁਆਰਾ ਕੀ ਇਹਨਾਂ ਨੂੰ ਸਹੁੰ ਪੱਤਰ ਜਿਹੜੀ ਚੁਕਵਾਈ ਜਾਂਦੀ ਹੈ, ਠੀਕ ਹੈ, ਵੈਰੀ ਗੁੱਡ, ਬਹੁਤ ਅੱਛੇ ਬਹੁਤ ਅੱਛੇ। ਅਗਲਾ ਪ੍ਰਸ਼ਨ ਕਹਿੰਦੇ ਜੀ ਇਹਨਾਂ ਵਿੱਚੋਂ ਕਿਹੜਾ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਰਿਲੇਟਡ ਟੂ ਇਲੈਕਸ਼ਨ ਕਮਿਸ਼ਨ, ਇਹਨਾਂ ਵਿੱਚੋਂ ਕਿਹੜੀ ਚੀਜ਼ ਆ ਇਲੈਕਸ਼ਨ ਕਮਿਸ਼ਨ ਦੇ ਨਾਲ ਰਿਲੇਟ ਨਹੀਂ ਕਰਦੀ? ਕਹਿੰਦੇ ਇਲੈਕਸ਼ਨ ਕਮਿਸ਼ਨ ਇਸ਼ੂ ਕਰਦੇ ਆ ਨੋਟੀਫਿਕੇਸ਼ਨ ਇਲੈਕਸ਼ਨ ਦਾ, ਅੱਛਾ ਜੀ ਦੇਖਦੇ ਆ। ਕਹਿੰਦੇ ਇਹ ਡਿਸਟ੍ਰੀਬਿਊਟ ਕਰਦੇ ਆ ਸਿੰਬਲ, ਬਿਲਕੁਲ ਸਹੀ ਆ। ਕਹਿੰਦੇ ਇਹ ਸੈਟਲ ਕਰਦੇ ਆ ਵੈਲਿਡਿਟੀ ਆਫ ਇਲੈਕਸ਼ਨ, ਅੱਛਾ ਦੇਖਦੇ ਆ। ਕਹਿੰਦੇ ਇਹ ਕੰਡਕਟ ਕਰਦੇ ਆ ਇਲੈਕਸ਼ਨ ਆਫ ਪੀਸਫੁਲੀ, ਕਹਿੰਦੇ ਜੀ ਇਹ ਜਿਹੜੇ ਸ਼ਾਂਤਮਈ ਤਰੀਕੇ ਨਾਲ ਇਲੈਕਸ਼ਨ ਕਰਾਉਂਦੇ ਆ। ਵੈਲਿਡਿਟੀ ਆ ਜਿਹੜੀ ਉਹ ਤਰੀਕ ਹੈ ਜਿਹੜੀ ਡਿਸਾਈਡ ਕਰਦੇ ਆ ਇਲੈਕਸ਼ਨ ਕਮਿਸ਼ਨ ਡਿਸਟ੍ਰੀਬਿਊਟ ਕਰਦੇ ਆ ਇਲੈਕਸ਼ਨ ਸਿੰਬਲ, ਤੇ ਕਿ ਇਹ ਇਸ਼ੂ ਕਰਦੇ ਆ ਨੈਸ਼ਨਲ, ਗੱਲ ਕਰਦੇ ਆ ਇਲੈਕਸ਼ਨ ਦੀ ਡੇਟ। ਤਾਂ ਧਿਆਨ ਰੱਖਿਓ ਇਹ ਨੋਟੀਫਿਕੇਸ਼ਨ ਇਸ਼ੂ ਕਰਦੇ ਆ, ਠੀਕ ਹੈ, ਨੋਟੀਫਿਕੇਸ਼ਨ ਇਸ਼ੂ ਨਹੀਂ ਕਰਦੇ। ਜਿਹੜੇ ਨੋਟੀਫਿਕੇਸ਼ਨ ਇਸ਼ੂ ਕਰਨ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਆ ਇਹ ਸੈਂਟਰ ਦੇ ਵਿੱਚ, ਧਿਆਨ ਰੱਖਿਓ ਸੈਂਟਰ ਦੇ ਵਿੱਚ ਇਹ ਹੁੰਦੀ ਆ ਰਾਸ਼ਟਰਪਤੀ ਦੀ, ਰਾਸ਼ਟਰਪਤੀ ਸਾਹਿਬ ਦੀ। ਤੇ ਸਟੇਟ ਦੀ ਗੱਲ ਕਰਦੇ ਆ, ਸਟੇਟ ਦੇ ਵਿੱਚ ਜਿਹੜਾ ਇਲੈਕਸ਼ਨ ਹੋਣਗੇ ਵੀ ਇੰਨੇ ਸਮੇਂ ਬਾਅਦ ਇਲੈਕਸ਼ਨ ਹੋਣਗੇ, ਇਹਨਾਂ ਦੀ ਜਿਹੜੀ ਨਿਯੁਕਤੀ ਆ ਜਾਂ ਜਿਹੜੇ ਅਪਾਇੰਟ ਆ ਇਹ ਟਾਈਮ ਆ ਜਿਹੜਾ ਇਹ ਗਵਰਨਰ ਦੁਆਰਾ ਨਿਯੁਕਤ ਕੀਤਾ ਜਾਂਦਾ, ਠੀਕ ਹੈ, ਗਵਰਨਰ ਦੁਆਰਾ ਇਹ ਡਿਕਲੇਅਰ ਕੀਤਾ ਜਾਂਦਾ। ਤਾਂ ਧਿਆਨ ਰੱਖਿਓ ਸੈਂਟਰ ਦੇ ਵਿੱਚ ਕਰੂਗਾ ਰਾਸ਼ਟਰਪਤੀ ਤੇ ਸਟੇਟ ਦੇ ਵਿੱਚ ਕਰੂਗਾ ਗਵਰਨਰ, ਇਹ ਮੋਸਟ ਇੰਪੋਰਟੈਂਟ ਪੁਆਇੰਟ ਆ। ਇੱਕ ਹੋਰ ਮੋਸਟ ਇੰਪੋਰਟੈਂਟ ਪੁਆਇੰਟ ਧਿਆਨ ਰੱਖਿਓ, ਜਿਹੜੀ ਇਲੈਕਸ਼ਨਾਂ ਵਾਲੀ ਇੰਕ ਹੁੰਦੀ ਆ, ਜਿਹੜੀ ਇਲੈਕਸ਼ਨਾਂ ਵਾਲੀ ਇੰਕ ਹੁੰਦੀ ਆ ਇਹ ਬਣਦੀ ਆ ਜੀ ਮੈਸੂਰ ਕਰਨਾਟਕਾ ਦੇ ਵਿੱਚ, ਧਿਆਨ ਰੱਖਿਓ ਮੈਸੂਰ ਕਰਨਾਟਕਾ ਦੇ ਵਿੱਚ ਜਿਹੜੀ ਆ ਇਲੈਕਸ਼ਨ ਵਾਲੀ ਇੰਕ ਬਣਦੀ ਆ, ਇੰਡੀਆ 'ਚ ਇੱਕੋ ਥਾਂ ਤੇ ਬਣਦੀ ਆ, ਹੋਰ ਕਿਤੇ ਨਹੀਂ ਬਣਦੀ, ਠੀਕ ਹੈ। ਆਹੋ ਹੀ ਕੁਐਸਚਨ ਆ, ਇਲੈਕਸ਼ਨ ਦੇ ਕਰਾਉਣ ਦੀ ਜ਼ਿੰਮੇਵਾਰੀ ਆ ਤੇ ਇਹ ਕਹਿੰਦੇ ਜੀ ਲੋਕ ਸਭਾ ਰਾਜ ਸਭਾ ਦੇ ਇਲੈਕਸ਼ਨ ਕਰਾਉਂਦੇ ਆ ਪ੍ਰੈਜ਼ੀਡੈਂਟ ਕਰੂਗਾ, ਤੇ ਜਿਹੜੀਆਂ ਸਟੇਟ ਲੈਜਿਸਲੇਟਿਵ ਆ ਇਹ ਗਵਰਨਰ ਆਫ ਸਟੇਟ ਦੁਆਰਾ ਕੀਤੇ ਜਾਂਦੇ। ਅਗਲਾ ਪ੍ਰਸ਼ਨ ਆ ਗਿਆ ਜੀ, ਅਗਲਾ ਪ੍ਰਸ਼ਨ ਜਲਦੀ ਪ੍ਰਸ਼ਨ ਪੜੋ ਤੇ ਆਨਸਰ ਕਰੋ ਜਲਦੀ ਜਲਦੀ। ਚਲੋ ਯਾਰ ਪੜੋ, ਕੁਐਸਚਨ ਪੜੋ ਤੇ ਆਨਸਰ ਕਰੋ। ਅਗਲਾ ਪ੍ਰਸ਼ਨ ਕੀ ਕਹਿ ਰਿਹਾ? ਦੇਖੋ ਅਗਲਾ ਪ੍ਰਸ਼ਨ ਕੀ ਕਹਿ ਰਿਹਾ, ਕਹਿੰਦਾ ਜੀ decision and disqualification of person decided, ਕਹਿੰਦੇ ਇਹਨਾਂ ਵਿੱਚੋਂ ਵੀ ਕੋਈ ਬੰਦਾ ਦੋਸ਼ੀ ਹੈ ਜਾਂ ਨਹੀਂ ਹੈ, ਠੀਕ ਹੈ, ਦੋਸ਼ੀ ਕਰਾਰ ਦਿੱਤੇ ਚੋਣ ਲੜਨ ਦੇ ਅਧਿਕਾਰ ਦਾ ਯੋਗ। ਦੇਖੋ ਕੋਈ ਵਿਅਕਤੀ ਹੈ ਜਿੰਨੇ ਚਿਰ ਉਹ ਵਿਅਕਤੀ ਹੈ ਜਿਹੜਾ ਉਹਨੂੰ ਡਿਕਲੇਅਰ ਨਹੀਂ ਕੀਤਾ ਜਾਂਦਾ ਕਿ ਇਹ ਕੀ ਆ ਇਹਦੇ ਤੇ ਜੁਰਮ ਸਾਬਿਤ ਹੋਇਆ, ਠੀਕ ਹੈ, ਉਹ ਬੰਦਾ ਕੀ ਆ ਇਲੈਕਸ਼ਨ ਲੜ ਸਕਦਾ ਜਦੋਂ ਤੱਕ ਉਹਦੇ ਤੇ ਡਿਕਲੇਅਰ ਕੋਰਟ ਆ ਜਿਹੜੀ ਇਹ ਕਹਿ ਨਾ ਦੇਵੇ ਕਿ ਹਾਂ ਇਸ ਵਿਅਕਤੀ ਨੂੰ ਇਸ ਕੇਸ ਦੇ ਵਿੱਚ ਕੀ ਆ ਦੋਸ਼ੀ ਪਾਇਆ ਗਿਆ, ਠੀਕ ਹੈ, ਦੋਸ਼ੀ ਡਿਕਲੇਅਰ ਨਾ ਹੋ ਜਾਵੇ ਉਦੋਂ ਤੱਕ ਕੀ ਆ ਉਹ ਕੇਸ ਲੜ ਸਕਦਾ। ਜੇਕਰ ਕੋਈ ਵਿਅਕਤੀ ਦੋਸ਼ੀ ਪਾਇਆ ਗਿਆ ਉਸ ਤੋਂ ਬਾਅਦ ਉਹ ਕੇਸ ਨਹੀਂ ਲੜ ਸਕਦਾ। ਹੁਣ ਇਹ ਕਿਹਨੇ ਕਿਹਾ ਸੀ? ਸੁਪਰੀਮ ਕੋਰਟ ਆਫ ਇੰਡੀਆ ਨੇ, ਠੀਕ ਹੈ, ਇਹ ਸਾਰਾ ਕਿਹਦੇ ਦੇ ਤਹਿਤ ਹੁੰਦਾ? ਸੁਪਰੀਮ ਕੋਰਟ ਆਫ ਇੰਡੀਆ, ਸੌਰੀ ਪਾਰਲੀਮੈਂਟ ਦੇ ਤਹਿਤ ਹੁੰਦਾ। ਮਾਫ ਕਰਨਾ ਇਹ ਕਿਹਦੇ ਤਹਿਤ ਹੁੰਦਾ ਜੀ? ਪਾਰਲੀਮੈਂਟ ਦੇ ਤਹਿਤ ਹੁੰਦਾ, ਪਾਰਲੀਮੈਂਟ ਡਿਸਾਈਡ ਕਰੂਗੀ, ਠੀਕ ਹੈ ਜੀ, ਧਿਆਨ ਰੱਖਿਓ। ਨੈਕਸਟ ਪ੍ਰਸ਼ਨ, ਅਗਲਾ ਪ੍ਰਸ਼ਨ ਕੀ ਕਹਿ ਰਿਹਾ, ਕਹਿੰਦਾ ਜੀ ਇਹਨਾਂ ਵਿੱਚੋਂ ਕਿਹੜੀ ਅਮੈਂਡਮੈਂਟ ਦੇ ਤਹਿਤ ਕੀਤਾ ਗਿਆ 61st
61ਵੀਂ ਸੰਸ਼ੋਧਨ ਆ ਜਿਹੜਾ ਇਹਦੇ ਤਹਿਤ ਕੀ ਕੀਤਾ ਗਿਆ ਸੀ। ਤਾਂ ਧਿਆਨ ਰੱਖਿਓ ਜਿਹੜਾ 61ਵਾਂ ਸੰਸ਼ੋਧਨ ਸੀ, 61ਵੀਂ ਸੰਸ਼ੋਧਨ ਦੇ ਤਹਿਤ ਪਹਿਲੀ ਵਾਰੀ ਗੱਲ ਕੀਤੀ ਗਈ ਸੀ ਵੀ ਇਹਨਾਂ ਵਿੱਚ ਜਿਹੜੀ ਏਜ ਆ ਜਿਹੜੀ ਉਹ ਵੋਟਰਾਂ ਦੀ ਘਟਾ ਦਿੱਤੀ ਜਾਵੇ। ਠੀਕ ਹੈ, ਏਜ ਸੀਗੀ ਜਿਹੜੀ ਵੋਟਰਾਂ ਦੀ ਇਹਦੇ ਵਿੱਚ ਕੀ ਪਹਿਲੀ ਵਾਰ ਘਟਾ ਦਿੱਤੀ ਗਈ ਸੀ। ਇਹਦੇ ਵਿੱਚ ਜਿਹੜੀ ਪਹਿਲਾਂ ਵੋਟ ਹੁੰਦੀ ਸੀ 21 ਸਾਲ ਦੀ ਹੁੰਦੀ ਸੀ ਉਮਰ ਸੀਮਾ, ਇਹਨੂੰ ਘਟਾ ਕੇ 18 ਸਾਲ ਕਰ ਦਿੱਤਾ ਗਿਆ ਸੀ। 61ਵਾਂ ਸੰਸ਼ੋਧਨ ਸੀ ਇਹ ਰਾਜੀਵ ਗਾਂਧੀ ਦੀ ਸਰਕਾਰ ਨੇ ਕੀਤਾ ਸੀ। ਠੀਕ ਹੈ ਜੀ, ਰਾਜੀਵ ਗਾਂਧੀ ਦੀ ਸਰਕਾਰ ਨੇ ਕੀਤੇ ਸੀ। ਇਹ ਇੰਪੋਰਟੈਂਟ ਪੁਆਇੰਟ ਤੁਸੀਂ ਧਿਆਨ ਦੇ ਵਿੱਚ ਰੱਖਣਾ। ਅਗਲਾ ਪ੍ਰਸ਼ਨ ਕੀ ਕਹਿ ਰਿਹਾ ਜੀ, ਕਹਿੰਦਾ ਜੀ which of the following election is not conducted by the election commission। ਇਹਨਾਂ ਵਿੱਚੋਂ ਕਿਹੜੇ ਇਲੈਕਸ਼ਨ ਆ ਜਿਹੜੇ ਇਲੈਕਸ਼ਨ ਕਮਿਸ਼ਨ ਨਾਲ ਕੰਡਕਟ ਨਹੀਂ ਕਰਦਾ। ਤਾਂ ਤੁਹਾਨੂੰ ਦੱਸਿਆ ਸੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜੇ ਇਹ 6 ਤਰ੍ਹਾਂ ਦੇ ਇਲੈਕਸ਼ਨ ਕਰਾਉਂਦਾ, ਕਿਹੜੇ ਕਿਹੜੇ ਲੋਕ ਸਭਾ ਦੇ, ਰਾਜ ਸਭਾ ਦੇ, ਉਸ ਤੋਂ ਬਾਅਦ ਪ੍ਰੈਜ਼ੀਡੈਂਟ ਦੇ, ਵਾਈਸ ਪ੍ਰੈਜ਼ੀਡੈਂਟ ਦੇ, ਵਿਧਾਨ ਸਭਾ ਦੇ ਤੇ ਵਿਧਾਨ ਪ੍ਰੀਸ਼ਦ ਦੇ। ਠੀਕ ਹੈ, ਵਿਧਾਨ ਪ੍ਰੀਸ਼ਦ ਦੇ ਇਹ 6 ਤਰ੍ਹਾਂ ਦੇ ਲੋਕਲ ਬੋਡੀਜ਼ ਦੇ ਇਲੈਕਸ਼ਨ ਕਰਾਉਣ ਦੀ ਜ਼ਿੰਮੇਵਾਰੀ ਕਿਹਦੀ ਹੁੰਦੀ ਆ, ਸਟੇਟ ਇਲੈਕਸ਼ਨ ਕਮਿਸ਼ਨ ਦੀ ਹੁੰਦੀ ਆ। ਇਲੈਕਸ਼ਨ ਕਮਿਸ਼ਨ ਦੀ ਗੱਲ ਕਰ ਲੈਂਦੇ ਆ, ਇਹਦੇ ਆਰਟੀਕਲ ਹੈਗੇ ਆ ਜੀ 323 ਤੋਂ ਲੈ ਕੇ 329 ਤੱਕ। ਠੀਕ ਹੈ, ਇੰਪੋਰਟੈਂਟ ਆਰਟੀਕਲ। ਤੇ ਆਰਟੀਕਲ ਇੱਕ ਮੋਸਟ ਇੰਪੋਰਟੈਂਟ ਆਰਟੀਕਲ ਆ, ਆਰਟੀਕਲ ਹੈਗਾ ਜੀ 326। ਆ ਧਿਆਨ ਰੱਖਿਓ ਆਰਟੀਕਲ ਕਿਹੜਾ 326। 326 ਦਾ ਮਤਲਬ ਹੁੰਦਾ ਰਾਈਟ ਟੂ ਵੋਟ। ਠੀਕ ਹੈ ਜੀ, ਰਾਈਟ ਟੂ ਵੋਟ ਆਰਟੀਕਲ ਕਹਿੰਦਾ 326 ਤਹਿਤ ਆਉਂਦਾ। ਚਲੋ ਜੀ ਨੈਕਸਟ ਅਗਲਾ ਪ੍ਰਸ਼ਨ ਕਹਿੰਦੇ ਜੀ ਫੰਕਸ਼ਨ ਆਫ ਅਸਾਈਨ ਦਾ ਪੰਚਾਇਤੀ ਰਾਜ ਸਿਸਟਮ, ਇਹ ਸੀ 73ਵਾਂ ਸੰਸ਼ੋਧਨ ਕਨਸਟੀਟਿਊਸ਼ਨ ਅਮੈਂਡ ਮੈਂਸ਼ਨਡ ਇਨ। ਕਹਿੰਦੇ ਜੀ ਇਹ ਕਿਹੜੇ ਸ਼ਡਿਊਲ ਦੇ ਵਿੱਚ ਮੈਂਸ਼ਨ ਹੈ 73ਵਾਂ ਸੰਸ਼ੋਧਨ। ਸਿੱਧੀ ਪੰਚਾਇਤੀ ਰਾਜ ਸਿਸਟਮ ਦੀ ਗੱਲ ਕਰਦੇ ਆ, ਪੰਚਾਇਤੀ ਰਾਜ ਆਪਾਂ ਨੂੰ ਪਤਾ 11th ਸ਼ਡਿਊਲ ਦੇ ਵਿੱਚ ਆ। 73ਵਾਂ ਸੰਸ਼ੋਧਨ ਹੋਇਆ ਸੀ, ਕਦੋਂ ਹੋਇਆ ਸੀ 1992 ਦੇ ਤਹਿਤ, ਜਿੰਦੇ ਵਿੱਚ ਜਿਹੜੀਆਂ ਪੰਚਾਇਤਾਂ ਸੀ ਉਹਨੂੰ ਸੰਵਿਧਾਨਿਕ ਦਰਜਾ ਦੇ ਦਿੱਤਾ ਗਿਆ ਸੀ। ਕਲੀਅਰ ਆ ਜੀ, ਬਿਲਕੁਲ ਸਹੀ ਹੈ। ਅਗਲਾ ਜੀ ਕਿਸ ਰਾਜ ਵਿੱਚ ਰਾਜਪਾਲ ਦੀ ਨਿਯੁਕਤੀ ਹੈ ਜਿਹੜੀ ਇਹ ਸੰਵਿਧਾਨ ਦੇ ਅਨੁਛੇਦ ਦੇ ਉਪਲਬਧ ਅਨੁਸਾਰ ਕੀਤੀ ਜਾਂਦੀ ਹੈ। ਦੇਖੋ ਰਾਜਪਾਲ ਹੁੰਦਾ ਜਿਹੜਾ ਇਹਨਾਂ ਦੀ ਜਿਹੜੀ ਰਾਜਪਾਲ ਦਾ, ਵੈਸੇ ਰਾਜਪਾਲ ਦਾ ਆਰਟੀਕਲ ਕਿਹੜਾ 153, ਬਟ ਅਗਰ ਇਹਨਾਂ ਦੀ ਅਪਾਇੰਟਮੈਂਟ ਦੀ ਗੱਲ ਕੀਤੀ ਜਾਵੇ, ਧਿਆਨ ਰੱਖਿਓ ਅਪਾਇੰਟਮੈਂਟ ਦੀ ਗੱਲ ਕੀਤੀ ਜਾਵੇ ਤਾਂ ਇਹਦੇ ਵਾਸਤੇ ਆਰਟੀਕਲ ਕਿਹੜਾ 155, ਇਹ ਅਪਾਇੰਟਮੈਂਟ ਵਾਸਤੇ ਆ। ਜੇ ਪੁੱਛਿਆ ਜਾਵੇ ਗਵਰਨਰ ਦਾ ਆਰਟੀਕਲ ਕਿਹੜਾ, ਗਵਰਨਰ ਦਾ ਆਰਟੀਕਲ 153 ਵੀ ਇੱਥੇ ਇੱਕ ਸਟੇਟ ਦਾ ਗਵਰਨਰ ਹੋਵੇਗਾ ਜਿਹਦੀ ਨਿਯੁਕਤੀ ਕਿਹਦੇ ਦੁਆਰਾ ਕੀਤੀ ਜਾਵੇਗੀ, ਰਾਸ਼ਟਰਪਤੀ ਦੁਆਰਾ ਕੀਤੀ ਜਾਵੇਗੀ। ਠੀਕ ਹੈ ਜੀ, ਚਲੋ ਬਹੁਤ ਅੱਛੇ। ਅਗਲਾ ਪ੍ਰਸ਼ਨ ਕਹਿੰਦੇ which of the following cases comes under the jurisdiction of high court and supreme court। ਇਹਨਾਂ ਵਿੱਚੋਂ ਕਹਿੰਦੇ ਜੀ ਕਿਹੜੇ ਕੇਸ ਆ ਜਿਹੜੇ ਕੀ ਆ ਸੁਪਰੀਮ ਕੋਰਟ, ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਅੰਡਰ ਆਉਂਦੇ ਆ। ਠੀਕ ਹੈ, ਹਾਈ ਕੋਰਟ ਸੁਪਰੀਮ ਕੋਰਟ ਖੇਤਰ ਦਾ ਕਹਿੰਦੇ ਡਿਸਪਿਊਟ ਵਿਦ ਸੈਂਟਰ ਐਂਡ ਸਟੇਟ। ਸੈਂਟਰ ਐਂਡ ਸਟੇਟ ਦੇ ਵਿਚਕਾਰ ਡਿਸਪਿਊਟ ਹੋਵੇ, ਡਿਸਪਿਊਟ ਬਿਟਵੀਨ ਸਟੇਟਸ। ਤਾਂ ਧਿਆਨ ਰੱਖਿਓ ਇਹਨਾਂ ਵਿੱਚੋਂ ਗੱਲ ਕਰਦੇ ਆ ਜੇਕਰ ਆਪਣੇ ਫੰਡਾਮੈਂਟਲ ਰਾਈਟ ਹੁੰਦੇ ਆ, ਆਪਣੇ ਜਿਹੜੇ ਫੰਡਾਮੈਂਟਲ ਰਾਈਟ ਆ, ਫੰਡਾਮੈਂਟਲ ਰਾਈਟ ਦੇ ਜੇਕਰ ਕੋਈ ਵੀ ਕਨਸੈਪਟ ਆ ਅਗਰ ਇਹਨਾਂ ਵਾਇਓਲੇਸ਼ਨ ਹੁੰਦੀ ਆ, ਆਰਟੀਕਲ 32 ਤਹਿਤ ਆਪਾਂ ਸੁਪਰੀਮ ਕੋਰਟ ਜਾ ਸਕਦੇ ਆ ਤੇ 226 ਦੇ ਤਹਿਤ ਕੀ ਆਪਾਂ ਹਾਈ ਕੋਰਟ ਜਾ ਸਕਦੇ ਆ। ਇਹ ਦੋਨਾਂ ਤਹਿਤ ਆਉਂਦਾ ਕਾਮਨ ਫੰਡਾਮੈਂਟਲ ਰਾਈਟ ਦੇ। ਜੇ ਗੱਲ ਕਰਦੇ ਸੈਂਟਰ ਸਟੇਟ ਰਿਲੇਸ਼ਨ ਦੀ ਤਾਂ ਇਹ ਓਨਲੀ ਸੁਪਰੀਮ ਕੋਰਟ ਜਿਹੜੀ ਡਿਸਾਈਡ ਕਰੂਗੀ। ਜੇ ਸਟੇਟ ਵਰਸਸ ਸਟੇਟ ਆ ਤਾਂ ਵੀ ਕੀ ਹੈ ਸੁਪਰੀਮ ਕੋਰਟ ਦੇ ਅੰਡਰ ਆਏਗਾ। ਕਲੀਅਰ ਹੈ ਜੀ, ਚਲੋ ਅਗਲਾ ਕੁਐਸਚਨ ਕਹਿੰਦੇ ਜੀ ਬਾਈ ਵਿਚ ਆਫ ਦਾ ਫੋਲੋਇੰਗ ਐਕਟ ਲੈਜਿਸਲੇਟਿਵ ਕਾਉਂਸਲ ਆ ਜਿਹੜੀ ਇਹਨੂੰ ਡਿਸਕਸ ਕੀਤਾ ਗਿਆ ਸੀ ਬਜਟ 1892 ਪਹਿਲਾਂ ਵੀ ਜੁਡੀਸ਼ੀਅਲ ਰਿਵਿਊ ਯੂਐਸਏ ਤੋਂ ਲਿਆ ਗਿਆ। ਹੇਠ ਲਿਖਿਆਂ ਵਿੱਚੋਂ ਕਿਹੜਾ ਰਾਜ ਸੂਚੀ ਵਿੱਚ ਹੈ। ਤਾਂ ਧਿਆਨ ਰੱਖਿਓ ਰਾਜ ਸੂਚੀ ਮੈਂ ਤੁਹਾਨੂੰ ਦੱਸਿਆ ਸੀ ਜਿਹੜਾ ਯੂਨੀਅਨ ਸਬਜੈਕਟ ਆ, ਯੂਨੀਅਨ ਦੇ ਵਿੱਚ ਆਉਂਦੇ ਆ 100 ਸਬਜੈਕਟ ਆ, ਸਟੇਟ ਦੇ ਵਿੱਚ ਕਿੰਨੇ ਸਬਜੈਕਟ ਆਉਂਦੇ ਆ ਤਾਂ ਧਿਆਨ ਰੱਖਣਾ ਸਟੇਟ 'ਚ ਆਉਂਦੇ ਆ 61 ਸਬਜੈਕਟ ਤੇ ਕੌਨਕਰੈਂਟ ਜਿਹੜੇ ਬੋਥ ਸਟੇਟ ਤੇ ਸੈਂਟਰ ਦੋਨੇ ਵਿੱਚ ਆਉਂਦੇ ਆ ਉਹਦੇ ਵਿੱਚ ਹੈਗੇ 52 ਸਬਜੈਕਟ। ਹੁਣ ਸਟੇਟ ਦੀ ਗੱਲ ਕਰਦੇ ਆ, ਇਹਦੇ ਵਿੱਚ ਆਉਂਦੀ ਹੈ ਜੀ ਰੇਲਵੇ ਆਰਪੀਐਫ, ਰੇਲਵੇ ਪ੍ਰੋਟੈਕਸ਼ਨ ਫੋਰਸ ਆ ਜਿਹੜੀ ਉਹ ਆਰਪੀਐਫ ਆ ਸਟੇਟ ਦੇ ਵਿੱਚ ਆਉਂਦੀ ਆ। ਕਾਰਪੋਰੇਟ ਟੈਕਸ ਵੀ ਸੈਂਟਰਲ ਗਵਰਨਮੈਂਟ ਲਏਗੀ, ਸੈਂਸਸ ਵੀ ਸੈਂਟਰਲ ਗਵਰਨਮੈਂਟ ਦੁਆਰਾ ਕੰਡਕਟ ਕੀਤਾ ਜਾਂਦਾ ਤੇ ਇਕਨੋਮੀ ਤੇ ਸੋਸ਼ਲ ਪਲੈਨਿੰਗ ਵੀ ਸੈਂਟਰਲ ਗਵਰਨਮੈਂਟ ਦੁਆਰਾ ਕੰਡਕਟ ਕੀਤੀ ਜਾਂਦੀ ਆ। ਸਟੇਟ ਦਾ ਕਨਸੈਪਟ ਕਿਹੜਾ, ਰੇਲਵੇ। ਠੀਕ ਹੈ ਜੀ, ਅਗਲਾ ਪ੍ਰਸ਼ਨ ਕਹਿੰਦੇ ਜੀ ਪ੍ਰੋਵੀਜ਼ਨ ਆਫ ਸ਼ਡਿਊਲ ਆਫ 6 ਸ਼ਡਿਊਲ ਦੇ ਵਿੱਚ ਦਿੱਤਾ ਕਨਸਟੀਟਿਊਸ਼ਨ ਡਸ ਨਾਟ ਅਪਲਾਈ ਔਨ ਦਾ ਵਿਚ ਦਾ ਕਨਸਟੀਟਿਊਸ਼ਨ। ਕਹਿੰਦੇ ਇਹਨਾਂ ਵਿੱਚੋਂ ਕਹਿੰਦੇ ਜੀ 6ਵੇਂ ਸ਼ਡਿਊਲ ਦੇ ਤਹਿਤ ਜਿਹੜੀ 6ਵੀਂ ਅਨੁਸੂਚੀ ਦੇ ਆ ਉਹਦੇ ਤੇ ਇਹਨਾਂ ਵਿੱਚੋਂ ਕਿੱਥੇ ਆ ਜਿਹੜਾ ਆਪਣਾ ਸੰਵਿਧਾਨ ਲਾਗੂ ਨਹੀਂ ਹੁੰਦਾ। ਤਾਂ ਧਿਆਨ ਰੱਖਣਾ ਤਾਂ ਮੋਸਟ ਇੰਪੋਰਟੈਂਟ ਆ ਕਿਹੜੀ ਆ ਜੀ, ਦੇਖੋ ਇਹਨਾਂ ਵਿੱਚੋਂ ਜਿਹੜੀ ਡੀ ਆ ਮਨੀਪੁਰ। ਦੇਖੋ ਮਨੀਪੁਰ ਦੇ ਵਿੱਚ ਹੁਣ ਵੀ ਕਿਵੇਂ ਹਿੰਸਾ ਬਹੁਤ ਜ਼ਿਆਦਾ ਹੋ ਰਹੀ ਹੈ। ਮਨੀਪੁਰ ਦਾ ਜਿਹੜਾ ਇਹ ਕੀ ਆ ਇੱਕ ਵੈਲੀ ਏਰੀਆ, ਘਾਟੀ ਏਰੀਆ, ਈਸਟਰਨ ਸਟੇਟ ਆ ਜਿਹਦੇ ਵਿੱਚ ਕਹਿ ਸਕਦੇ ਹਾਂ ਕਿ ਆਪਾਂ ਬਹੁਤ ਜਨਜਾਤੀਆਂ ਕਬੀਲਿਆਂ ਦੇ ਲੋਕ ਰਹਿੰਦੇ ਆ। ਠੀਕ ਹੈ, ਤਾਂ ਇਹਦਾ ਕਰੈਕਟ ਆਨਸਰ ਕੀ ਹੈ, ਮਨੀਪੁਰ ਦੇ ਵਿੱਚ ਕੰਪਲੀਟਲੀ ਤੌਰ ਤੇ ਜਿਹੜਾ ਉਹ ਲਾਗੂ ਨਹੀਂ ਹੁੰਦਾ। ਠੀਕ ਹੈ, ਬਾਕੀ ਸਾਰੀਆਂ ਅਸਾਮ, ਤ੍ਰਿਪੁਰਾ,
ਮੇਘਾਲਿਆ ਤੇ ਮਿਜ਼ੋਰਮ ਦੇ ਵਿੱਚ ਕੀ ਆ ਇਹ ਲਾਗੂ ਹੁੰਦੇ ਆ, ਠੀਕ ਹੈ, ਇਹਦਾ ਆਨਸਰ ਕੀ ਹੈ ਡੀ। ਨੈਕਸਟ ਕੁਐਸਚਨ, ਵੈਲਫੇਅਰ ਸਟੇਟ, ਵੈਲਫੇਅਰ ਸਟੇਟ ਦਾ ਮਤਲਬ ਕੀ ਆ, ਕਹਿੰਦੇ ਵੈਲਫੇਅਰ ਸਟੇਟ ਦਾ ਮਤਲਬ ਆ ਇਹ ਸੈਕੂਲਰ ਮੈਕਸਿਮਮ ਵੈਲਫੇਅਰ ਕਰਦਾ ਮੈਕਸਿਮਮ ਨੰਬਰ ਦੀ, ਅੱਛਾ ਕਹਿੰਦੇ ਮੈਨੇਜਮੈਂਟ ਕਰਦਾ ਵੈਲਫੇਅਰ ਆਫ ਵੀਕਰ ਸੈਕਸ਼ਨ, ਜਿਹੜਾ ਗਰੀਬ ਵਰਗ ਆ ਉਹਨਾਂ ਦੀ ਜਿਹੜੀ ਭਲਾਈ ਕਰਦੇ ਆ, ਹੈਲਥ ਜਿਹੜੀਆਂ ਫੈਸਿਲਿਟੀਆਂ ਇਹ ਦਿੰਦੇ ਆ। ਦੇਖੋ ਧਿਆਨ ਰੱਖਿਓ ਇਹ ਮੈਨੇਜਮੈਂਟ ਕਰਦੇ ਜਿਹੜਾ ਵੀਕਰ ਸੈਕਸ਼ਨ ਆ ਉਹਨਾਂ ਦੀ ਕੀ ਆ ਮੈਨੇਜਮੈਂਟ ਕਰਦੇ ਆ, ਉਹਨਾਂ ਨੂੰ ਕੀ ਆ ਜਿੰਨੀਆਂ ਵੀ ਇੰਪੋਰਟੈਂਟ ਜਿਹੜੀਆਂ ਸੁਵਿਧਾਵਾਂ ਹੁੰਦੀਆਂ ਉਹ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਸਾਰੀ ਕਿੰਨੀ ਆ ਸਟੇਟ ਦੀ ਹੁੰਦੀ ਹੈ, ਠੀਕ ਹੈ, ਤਾਂ ਹੀ ਉਹ ਇੱਕ ਵੈਲਫੇਅਰ ਸਟੇਟ ਕਰਵਾਉਂਦੀ ਹੈ। ਅਗਲਾ ਪ੍ਰਸ਼ਨ, ਕਹਿੰਦੇ ਯੂਨੀਅਨ ਟੈਰੀਟਰੀ ਇਨ ਇੰਡੀਆ ਐਡਮਿਨਿਸਟ੍ਰੇਟਰ, ਜਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ ਹੁੰਦੇ ਆ ਇਹਨਾਂ ਦੀ ਐਡਮਿਨਿਸਟ੍ਰੇਸ਼ਨ ਕੌਣ ਕਰਦੇ ਆ, ਤਾਂ ਧਿਆਨ ਰੱਖਿਓ ਜਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ ਹੁੰਦੇ ਆ ਇਹਨਾਂ ਵਿੱਚ ਇੱਕ ਬੰਦਾ ਹੁੰਦਾ ਇਹਨੂੰ ਬੋਲਦੇ ਆ ਲੈਫਟੀਨੈਂਟ ਗਵਰਨਰ, ਐਲਜੀ ਬੋਲ ਦਿੰਦੇ ਆ। ਉਹ ਜਿਹੜੇ ਐਲਜੀ ਆ ਇਹਨਾਂ ਦੀ ਜਿਹੜੀ ਨਿਯੁਕਤੀ ਆ ਇਹ ਰਾਸ਼ਟਰਪਤੀ ਦੁਆਰਾ ਕਰਵਾਈ ਜਾਂਦੀ ਹੈ, ਠੀਕ ਹੈ, ਰਾਸ਼ਟਰਪਤੀ ਦੁਆਰਾ ਰਾਸ਼ਟਰਪਤੀ ਹੀ ਅਪਾਇੰਟ ਕਰਵਾਉਂਦੇ ਆ ਥਰੂ ਐਲਜੀ ਤਹਿਤ ਕੀ ਇਹਨਾਂ ਨੂੰ ਕਰਵਾਇਆ ਜਾਂਦਾ, ਠੀਕ ਹੈ। ਅਗਲਾ ਪ੍ਰਸ਼ਨ, ਕਹਿੰਦੇ ਜੀ ਇਹ ਬ੍ਰਿਟਿਸ਼ ਸਿਟੀਜ਼ਨ ਆ ਸਟੇਇੰਗ ਇਨ ਇੰਡੀਆ, ਕਹਿੰਦੇ ਕੋਈ ਇੱਕ ਭਾਰਤੀ ਆ ਜਿਹੜਾ ਅੰਗਰੇਜ਼ ਆ ਉਹ ਬ੍ਰਿਟਿਸ਼ ਨਾਗਰਿਕ ਆ, ਉਹ ਅਧਿਕਾਰ ਦਾ ਦਾਵਾ ਨਹੀਂ ਕਰ ਸਕਦਾ, ਕਿਉਂ ਨਹੀਂ ਕਰ ਸਕਦਾ, ਇਹਨਾਂ ਵਿੱਚੋਂ ਕਿਹੜੇ ਅਧਿਕਾਰ ਦਾ ਦਾਵਾ ਨਹੀਂ ਕਰ ਸਕਦਾ ਕੋਈ ਅੰਗਰੇਜ਼ ਬੰਦਾ, ਫਰੀडम ਆਫ ਟ੍ਰੇਡ ਐਂਡ ਪ੍ਰੋਫੈਸ਼ਨ ਵੀ ਉਹ ਵਪਾਰ ਕਰ ਸਕਦਾ, ਇਕੁਐਲਿਟੀ ਬਿਫੋਰ ਲਾ ਬਰਾਬਰ ਨਿਆਂ ਉਹਨੂੰ, ਲਾਈਫ ਐਂਡ ਪਰਸਨਲ ਲਿਬਰਟੀ ਹਰੇਕ ਨੂੰ ਹੁੰਦਾ, ਆਜ਼ਾਦੀ ਵੀ ਧਰਨ ਦਾ, ਤਾਂ ਧਿਆਨ ਰੱਖਿਓ ਕੋਈ ਵਿਅਕਤੀ ਬਾਹਰਲੇ ਦੇਸ਼ ਚੋਂ ਆ ਕੇ ਕੀ ਆ ਉਹ ਆਪਣੇ ਇੰਡੀਆ ਦੇ ਵਿੱਚ ਕੀ ਨਹੀਂ ਕਰ ਸਕਦਾ, ਵਪਾਰ ਨਹੀਂ ਕਰ ਸਕਦਾ, ਕਿਉਂਕਿ ਦੇਖੋ ਵਪਾਰੀਆਂ ਨੇ ਤਾਂ ਇੰਡੀਆ ਲੁੱਟਿਆ, ਅੰਗਰੇਜ਼ ਕੀ ਕਰਨਾ ਸੀ ਇੰਡੀਆ ਵਿੱਚ ਵਪਾਰ ਕਰਨਾ ਸੀ, ਅੰਗਰੇਜ਼ ਕਹਿੰਦੇ ਜੀ ਮਾਈ ਬਾਪ ਸਾਨੂੰ ਜਿੱਥੇ ਵਪਾਰ ਕਰ ਲੈਣ ਦੋ, ਅਸੀਂ ਵਪਾਰੀ ਬੰਦੇ ਆ, ਅਸੀਂ ਇੱਥੇ ਜ਼ਮੀਨਾਂ ਜਾਇਦਾਦ ਤੋਂ ਕੀ ਲੈਣਾ, ਵਪਾਰ ਕਰਕੇ ਜਾਣਾ, ਤੇ ਬਾਅਦ ਦੇ ਵਿੱਚ ਪਤਾ ਲੱਗਿਆ ਜਦੋਂ ਉਹਨਾਂ ਨੇ ਆਪਦੇ ਕਿਲੇ ਬਣਾ ਲਏ, ਠੀਕ ਹੈ, ਤਾਂ ਧਿਆਨ ਰੱਖਣਾ ਗੋਰਾ ਪਾਰਟੀ। ਅਗਲਾ ਪ੍ਰਸ਼ਨ, ਕਹਿੰਦੇ which of the following fundamental rights is the not available for the citizenship, ਫੋਰਨ ਵਿਦੇਸ਼ੀਆਂ ਵਾਸਤੇ ਕਿਹੜੇ ਰਾਈਟ ਨਹੀਂ ਹੈਗੇ, ਤੁਹਾਨੂੰ ਮੈਂ ਹੁਣੇ ਦੱਸ ਕੇ ਹਟਿਆ ਸੀ, ਇਕੁਐਲਿਟੀ ਬਿਫੋਰ ਲਾ ਹੈਗਾ ਜੀ, ਫਰੀडम ਆਫ ਐਕਸਪ੍ਰੈਸ਼ਨ ਦੇਖਦੇ ਆ, ਕਹਿੰਦੇ ਫਰੀडम ਆਫ ਲਿਬਰਟੀ ਤੇ ਫਰੀडम ਆਫ ਐਕਸਪਲੋਇਟੇਸ਼ਨ ਇਹਨਾਂ ਵਿੱਚੋਂ ਕਿਹੜਾ ਅਧਿਕਾਰ ਫੰਡਾਮੈਂਟਲ ਨਹੀਂ ਹੈਗਾ, ਤਾਂ ਧਿਆਨ ਰੱਖਣਾ ਇਹ ਹੈਗਾ ਜੀ ਫਰੀडम ਆਫ ਐਕਸਪ੍ਰੈਸ਼ਨ, ਕਹਿੰਦੇ ਜੀ ਇਹਨਾਂ ਨੂੰ ਆਪਦੇ ਭਾਵ ਪ੍ਰਗਟ ਕਰਨ ਦਾ ਅਧਿਕਾਰ ਨਹੀਂ ਹੈਗਾ, ਬਾਕੀ ਸਾਰੇ ਆਜ਼ਾਦੀ ਆ ਇਹਨਾਂ ਨੂੰ, ਉਸ ਤੋਂ ਬਾਅਦ ਉਦਾਰਵਾਦੀ ਦੀ ਐਕਸਪਲੋਇਟੇਸ਼ਨ ਦੇ ਖਿਲਾਫ ਵੀ ਇਹ ਕਰ ਸਕਦੇ ਆ, ਤੇ ਕਾਨੂੰਨ ਦੇ ਬਰਾਬਰ ਕਾਨੂੰਨ ਦੇ ਵਿੱਚ ਸਾਰਿਆਂ ਸਾਹਮਣੇ ਬਰਾਬਰ ਨਿਆਂ ਚ ਵੀ ਆ। ਅਗਲਾ ਪ੍ਰਸ਼ਨ, ਕਹਿੰਦੇ which of the following right conferred by the constitution of the Indian also available to the non citizenship, ਕਹਿੰਦੇ ਉਹ ਐਸੇ ਅਧਿਕਾਰ ਜਿਹੜੇ ਕੀ ਆ ਭਾਰਤੀ ਲੋਕਾਂ ਕੋਲ ਤਾਂ ਹੈਗੇ ਆ ਪਲੱਸ ਉਹ ਕੀ ਆ ਬਾਹਰਲੇ ਫੋਰਨ ਵਿਦੇਸ਼ੀ ਵਿਅਕਤੀਆਂ ਕੋਲ ਵੀ ਹੈਗੇ ਆ, ਤਾਂ ਧਿਆਨ ਰੱਖਣਾ ਇਹ ਕਰੈਕਟ ਆਨਸਰ ਆਪਣੇ ਕੋਲ ਕੀ ਆ ਇਹਦਾ ਰਾਈਟ ਟੂ ਕਨਸਟੀਟਿਊਸ਼ਨ ਰੈਮਡੀ, ਰਾਈਟ ਟੂ ਕਨਸਟੀਟਿਊਸ਼ਨ ਰੈਮਡੀ ਦਾ ਆਰਟੀਕਲ 32 ਤੋਂ ਲੈ ਕੇ 35 ਤੱਕ ਆ, ਇਹਨੂੰ ਪੰਜਾਬੀ ਚ ਬੋਲਦੇ ਆ ਸੰਵਿਧਾਨਿਕ ਉਪਚਾਰ, ਠੀਕ ਹੈ ਜੀ, ਸੰਵਿਧਾਨਿਕ ਉਪਚਾਰ ਬੋਲਦੇ ਆ, ਸੰਵਿਧਾਨਿਕ ਉਪਚਾਰ ਦੇ ਜਿਹੜੇ ਅਧਿਕਾਰ ਆ ਇਹ ਸਾਰੇ ਕੀ ਆ ਇਹਨਾਂ ਕੋਲ ਵੀ ਵਿਦੇਸ਼ੀਆਂ ਕੋਲ ਵੀ ਹੁੰਦੇ ਆ, ਠੀਕ ਹੈ ਜੀ। ਅਗਲਾ ਪ੍ਰਸ਼ਨ, ਕਹਿੰਦੇ the provision of reservation of OBC ਵਾਸਤੇ ਕਹਿੰਦੇ ਰਿਜ਼ਰਵੇਸ਼ਨ ਆ made in the constitution under which article, OBC ਵਾਸਤੇ ਰਿਜ਼ਰਵੇਸ਼ਨ ਆ ਜੀ, ਦੇਖੋ ਚਾਹੇ OBC ਆ SC ਆ ST ਕੈਟਾਗਰੀ ਵਾਸਤੇ ਆ, ਸਾਰਿਆਂ ਵਾਸਤੇ ਰਿਜ਼ਰਵੇਸ਼ਨ ਸੇਮ ਹੀ ਹੈ, ਕਿਹੜੇ ਆਰਟੀਕਲ ਦੇ ਤਹਿਤ, ਧਿਆਨ ਰੱਖਿਓ 15 ਤੇ 16 ਤਹਿਤ, 16 ਤਹਿਤ ਕੀ ਹੈ ਇਹਨਾਂ ਨੂੰ ਇਕੁਅਲ ਓਪਰਚੁਨਿਟੀ ਆ, ਠੀਕ ਹੈ, ਇਕੁਅਲ ਓਪਰਚੁਨਿਟੀ ਆ, ਜੇ ਕੋਈ ਵੀ ਸਰਕਾਰੀ ਨੌਕਰੀ ਨਿਕਲਦੀ ਆ ਹਰੇਕ ਵਿਅਕਤੀ ਨੂੰ ਬਰਾਬਰ ਨਿਆਂ ਬਰਾਬਰ ਅਧਿਕਾਰ ਆ ਕਿ ਉਹ ਬੰਦਾ ਕੀ ਕਰ ਸਕਦਾ ਆਪਣੀ ਬਰਾਬਰ ਪੋਸਟ ਧਾਰਨ ਕਰ ਸਕਦਾ, ਠੀਕ ਹੈ, ਇਹ ਦਿੰਦਾ ਜੀ 15-16। ਅਗਲਾ ਪ੍ਰਸ਼ਨ, ਕਹਿੰਦੇ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਮੌਲਿਕ ਅਧਿਕਾਰ ਨਹੀਂ ਹੈ, ਕਿਹੜਾ ਫੰਡਾਮੈਂਟਲ ਰਾਈਟ ਹੈ, ਰਾਈਟ ਅਗੇਂਸਟ ਐਕਸਪਲੋਇਟੇਸ਼ਨ ਸ਼ੋਸ਼ਣ ਵਿਰੁੱਧ ਅਧਿਕਾਰ ਬਿਲਕੁਲ ਹੈਗਾ ਜੀ, ਇਕੁਅਲ ਪੇ ਇਕੁਅਲ ਵਰਕ, ਦੇਖੋ ਇਕੁਅਲ ਪੇ ਦੇਖਦੇ ਆਂ, ਇਕੁਐਲਿਟੀ ਬਿਫੋਰ ਲਾ ਕਾਨੂੰਨ ਹਰੇਕ ਬੰਦੇ ਸਾਹਮਣੇ ਕਾਨੂੰਨ ਦੀ ਨਜ਼ਰ ਸਾਹਮਣੇ ਹਰੇਕ ਬੰਦਾ ਇਕੁਅਲ ਆ, ਰਾਈਟ ਟੂ ਫਰੀडम ਆਫ ਰਿਲੀਜਨ ਧਾਰਮਿਕ ਸੁਤੰਤਰਤਾ ਦਾ ਅਧਿਕਾਰ, ਦੇਖੋ ਇਕੁਅਲ ਪੇ ਤੇ ਇਕੁਅਲ ਵਰਕ ਆ ਜਿਹੜਾ ਇਹ ਆਪਣੇ ਆਉਂਦਾ DPSP ਦੇ ਅੰਡਰ, ਠੀਕ ਹੈ, DPSP ਦੇ ਅੰਡਰ ਆਉਂਦਾ, ਤਾਂ ਕਰਕੇ ਇਹ ਕੀ ਆ ਫੰਡਾਮੈਂਟਲ ਰਾਈਟ ਨਹੀਂ ਹੈਗਾ, ਤਾਂ ਕਰਕੇ ਇਹਨੂੰ ਇਹ ਆਪਣਾ ਕੀ ਹੋਊਗਾ ਕਰੈਕਟ ਆਨਸਰ। ਨੈਕਸਟ ਪ੍ਰਸ਼ਨ, ਕਹਿੰਦੇ ਜੀ ਪੰਚਾਇਤੀ ਰਾਜ ਸਿਸਟਮ ਆ ਇਹ ਕਿਹਦੇ ਅੰਡਰ ਆਉਂਦਾ, ਪੰਚਾਇਤੀ ਰਾਜ, ਦੇਖੋ ਪੰਚਾਇਤੀ ਰਾਜ ਸਿਸਟਮ ਦਾ ਤੁਸੀਂ ਆਰਟੀਕਲ ਦਾ ਅੰਦਾਜ਼ਾ ਲਗਾਓ, ਪੰਚਾਇਤੀ ਰਾਜ ਸਿਸਟਮ ਦਾ ਜਿਹੜਾ ਆਰਟੀਕਲ ਹੈਗਾ ਇਹ ਕਿਹੜਾ ਹੈਗਾ 40 ਨੰਬਰ ਆਰਟੀਕਲ ਹੈ ਜਿਹੜਾ ਪੰਚਾਇਤੀ ਰਾਜ ਸਿਸਟਮ ਦਾ, ਦੇਖੋ ਪੰਚਾਇਤੀ ਰਾਜ ਸਿਸਟਮ ਆਉਂਦਾ ਕਿਹਦੇ ਅੰਡਰ ਆ DPSP ਦੇ ਅੰਡਰ ਆਉਂਦਾ, ਠੀਕ ਹੈ, ਆਉਂਦਾ DPSP ਦੇ ਅੰਡਰ ਆਉਂਦਾ, ਠੀਕ ਹੈ, ਧਿਆਨ ਰੱਖਣਾ ਇਹ ਮਹਾਤਮਾ ਗਾਂਧੀ ਆਰਟੀਕਲ ਵੀ ਬੋਲਦੇ ਆ ਗਾਂਧੀ ਆਰਟੀਕਲ ਵੀ ਬੋਲਿਆ ਜਾਂਦਾ, ਠੀਕ ਹੈ ਜੀ। ਫੰਡਾਮੈਂਟਲ ਰਾਈਟ ਦੀ ਗੱਲ ਕਰ ਦਿੰਦੇ ਆ 12 ਤੋਂ ਲੈ ਕੇ 35 ਤੱਕ ਆਰਟੀਕਲ ਇਹਨਾਂ ਦੇ ਆ, ਤੇ ਡਿਊਟੀਜ਼ ਦੀ ਗੱਲ ਕਰਦੇ ਆ 51 ਆਰਟੀਕਲ ਇਹ ਕੀ ਆ ਫੰਡਾਮੈਂਟਲ ਡਿਊਟੀਜ਼ ਦੇ ਨਾਲ ਰਿਲੇਟ ਕਰਦਾ ਹੈ, ਠੀਕ ਹੈ, ਇਲੈਕਸ਼ਨ ਕਮਿਸ਼ਨ ਦਾ ਬਹੁਤ ਵਾਰ ਦੱਸ ਚੁੱਕਿਆ 323 ਤੇ 329।
ਅਗਲਾ ਪ੍ਰਸ਼ਨ ਕੀ ਆਦਾ ਨੈਕਸਟ ਪ੍ਰਸ਼ਨ ਕਹਿੰਦੇ ਜੀ ਇਹਨਾਂ ਵਿੱਚੋਂ ਕਿਹੜਾ ਆਰਟੀਕਲ ਆ ਜਿਹੜਾ ਇਨਕਲੂਡ ਨਹੀਂ ਕੀਤਾ ਜਾਂਦਾ ਡੀਪੀਐਸਪੀ ਡੀਪੀਐਸਪੀ ਦੇ ਕਹਿੰਦੇ ਜੀ ਕਿਹੜਾ ਸ਼ਾਮਿਲ ਨਹੀਂ ਹੈਗਾ ਰਾਈਟ ਟੂ ਇਨਫੋਰਮੇਸ਼ਨ ਰਾਈਟ ਟੂ ਇਕੁਅਲ ਵੇਜ ਇਕੁਅਲ ਪੇ ਰਾਈਟ ਟੂ ਵਰਕ ਤੇ ਪ੍ਰੋਹਿਬਿਸ਼ਨ ਆਫ ਲਿਕਰ ਵੀ ਦਾਰੂ ਬੈਨ ਕਰ ਸਕਦੇ ਹੋ ਤੁਸੀਂ ਜਿਵੇਂ ਦੇਖੋ ਗੁਜਰਾਤ ਤੇ ਬਿਹਾਰ ਦੇ ਵਿੱਚ ਕੀ ਆ ਦਾਰੂ ਜਿਹੜੀ ਬੈਨ ਆ ਠੀਕ ਹੈ ਕਿਉਂਕਿ ਉਹਨਾਂ ਦਾ ਜਿਹੜਾ ਏਰੀਆ ਉਹ ਕਿੱਥੇ ਪੈਂਦਾ ਮੰਗਲ ਗ੍ਰਹਿ ਤੇ ਪੈਂਦਾ ਤਾਂ ਕਰਕੇ ਉਵੇਂ ਪੰਜਾਬ ਦੇ ਵਿੱਚ ਵੀ ਹੋ ਸਕਦੀ ਹੈ ਕਿਉਂਕਿ ਪੰਜਾਬ ਗਵਰਨਮੈਂਟ ਇਸ ਕਰਕੇ ਨਹੀਂ ਕਰਦੀ ਕਿਉਂਕਿ ਪੰਜਾਬ ਗਵਰਨਮੈਂਟ ਨੂੰ ਸਭ ਤੋਂ ਵੱਧ ਜਿਹੜਾ ਰੈਵਨਿਊ ਆ ਉਹ ਕਿੱਥੋਂ ਮਿਲਦਾ ਇਸ ਲਿਕਵਿਡ ਥਿੰਗਸ ਤੋਂ ਹੀ ਮਿਲਦਾ ਠੀਕ ਹੈ ਨੈਕਸਟ ਗੱਲ ਕਰਦੇ ਹਾਂ ਕਿਹੜਾ ਜਿਹੜੀ ਰਾਈਟ ਟੂ ਇਨਫੋਰਮੇਸ਼ਨ ਐਕਟ ਦੀ ਗੱਲ ਕਰਦੇ ਹਾਂ ਦੇਖੋ ਰਾਈਟ ਟੂ ਇਨਫੋਰਮੇਸ਼ਨ ਐਕਟ ਹੈ ਜਿਹੜਾ ਇਹ 2005 ਦੇ ਵਿੱਚ ਆਇਆ ਸੀ ਇਹ ਇੱਕ ਕੀ ਹੈ ਸਟੈਚੂਰੀ ਬੋਡੀ ਹੈ ਸਟੈਚੂਰੀ ਬੋਡੀ ਜਿਹਦਾ ਸੰਵਿਧਾਨ ਦੇ ਵਿੱਚ ਐਕਟ ਦੇ ਤਹਿਤ ਆਈ ਹੈ ਨਾ ਕਿ ਇੱਕ ਆਰਟੀਕਲ ਦੇ ਤਹਿਤ ਆਈ ਹੈ ਠੀਕ ਹੈ ਤਾਂ ਧਿਆਨ ਰੱਖਣਾ ਇਹ ਡੀਪੀਐਸਪੀ ਦਾ ਪਾਰਟ ਨਹੀਂ ਹੈਗੀ ਠੀਕ ਹੈ ਤਾਂ ਗੱਲ ਕਰ ਲੈਂਦੇ ਹਾਂ ਕਿੰਦੀ ਜੀ ਰਾਈਟ ਟੂ ਇਨਫੋਰਮੇਸ਼ਨ ਦੀ ਇਹ 2005 ਦੇ ਵਿੱਚ ਆਈ ਸੀ 39 ਡੀ ਆਰਟੀਕਲ ਇਹਦੇ ਨਾਲ ਰਿਲੇਟ ਕਰਦਾ ਠੀਕ ਹੈ ਜੀ ਅਗਲਾ ਕੁਐਸਚਨ ਕਹਿੰਦੇ ਜੀ ਪੋਸਟ ਆਫ ਵਾਈਸ ਪ੍ਰੈਜ਼ੀਡੈਂਟ ਜੇ ਖਾਲੀ ਹੋ ਜੇ ਤਾਂ ਉਹਨੂੰ ਕਿੰਨੇ ਦਿਨਾਂ ਦੇ ਅੰਦਰ ਅੰਦਰ ਭਰਨਾ ਜ਼ਰੂਰੀ ਆ ਜੇਕਰ ਰਾਸ਼ਟਰਪਤੀ ਦੀ ਪੋਸਟ ਖਾਲੀ ਹੋ ਜੇ ਤਾਂ ਤੁਹਾਨੂੰ ਧਿਆਨ ਰੱਖਿਓ ਉਹਨੂੰ ਅਗਲੇ 6 ਮਹੀਨਿਆਂ ਦੇ ਅੰਦਰ ਅੰਦਰ ਭਰਨਾ ਜ਼ਰੂਰੀ ਆ ਜਾਂ 182 ਦਿਨਾਂ ਦੇ ਅੰਦਰ ਅੰਦਰ ਭਰਨਾ ਜ਼ਰੂਰੀ ਆ ਇਹ ਰਿਸਪੌਂਸਿਬਿਲਿਟੀ ਕਿੰਨੀ ਹੁੰਦੀ ਆ ਲੋਕ ਸਭਾ ਦੇ ਸਪੀਕਰ ਸਾਹਿਬ ਦੀ ਰਿਸਪੌਂਸਿਬਿਲਿਟੀ ਹੁੰਦੀ ਆ ਠੀਕ ਹੈ ਜੀ ਤੇ ਸਪੀਕਰ ਆ ਜਿਹੜਾ ਆਪਦਾ ਅਸਤੀਫਾ ਦੇਊਗਾ ਡਿਪਟੀ ਸਪੀਕਰ ਨੂੰ ਵਾਈਸ ਪ੍ਰੈਜ਼ੀਡੈਂਟ ਅਸਤੀਫਾ ਦਿੰਦਾ ਪ੍ਰੈਜ਼ੀਡੈਂਟ ਸਾਹਿਬ ਨੂੰ ਰਾਸ਼ਟਰਪਤੀ ਲੋਕ ਸਭਾ ਨੂੰ ਭੰਗ ਕਰ ਸਕਦੇ ਹਨ ਅੱਛਾ ਜੀ ਦੇਖਦੇ ਹਾਂ ਕਿਵੇਂ ਕਹਿੰਦੇ ਰਿਕਮੈਂਡੇਸ਼ਨ ਆਫ ਚੀਫ ਜਸਟਿਸ ਆਫ ਇੰਡੀਆ ਜਿਹੜੇ ਭਾਰਤੀ ਜੱਜ ਆ ਭਾਰਤੀ ਸੁਪਰੀਮ ਕੋਰਟ ਦੇ ਮੁੱਖ ਜੱਜ ਆਉਣ ਦੀ ਸਿਫਾਰਿਸ਼ ਤੇ ਲੋਕ ਸਭਾ ਦੇ ਜਿਹੜੇ ਰਿਕਮੈਂਡੇਸ਼ਨ ਤੇ ਉਸ ਤੋਂ ਬਾਅਦ ਰਿਕਮੈਂਡੇਸ਼ਨ ਆਫ ਯੂਨੀਅਨ ਆਫ ਕੈਬਨਿਟ ਮਿਨਿਸਟਰ ਤੇ ਰਾਜ ਸਭਾ ਦੀ ਤਾਂ ਧਿਆਨ ਰੱਖਿਓ ਜਿਹੜਾ ਰਾਸ਼ਟਰਪਤੀ ਆ ਇਹੀ ਭੰਗ ਕਰੂਗਾ ਬਟ ਕਿੰਦੀ ਸਲਾਹ ਤੇ ਲਊਗਾ ਧਿਆਨ ਰੱਖਣਾ ਸਲਾਹ ਕਿੰਦੀ ਲਈ ਜਾਊਗੀ ਇਹਦੇ ਵਿੱਚ ਤਾਂ ਇਹ ਸਲਾਹ ਲਊਗੀ ਯੂਨੀਅਨ ਆਫ ਕੈਬਨਿਟ ਮਿਨਿਸਟਰ ਦੀ ਕੈਬਨਿਟ ਮੰਤਰੀ ਆ ਜਦੋਂ ਇਹਨਾਂ ਦੀ ਮੈਜੋਰਟੀ ਜਿਹੜੀ ਪੂਰੀ ਨਹੀਂ ਹੁੰਦੀ ਉਦੋਂ ਕੀ ਆ ਇਹ ਰਾਸ਼ਟਰਪਤੀ ਨੂੰ ਕਹਿ ਦਿੰਦੇ ਆ ਸਾਡੇ ਕੋਲ ਮੈਜੋਰਟੀ ਹੈ ਨਹੀਂ ਤਾਂ ਲੋਕ ਸਭਾ ਨੂੰ ਭੰਗ ਕੀਤਾ ਜਾ ਸਕਦਾ ਹੈ ਠੀਕ ਹੈ ਜੀ ਆਰਟੀਕਲ ਜਿਹੜਾ 82(2) ਆ 85(2) ਆ ਜਿਹੜਾ ਇਹ ਕਿਹਦੇ ਨਾਲ ਡੀਲ ਕਰਦਾ ਤਾਂ ਇਹਨਾਂ ਨਾਲ ਡੀਲ ਕਰਦਾ ਜਿਵੇਂ ਵੀ ਇਹ ਡਿਸੋਲਵ ਹੋ ਸਕਦੀ ਹੈ ਭੰਗ ਅਗਲਾ ਪ੍ਰਸ਼ਨ ਰਾਜ ਸਭਾ ਦਾ ਜਿਹੜਾ ਚੇਅਰਮੈਨ ਇਹ ਕੌਣ ਹੁੰਦਾ ਧਿਆਨ ਰੱਖਿਓ ਰਾਜ ਸਭਾ ਦਾ ਚੇਅਰਮੈਨ ਇੱਕ ਹੁੰਦੇ ਵਾਈਸ ਪ੍ਰੈਜ਼ੀਡੈਂਟ ਸਾਹਿਬ ਹੁੰਦੇ ਆ ਵਾਈਸ ਪ੍ਰੈਜ਼ੀਡੈਂਟ ਨੂੰ ਹੀ ਕੀ ਬੁਲਾਇਆ ਜਾਂਦਾ ਰਾਜ ਸਭਾ ਦਾ ਚੇਅਰਮੈਨ ਹੁੰਦਾ ਠੀਕ ਹੈ ਜੀ ਵਾਈਸ ਪ੍ਰੈਜ਼ੀਡੈਂਟ ਐਕਸ ਆਫੀਸ਼ੀਓ ਚੇਅਰਮੈਨ ਹੁੰਦੇ ਆ ਇਹ ਅਗਲਾ ਪ੍ਰਸ਼ਨ ਕਹਿੰਦੇ ਜੀ ਦਾ ਆਫੀਸ਼ੀਅਲ ਲੀਗਲ ਐਡਵਾਈਜ਼ਰ ਆਫ ਸਟੇਟ ਗਵਰਨਮੈਂਟ ਜਿਹੜੀ ਸਟੇਟ ਗਵਰਨਮੈਂਟ ਹੁੰਦੀ ਆ ਦੇਖੋ ਜਿਵੇਂ ਮੰਨ ਲਓ ਸੈਂਟਰ ਗਵਰਨਮੈਂਟ ਹੁੰਦੀ ਹੈ ਸੈਂਟਰ ਗਵਰਨਮੈਂਟ ਦਾ ਜਿਹੜਾ ਲੀਗਲ ਐਡਵਾਈਜ਼ਰ ਹੁੰਦਾ ਫਸਟ ਵਕੀਲ ਵੀ ਕਹਿੰਦੇ ਆ ਇਹ ਹੁੰਦਾ ਜੀ ਅਟਾਰਨੀ ਜਨਰਲ ਕਿੱਥੇ ਜੀ ਅਟਾਰਨੀ ਜਨਰਲ ਇਹ ਸੈਂਟਰ ਗਵਰਨਮੈਂਟ ਦਾ ਹੁੰਦਾ ਜੇ ਗੱਲ ਕਰੀਏ ਸਟੇਟ ਗਵਰਨਮੈਂਟ ਦੀ ਸਟੇਟ ਗਵਰਨਮੈਂਟ ਦੇ ਜਿਹੜੇ ਐਡਵਾਈਜ਼ਰ ਹੁੰਦੇ ਆ ਇਹਨਾਂ ਨੂੰ ਕੀ ਬੋਲਦੇ ਆ ਐਡਵੋਕੇਟ ਜਨਰਲ ਤੇ ਧਿਆਨ ਰੱਖਣਾ ਐਡਵੋਕੇਟ ਸਟੇਟ ਇਹਨਾਂ ਦਾ ਆਰਟੀਕਲ 76 ਆ ਠੀਕ ਹੈ ਇਹ ਵੀ ਧਿਆਨ ਰੱਖਣਾ ਅਟਾਰਨੀ ਜਨਰਲ ਆਫ ਇੰਡੀਆ ਦਾ ਨੈਕਸਟ ਪੁਆਇੰਟ ਕਹਿੰਦਾ ਜੀ ਕੰਪਟਰੋਲਰ ਐਂਡ ਆਡੀਟਰ ਜਨਰਲ ਆ ਇੰਡੀਆ ਦੇ ਅਪਾਇੰਟ ਕਿਹਦੇ ਦੁਆਰਾ ਕੀਤੇ ਆ ਕੈਗ ਦੀ ਨਿਯੁਕਤੀ ਹੈ ਜਿਹੜੀ ਕਿਹਦੇ ਦੁਆਰਾ ਕੀਤੀ ਜਾਂਦੀ ਹੈ ਤਾਂ ਸੇਮ ਰਾਸ਼ਟਰਪਤੀ ਸਾਹਿਬ ਦੁਆਰਾ ਕੀ ਹੈ ਜਿਹੜੀ ਕੈਗ ਦੀ ਨਿਯੁਕਤੀ ਕੀਤੀ ਜਾਂਦੀ ਹੈ ਠੀਕ ਹੈ ਤੇ ਕੈਗ ਦਾ ਕੰਮ ਕੀ ਹੁੰਦਾ ਤੇ ਧਿਆਨ ਰੱਖਣਾ ਕੈਗ ਦਾ ਕੰਮ ਇਹ ਹੁੰਦਾ ਵੀ ਜਿੰਨੇ ਵੀ ਸਰਕਾਰ ਦੇ ਜਿੰਨੇ ਵੀ ਇੰਸਟੀਟਿਊਸ਼ਨ ਆ ਉਹਨਾਂ ਸਾਰਿਆਂ ਦੇ ਬਈ ਖਾਤੇ ਆ ਜਿਹੜੇ ਉਹਨਾਂ ਨੂੰ ਆਡਿਟ ਦੇਖ ਰਹੇ ਕੌਣ ਕਰ ਸਕਦਾ ਕੈਗ ਕਰੇਗਾ ਕਹਿੰਦੇ ਜਿਹੜੀ ਸੁਪਰੀਮ ਕੋਰਟ ਆ ਇੰਡੀਆ ਦੀ ਇਹ ਭੰਗ ਕੀਤੀ ਜਾਂਦੀ ਹੈ ਜਦੋਂ ਡਿਸਪਿਊਟ ਹੋ ਜਾਏ ਸੈਂਟਰ ਤੇ ਸਟੇਟ ਵਿਚਕਾਰ ਫਾਲਸ ਅੱਛਾ ਜੀ ਕਹਿੰਦੇ ਭਾਰਤ ਦੀ ਸੁਪਰੀਮ ਕੋਰਟ ਕੇਂਦਰ ਤੇ ਰਾਜ ਸਰਕਾਰਾਂ ਵਿਚਕਾਰ ਜਿਹੜੇ ਸਮਝਾਉਂਦੀ ਆ ਜਿਹੜੇ ਮਾਮਲੇ ਇਹ ਕਿਹੜੇ ਤਹਿਤ ਹੈ ਇਹ ਹੈ ਜੀ ਓਰੀਜਨਲ ਜੁਰਿਸਡਿਕਸ਼ਨ ਦੇ ਓਰੀਜਨਲ ਜੁਰਿਸਡਿਕਸ਼ਨ ਦਾ ਆਰਟੀਕਲ ਕਿਹੜਾ 131 ਦੇ ਤਹਿਤ ਕੀ ਹੈ ਜੇਕਰ ਕੋਈ ਸੈਂਟਰ ਗਵਰਨਮੈਂਟ ਦਾ ਸਟੇਟ ਗਵਰਨਮੈਂਟ ਦਾ ਰੌਲਾ ਜੀ ਸਟੇਟ ਗਵਰਨਮੈਂਟ ਦਾ ਦੂਜੀ ਸਟੇਟ ਨਾਲ ਰੌਲਾ ਇਹ ਸਾਰੇ ਜਿਹੜੇ ਝਗੜਿਆਂ ਨਿਪਟਾਰਾ ਕੌਣ ਕਰੂਗਾ ਸੁਪਰੀਮ ਕੋਰਟ ਕਰੂਗੀ ਐਪਲੇਟ ਜੁਰਿਸਡਿਕਸ਼ਨ ਦੇ ਤਹਿਤ ਇਹ ਹੁੰਦਾ ਕਿ ਜੇ ਮੰਨ ਲਓ ਤੁਹਾਨੂੰ ਕਿਸੇ ਹਾਈ ਕੋਰਟ ਜਾਂ ਲੋਅਰ ਕੋਰਟ ਦਾ ਫੈਸਲਾ ਮਨਜ਼ੂਰ ਨਹੀਂ ਹੈਗਾ ਤਾਂ ਤੁਸੀਂ ਅਪੀਲ ਕਰ ਸਕਦੇ ਹੋ ਕਿੱਥੇ ਵੱਡੀ ਅਦਾਲਤ ਦੇ ਵਿੱਚ ਅੱਗੇ ਐਡਵਾਈਜ਼ਰੀ ਦਾ ਮਤਲਬ ਕੀ ਹੁੰਦਾ ਇਹਦਾ ਆਰਟੀਕਲ 143 ਹੈ ਇਹਦੇ ਤਹਿਤ ਕੀ ਹੈ ਜਿਹੜਾ ਰਾਸ਼ਟਰਪਤੀ ਹੈ ਪ੍ਰੈਜ਼ੀਡੈਂਟ ਆਫ ਇੰਡੀਆ ਸੁਪਰੀਮ ਕੋਰਟ ਤੋਂ ਸਲਾਹ ਲੈ ਸਕਦਾ ਹੈ ਚਲੋ ਜੀ ਨੈਕਸਟ ਕੁਐਸਚਨ ਕੀ ਆਦਾ ਹੈ ਨੈਕਸਟ ਕੁਐਸਚਨ ਯਾਰ ਬਸ ਮਿਹਨਤ ਬਹੁਤ ਆ ਤੁਹਾਡੇ ਲਈ ਠੀਕ ਹੈ ਬਸ ਤੁਸੀਂ ਚੈਨਲ ਨੂੰ ਲਾਈਕ ਕਰਕੇ ਸਬਸਕ੍ਰਾਈਬ ਕਰਕੇ ਇੱਕ ਵਾਰੀ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਜਿਹੜੇ ਤੁਹਾਡੇ ਸਾਥੀ ਸੰਬੰਧੀ ਹੈ ਜਿਹੜੇ ਬਹੁਤ ਇੰਸਟੀਟਿਊਟਾਂ 'ਚ ਪੜ੍ਹ ਕੇ ਥੱਕ ਕੇ ਅੱਕ ਚੁੱਕੇ ਆ ਨਾ ਤਾਂ ਉਹ ਬੰਦੇ ਘੱਟੋ ਘੱਟ ਜਿਹੜੀਆਂ ਇਹਨਾਂ ਸੀਰੀਜ਼ ਦਾ ਫਾਇਦਾ ਲੈ ਸਕਣ ਠੀਕ ਹੈ ਤਾਂ ਜਿਨ੍ਹਾਂ ਨੇ ਪੰਜਾਬ ਪੁਲਿਸ ਦਾ ਪੇਪਰ ਦੇਣਾ ਉਹਨਾਂ ਵਾਸਤੇ ਸਪੈਸ਼ਲੀ ਸੀਰੀਜ਼ ਚੱਲ ਰਹੀ ਹੈ ਠੀਕ ਹੈ ਅੱਗੇ ਕਹਿੰਦੇ ਦਾ ਪ੍ਰੋਸੀਜਰ ਆਫ ਇੰਪੀਚਮੈਂਟ ਨੂੰ ਬੋਲਦੇ ਆ ਮਹਾਦੋਸ਼ ਦੀ ਜਿਹੜੀ ਪ੍ਰੋਸੀਜਰ ਹੈ ਇਹ ਕੀ ਆ ਇਹ ਜੁਡੀਸ਼ੀਅਲ ਪ੍ਰੋਸੀਜਰ ਆ ਕੁਆਡੀ ਜੁਡੀਸ਼ੀਅਲ ਆ ਲੈਜਿਸਲੇਟਿਵ ਆ ਕਿ ਐਗਜ਼ੀਕਿਊਟਿਵ ਆ
देखो जुडिशियल का मतलब होंदा न्यायिक प्रोसीजर, क्वाजी काजी का मतलब होंदा है भी ये विचे क्वाजी भी है ते एक विचे की है फैडरल भी है। लैजिस्लेटिव ये देखो ध्यान रखियो काजी जुडिशियल प्रोसीजर बोलते हैं। इंपीचमेंट का जो आर्टिकल 61 है 61 के तहत की राष्ट्रपति की इंपीचमेंट की जा सकती है। ठीक है, इनके तहत जेकर राष्ट्रपति रिमूव करना इहदे तहत किंदा 2/3 हिस्सा स्पैशल मेजोरिटी लगती है, जिन्होंने स्पैशल मेजोरिटी लगती है बोथ हाउस लोक सभा ਦੇ ਵਿੱਚੋਂ ਤੇ ਰਾਜ ਸਭਾ ਦੇ ਵਿੱਚੋਂ ਵੀ ਕੀ ਆ ਇਹ ਦੋਨਾਂ ਵਿੱਚੋਂ ਸਪੈਸ਼ਲ ਮੈਜੋਰਟੀ ਨਾਲ ਪਾਸ ਹੋਊਗਾ ਬਿੱਲ ਕੋਈ ਵੀ। ਅਗਲਾ ਪ੍ਰਸ਼ਨ ਕਹਿੰਦੇ ਜੀ ਇੰਡੀਅਨ ਕਨਸਟੀਟਿਊਸ਼ਨ ਆ ਇਹ ਮੈਥਡ ਕਰਦੇ ਆ ਇਲੈਕਸ਼ਨ ਆਫ ਪ੍ਰੈਜ਼ੀਡੈਂਟ ਬਾਈ ਦਾ ਟੇਕਨ ਆਫ ਵਿਚ ਆਫ ਦਾ ਕੰਟਰੀ। ਦੇਖੋ ਜਿਹੜੇ ਆਪਣੇ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਇਲੈਕਸ਼ਨ ਆਫ ਵਾਈਸ ਪ੍ਰੈਜ਼ੀਡੈਂਟ ਆ ਇਹ ਕਿੰਦੇ ਤੋਂ ਲੈ ਗਿਆ ਤਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਿਆ ਸੀ। ਇਹ ਸਾਰਾ ਕਨਸੈਪਟ ਆਪਾਂ ਕਿਹਦੇ ਤੋਂ ਲੈ ਕੇ ਆਂਦਾ ਆਇਰਲੈਂਡ ਤੋਂ ਲੈ ਕੇ ਆਂਦਾ। ਠੀਕ ਹੈ, ਆਇਰਲੈਂਡ ਤੋਂ ਇਹ ਸਾਰਾ ਕਨਸੈਪਟ ਲੈ ਕੇ ਆਂਦਾ ਆਇਰਲੈਂਡ ਤੋਂ। ਅਗਲਾ ਪ੍ਰਸ਼ਨ ਪੜੋ ਜੀ ਕੀ ਕਹਿ ਰਿਹਾ ਪ੍ਰਸ਼ਨ ਪੜੋ। ਕਹਿੰਦਾ ਜੀ ਮਨੀ ਬਿੱਲ ਆ ਜਿਹੜਾ ਇਹ ਅਸੈਪਟ ਨਹੀਂ ਕਰਦੀ ਲੋਕ ਅਸੈਪਟ ਲੋਕ ਸਭਾ ਦੇ ਵਿੱਚ ਤੇ ਰਾਜ ਸਭਾ ਕੈਨ ਵਿਦਆਊਟ। ਦੇਖੋ ਮਨੀ ਬਿੱਲ ਦੀ ਗੱਲ ਕਰ ਲੈਂਦੇ ਆ ਮੰਨ ਲਓ ਕਿ ਮਨੀ ਬਿੱਲ ਆ ਐਂਟਰ ਕਿੱਥੇ ਹੋਊਗਾ ਲੋਕ ਸਭਾ ਦੇ ਵਿੱਚ ਹੋਊਗਾ। ਇੱਥੋਂ ਹੀ ਪਾਸ ਕਰਾਉਣ ਦੇ ਲਈ 1/3 ਹਿੱਸਾ ਸਿੰਪਲ ਮੈਜੋਰਟੀ ਲੱਗੂਗੀ ਤਾਂ ਬਿੱਲ ਪਾਸ ਹੋ ਜਾਊਗਾ ਜਿੰਨੇ ਵੀ ਟੋਟਲ ਮੈਂਬਰ ਹੈਗੇ ਆ। ਸੇਮ ਇਹੀ ਕਨਸੈਪਟ ਆ ਜਿਹੜਾ ਇਹ ਬਿੱਲ ਜਦੋਂ ਪਾਸ ਹੋ ਗਿਆ ਪਾਸ ਹੋ ਕੇ ਇਹੀ ਬਿੱਲ ਕਿੱਥੇ ਜਾਊਗਾ ਰਾਜ ਸਭਾ ਦੇ ਵਿੱਚ ਜਾਊਗਾ। ਰਾਜ ਸਭਾ ਕੋਲ ਇੱਥੇ ਆਪਣੇ ਬਿੱਲ ਨੂੰ ਰੱਖਣ ਦਾ ਕਿੰਨੇ ਦਿਨ ਦਾ ਸਮਾਂ ਹੁੰਦਾ 14 ਦਿਨ ਦਾ। 14 ਦਿਨ ਦੇ ਲਈ ਆਪਣੇ ਕੋਲ ਬਿੱਲ ਰੱਖ ਸਕਦੀ ਹੈ। ਰਾਜ ਸਭਾ ਧਿਆਨ ਰੱਖਿਓ ਇਹਦੇ ਵਿੱਚ ਕੋਈ ਵੀ ਡਿਸੀਜਨ ਨਹੀਂ ਲੈ ਸਕਦੀ। ਰਾਜ ਸਭਾ ਨੇ ਅਗਰ ਕਹਿਤਾ ਕਿ ਇਹ ਬਿੱਲ ਗਲਤ ਆ ਤਾਂ ਇਹਦੇ ਉੱਪਰ ਵਿਚਾਰ ਕਰਨ ਦੀ ਜ਼ਿੰਮੇਵਾਰੀ ਲੋਕ ਸਭਾ ਦੀ ਹੁੰਦੀ ਆ। ਅਗਰ ਉਹ ਕਰੇ ਤਾਂ ਬਿੱਲ ਤੇ ਠੀਕ ਹੈ, ਨਹੀਂ ਤਾਂ ਵੀ ਇਹ ਆਟੋਮੈਟਿਕਲੀ ਬਿੱਲ ਪਾਸ ਹੋ ਜਾਂਦਾ। ਠੀਕ ਹੈ, ਇਹ ਇੰਪੋਰਟੈਂਟ ਪੁਆਇੰਟ ਤੁਸੀਂ ਧਿਆਨ ਰੱਖੋ। ਨੈਕਸਟ ਪ੍ਰਸ਼ਨ ਕਹਿੰਦੇ ਜੀ ਜੇਕਰ ਲੋਕ ਸਭਾ ਜਾਂ ਰਾਜ ਸਭਾ ਦੀ ਜਿਹੜੀ ਸਾਂਝੀ ਬੈਠਕ ਹੁੰਦੀ ਆ ਉਹਦੀ ਪ੍ਰਧਾਨਗੀ ਕੌਣ ਕਰਦਾ ਤਾਂ ਧਿਆਨ ਰੱਖਿਓ ਜੁਆਇੰਟ ਸਿਟਿੰਗ ਦੀ ਗੱਲ ਕਰਦੇ ਆ। ਜੁਆਇੰਟ ਸਿਟਿੰਗ ਦਾ ਆਰਟੀਕਲ 108 ਆ। ਇਹਨੂੰ ਬੁਲਾਊਗਾ ਕੌਣ ਕਾਲ ਕੌਣ ਕਰੂਗਾ ਪ੍ਰੈਜ਼ੀਡੈਂਟ ਆਫ ਇੰਡੀਆ ਇਹਨੂੰ ਕੀ ਬੁਲਾਉਣਗੇ। ਇਹਨੂੰ ਜਿਹੜਾ ਹੈੱਡ ਕੌਣ ਕਰੂਗਾ ਹੈੱਡ ਕਹਿੰਦੇ ਹੈੱਡ ਹੁਣ ਪੁੱਛਿਆ ਆਨਸਰ ਕੀ ਆ ਸਪੀਕਰ ਦੁਆਰਾ ਕੀ ਲੋਕ ਸਭਾ ਦੇ ਜਿਹੜੇ ਸਪੀਕਰ ਹੋਣਗੇ ਉਹਨਾਂ ਦੁਆਰਾ ਹੈੱਡ ਕੀਤਾ ਜਾਏਗਾ। ਠੀਕ ਹੈ, ਅੱਜ ਤੱਕ ਜਿਹੜੀ ਜੁਆਇੰਟ ਸਿਟਿੰਗ ਆ 3 ਵਾਰ ਬੁਲਾਈ ਵੀ ਜਾ ਚੁੱਕੀ ਹੈ। ਠੀਕ ਹੈ ਜੀ, ਜੁਆਇੰਟ ਸਿਟਿੰਗ ਆ ਜਿਹੜੀ ਇਹ ਆਰਡੀਨਰੀ ਬਿੱਲ ਦੇ ਕੇਸ ਵਿੱਚ ਹੀ ਬੁਲਾਈ ਜਾਊਗੀ। ਠੀਕ ਹੈ, ਆਰਡੀਨਰੀ ਜਿਹੜਾ ਸਧਾਰਨ ਬਿੱਲ ਹੁੰਦਾ ਸਿਰਫ ਉਹਦੇ ਕੇਸ ਬੁਲਾਈ ਜਾਊਗੀ। ਸਧਾਰਨ ਬਿੱਲ ਦਾ ਆਰਟੀਕਲ 107 ਹੁੰਦਾ। ਅਗਲਾ ਪ੍ਰਸ਼ਨ ਕੀ ਕਹਿ ਰਿਹਾ ਕਹਿੰਦਾ ਜੀ ਇਹਨਾਂ ਵਿੱਚੋਂ ਕੌਣ ਫੈਸਲਾ ਕਰਦਾ ਕਿ ਜਿਹੜਾ ਕੋਈ ਬਿੱਲ ਆ ਉਹ ਮਨੀ ਬਿੱਲ ਆ ਜਾਂ ਫਾਈਨਾਂਸ ਬਿੱਲ ਆ। ਦੇਖੋ ਮਨੀ ਬਿੱਲ ਤੇ ਫਾਈਨਾਂਸ ਬਿੱਲ ਦੇ ਵਿੱਚ ਕੋਈ ਵੀ ਫਰਕ ਨਹੀਂ ਹੁੰਦਾ। ਇਹ ਸਾਰੇ ਕੀ ਹੁੰਦੇ ਆ ਇਕੁਅਲ ਹੁੰਦੇ ਆ, ਸਾਰਾ ਕੁਝ ਇਕੁਅਲ ਹੁੰਦਾ। ਬਟ ਇਹ ਡਿਸਾਈਡ ਕਰਦੇ ਆ ਲੋਕ ਸਭਾ ਦੇ ਸਪੀਕਰ ਨੇ ਅਗਰ ਕਹਿਤਾ ਕਿ ਮਨੀ ਬਿੱਲ ਆ ਕੋਈ ਤਾਂ ਉਹ ਜੀ ਮਨੀ ਬਿੱਲ ਬਣ ਜਾਂਦਾ। ਜੇਕਰ ਉਸੇ ਵਿਅਕਤੀ ਨੇ ਕਹਿਤਾ ਕਿ ਮਨੀ ਬਿੱਲ ਨਹੀਂ ਇਹ ਕੀ ਹੈ ਜੀ ਤੁਹਾਡਾ ਫਾਈਨਾਂਸ ਬਿੱਲ ਆ ਤਾਂ ਫਾਈਨਾਂਸ ਬਿੱਲ ਬਣ ਜਾਂਦਾ। ਆਪਣਾ ਸੀ ਆਨਸਰ ਕੀ ਹੈ ਬਿਲਕੁਲ ਕਰੈਕਟ ਆਨਸਰ। ਅਗਲਾ ਪ੍ਰਸ਼ਨ ਕਹਿੰਦੇ ਜੀ ਲਾਰਜੈਸਟ ਕਮੇਟੀ ਇਨ ਦਾ ਪਾਰਲੀਮੈਂਟ। ਸਭ ਤੋਂ ਵੱਡੀ ਕਮੇਟੀ ਦੀ ਗੱਲ ਕਰਦੇ ਆ ਪਾਰਲੀਮੈਂਟ ਵਿੱਚ ਸਭ ਤੋਂ ਜਿਹੜੀ ਵੱਡੀ ਕਮੇਟੀ ਆ ਇਹ ਹੈਗੀ ਹੈ ਧਿਆਨ ਰੱਖਣਾ ਤੁਹਾਡੀ ਐਸਟੀਮੇਟ ਕਮੇਟੀ। ਐਸਟੀਮੇਟ ਕਮੇਟੀ ਆ ਜਿਹੜੀ ਪਾਰਲੀਮੈਂਟ ਦੀ ਸਭ ਤੋਂ ਵੱਡੀ ਕਮੇਟੀ ਆ ਐਟ ਪ੍ਰੈਜ਼ੈਂਟ ਦੀ ਗੱਲ ਕਰਦੇ ਆ। ਕਮੇਟੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਇੱਕ ਹੁੰਦੀਆਂ ਐਡ ਹੌਕ ਕਮੇਟੀਜ਼ ਤੇ ਇੱਕ ਹੁੰਦੀਆਂ ਜਿਹੜੀਆਂ ਇਹਨੂੰ ਬੋਲ ਦਿੰਦੇ ਆ ਆਪਾਂ ਪਰਮਾਨੈਂਟ ਕਮੇਟੀਜ਼। ਐਡ ਹੌਕ ਦਾ ਕਮੇਟੀ ਦਾ ਕੰਮ ਹੁੰਦਾ ਜਦੋਂ ਕੰਮ ਹੋਇਆ ਕੰਮ ਖਤਮ ਤੇ ਕਮੇਟੀ ਵੀ ਖਤਮ। ਪਰਮਾਨੈਂਟ ਜਿਹੜੀਆਂ ਲਗਾਤਾਰ ਰਹਿੰਦੀਆਂ ਉਹਨਾਂ ਵਿੱਚੋਂ ਸਭ ਤੋਂ ਵੱਡੀ ਕਮੇਟੀ ਐਸਟੀਮੇਟ ਕਮੇਟੀ ਆ। ਅਗਲਾ ਪ੍ਰਸ਼ਨ ਜੀ ਕਹਿੰਦੇ ਜੀ ਹੇਠ ਲਿਖਿਆਂ ਵਿੱਚੋਂ ਕਿਸ ਦੇ ਸੰਸਦ ਕਮੇਟੀ ਦਾ ਗਠਨ ਨਹੀਂ ਕੀਤਾ ਗਿਆ। ਇਹਨਾਂ ਵਿੱਚੋਂ ਕਹਿੰਦੇ ਜੀ ਕਿਹੜੀ ਕਮੇਟੀ ਆ ਸੰਸਦੀ ਕਮੇਟੀ ਦਾ ਗਠਨ ਨਹੀਂ ਕੀਤਾ ਗਿਆ। ਦੇਖੋ ਪਬਲਿਕ ਅੰਡਰਟੇਕਿੰਗ ਗਵਰਨਮੈਂਟ ਇੰਸ਼ੋਰੈਂਸ ਤੇ ਗੱਲ ਕਰਦੇ ਆ ਐਸਟੀਮੇਟ ਕਮੇਟੀ ਵੈਲਫੇਅਰ ਆਫ ਮਾਈਨੋਰਟੀਜ਼। ਦੇਖੋ ਵੈਲਫੇਅਰ ਆਫ ਮਾਈਨੋਰਟੀ ਵਾਸਤੇ ਕੋਈ ਵੀ ਕਮੇਟੀ ਜਿਹੜੀ ਉਹ ਨਹੀਂ ਬਿਠਾਈ ਗਈ ਸੀ। ਠੀਕ ਹੈ, ਇਹ ਵੀ ਤੁਸੀਂ ਧਿਆਨ ਰੱਖਣਾ। ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਵਾਸਤੇ ਜਿਹੜਾ ਅਤਿਆਚਾਰ ਆ ਇਹਨੂੰ ਹਟਾਉਣ ਵਾਸਤੇ ਜਿਹੜਾ ਇਹ ਐਕਟ ਕਦੋਂ ਆਇਆ ਸੀ ਐਕਟ ਆਇਆ ਸੀ 1999 ਦੇ ਵਿੱਚ। ਤੇ ਧਿਆਨ ਰੱਖਿਓ ਇਹਨਾਂ ਨੂੰ ਸੰਵਿਧਾਨ ਦੇ ਵਿੱਚ ਦਰਜਾ ਮਿਲਿਆ ਸੀ 1990 ਦੇ ਵਿੱਚ। ਕਿਹੜੇ ਆਰਟੀਕਲ ਦੇ ਤਹਿਤ ਹੁੰਦੇ ਆ 338 ਦੇ ਤਹਿਤ ਹੁੰਦੇ ਆ ਵੀ ਜਿਹੜੇ ਐਸਸੀ ਕੈਟਾਗਰੀ ਆ ਇਹਨਾਂ ਨੂੰ ਕੀ ਰਿਜ਼ਰਵੇਸ਼ਨ ਮਿਲੀ ਆ। 338 ਏ ਦੇ ਤਹਿਤ ਹੁੰਦੇ ਆ ਜੀ ਐਸਟੀ ਤੇ ਧਿਆਨ ਰੱਖਿਓ 338 ਬੀ ਦੇ ਤਹਿਤ ਹੁੰਦੇ ਆ ਕੌਣ ਓਬੀਸੀ। ਠੀਕ ਹੈ, ਆ ਧਿਆਨ ਰੱਖਿਓ ਐਸਸੀ ਐਸਟੀ ਤੇ ਓਬੀਸੀ ਦਾ ਆਰਟੀਕਲ ਇਹ ਇੰਪੋਰਟੈਂਟ। ਨੈਕਸਟ ਪ੍ਰਸ਼ਨ ਕੀਆ ਜਾਏ ਅਗਲਾ ਕਹਿੰਦੇ ਜੀ ਹੂ ਇਜ਼ ਦਾ ਗਾਰਡੀਅਨ ਆਫ ਇੰਡੀਅਨ ਕਨਸਟੀਟਿਊਸ਼ਨ। ਭਾਰਤੀ ਸੰਵਿਧਾਨ ਆ ਜਿਹੜੇ ਇਹਦਾ ਰੱਖਿਅਕ ਕੌਣ ਆ। ਧਿਆਨ ਰੱਖਿਓ ਭਾਰਤੀ ਸੰਵਿਧਾਨ ਦੀ ਰੱਖਿਅਕ ਸੁਪਰੀਮ ਕੋਰਟ ਨੂੰ ਮੰਨਿਆ ਜਾਂਦਾ। ਸੁਪਰੀਮ ਕੋਰਟ ਭਾਰਤੀ ਸੰਵਿਧਾਨ ਦੀ ਰੱਖਿਆ ਕਰਦੀ ਹੈ। ਅਗਲਾ ਪ੍ਰਸ਼ਨ ਕਹਿੰਦੇ ਜੀ ਸੰਵਿਧਾਨ ਦੇ ਤਹਿਤ ਕਾਨੂੰਨ ਦੇ ਸਵਾਲ ਅਤੇ ਸੁਪਰੀਮ ਕੋਰਟ ਦੀ ਰਾਏ ਲੈਣ ਦਾ ਜਿਹੜਾ ਅਧਿਕਾਰ ਆ ਉਹ ਕਿਹਨੂੰ ਆ ਤਾਂ ਹੁਣੇ ਦੱਸ ਕੇ ਟਿਆ ਸੁਪਰੀਮ ਕੋਰਟ ਆ ਜਿਹੜੀ ਰਾਏ ਕਿਹਦੇ ਤੋਂ ਲੈ ਸਕਦੀ ਆ ਰਾਸ਼ਟਰਪਤੀ ਜਿਹੜਾ ਇਲੀਗਲ ਐਡਵਾਈਸ ਲੈ ਸਕਦਾ ਕਿਹਦੇ ਤੋਂ ਸੁਪਰੀਮ ਕੋਰਟ। ਅਗਲਾ ਪ੍ਰਸ਼ਨ ਕਹਿੰਦੇ ਜੀ ਭਾਰਤੀ ਸੰਵਿਧਾਨ ਦੀ ਕਿਹੜੀ ਧਾਰਾ ਅਨੁਸਾਰ ਮੁੱਖ ਮੰਤਰੀ ਦੀ ਨਿਯੁਕਤੀ ਜਿਹੜੀ ਰਾਜ ਦੇ ਗਵਰਨਰ ਦੁਆਰਾ ਕੀਤੀ ਜਾਂਦੀ ਆ।
ਮੁੱਖ ਮੰਤਰੀ ਜਿਹੜੀ ਨਿਯੁਕਤੀ ਹੈ ਰਾਜ ਦੇ ਗਵਰਨਰ ਦੁਆਰਾ ਕੀਤੀ ਹੁੰਦੀ ਆ। ਤਾਂ ਧਿਆਨ ਰੱਖਿਓ ਜਿਹੜਾ ਆਰਟੀਕਲ ਆ ਜਿਹੜਾ ਆਪਾਂ ਤੁਹਾਨੂੰ ਦੱਸਦਾ ਆਰਟੀਕਲ 164, ਆਰਟੀਕਲ 164 ਦੇ ਤਹਿਤ ਇਹ ਕਿਹਾ ਜਾਂਦਾ ਵੀ ਜਿਹੜਾ ਮੁੱਖ ਮੰਤਰੀ ਹੋਊਗਾ ਸੀਐਮ ਆਫ ਸਟੇਟ ਆ, ਇਹਦੀ ਜਿਹੜੀ ਅਪਾਇੰਟਮੈਂਟ ਆ ਇਹ ਗਵਰਨਰ ਦੁਆਰਾ ਕੀਤੀ ਜਾਊਗੀ, ਠੀਕ ਆ ਅਪਾਇੰਟਮੈਂਟ। ਤੇ ਇਹਦਾ ਜਿਹੜਾ ਕੈਬਨਿਟ ਮੰਤਰੀ ਆ, ਮੰਤਰਾਲੇ ਆ ਜਾਂ ਜਿੰਨੇ ਵੀ ਮੰਤਰੀ ਆ, ਸਾਰਿਆਂ ਦੀ ਨਿਯੁਕਤੀ ਵੀ ਕਿਹਦੇ ਦੁਆਰਾ ਕੀਤੀ ਜਾਏਗੀ, ਗਵਰਨਮੈਂਟ ਦੁਆਰਾ ਕੀਤੀ ਜਾਊਗੀ, ਗਵਰਨਰ ਦੁਆਰਾ ਕੀਤੀ ਜਾਏਗੀ, ਠੀਕ ਹੈ ਜੀ। ਚਲੋ ਹੁਣ ਜੀਭ ਸਲਿੱਪ ਹੋਣ ਲੱਗੀ ਕਿਉਂਕਿ ਕੁਐਸਚਨ ਜਿਹੜੇ ਆ ਬਹੁਤ ਸਾਰੇ ਆਪਣੇ ਹੋ ਚੁੱਕੇ ਆ, ਠੀਕ ਹੈ, ਤੇ ਮੈਂ ਹੌਲੀ ਹੌਲੀ એનર્ਜੀ ਵੀਕ ਹੁੰਦੀ ਜਾਂਦੀ ਹੈ। ਚਲੋ ਕੋਈ ਗੱਲ ਨਹੀਂ। ਅਗਲਾ ਕੁਐਸਚਨ ਕਹਿੰਦੇ ਜੀ ਫਾਈਨਾਂਸ ਕਮਿਸ਼ਨ ਆ ਜਿਹੜਾ ਇਹ ਕੀ ਆ, ਧਿਆਨ ਰੱਖਿਓ ਫਾਈਨਾਂਸ ਕਮਿਸ਼ਨ ਇੱਕ ਕਨਸਟੀਟਿਊਸ਼ਨ ਬੋਡੀ ਆ, ਇਹ ਆਰਟੀਕਲ 280 ਦੇ ਤਹਿਤ ਆਉਂਦੀ ਹੈ। ਇਹਦੀ ਨਿਯੁਕਤੀ ਜਿਹੜੀ ਪ੍ਰੈਜ਼ੀਡੈਂਟ ਆਫ ਇੰਡੀਆ ਦੁਆਰਾ ਕੀਤੀ ਜਾਂਦੀ ਆ, ਕਿੰਨੇ ਸਾਲਾਂ ਵਾਸਤੇ, 5 ਸਾਲਾਂ ਵਾਸਤੇ। ਐਟ ਪ੍ਰੈਜ਼ੈਂਟ ਜਿਹੜਾ ਫਾਈਨਾਂਸ ਕਮਿਸ਼ਨ ਚੱਲ ਰਿਹਾ, ਇਹ ਚੱਲ ਰਿਹਾ ਮਿਸਟਰ NK ਸਿੰਘ ਦੇ ਅੰਡਰ, ਧਿਆਨ ਰੱਖਿਓ ਮਿਸਟਰ NK ਸਿੰਘ ਦੇ ਅੰਡਰ ਚੱਲ ਰਿਹਾ। ਇਹ ਕਿੰਨਵਾਂ ਚੱਲ ਰਿਹਾ, 15th ਫਾਈਨਾਂਸ ਕਮਿਸ਼ਨ ਚੱਲ ਰਿਹਾ, ਤੇ ਇਹ ਚੱਲੂਗਾ 2020 ਤੋਂ ਲੈ ਕੇ 2025 ਤੱਕ, ਠੀਕ ਹੈ। ਮਿਸਟਰ NK ਸਿੰਘ ਦੇ ਅੰਦਰ 15ਵਾਂ ਫਾਈਨਾਂਸ ਕਮਿਸ਼ਨ ਚੱਲ ਰਿਹਾ। ਇਹ ਸਾਰੇ ਇੰਪੋਰਟੈਂਟ ਪੁਆਇੰਟ ਤੁਸੀਂ ਨੋਟ ਕਰਕੇ ਰੱਖਿਓ। ਨੈਕਸਟ ਕੁਐਸਚਨ, ਅਗਲਾ ਪ੍ਰਸ਼ਨ ਕੀ ਆਂਦਾ ਜੀ, ਕਿੰਦੀ ਸਿਫਾਰਿਸ਼ ਦੇ ਤਹਿਤ ਜਿਹੜਾ ਸੰਵਿਧਾਨ ਆ ਇਹਦੀ ਬੁਨਿਆਦੀ ਕਰਤਵਾਂ ਨੂੰ ਸ਼ਾਮਿਲ ਕੀਤਾ ਗਿਆ। ਸੰਵਿਧਾਨ ਦੇ ਵਿੱਚ ਫੰਡਾਮੈਂਟਲ ਡਿਊਟੀਜ਼ ਬਹੁਤ ਵਾਰ ਕਰ ਚੁੱਕੇ ਹਾਂ, ਸਰਦਾਰ ਸਵਰਨ ਸਿੰਘ ਕਮੇਟੀ, ਸਰਦਾਰ ਸਵਰਨ ਸਿੰਘ ਕਮੇਟੀ, ਠੀਕ ਹੈ। ਤਾਂ ਆਪਣੇ ਕੁਐਸਚਨ ਆ ਜਿਹੜੇ ਕੰਪਲੀਟ ਹੋ ਚੁੱਕੇ ਆ। ਥੈਂਕਸ ਫॉर ਵਾਚਿੰਗ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਆਪਦਾ ਜਿਹੜਾ ਕੀਮਤੀ ਸਮਾਂ ਦੇ ਰਹੇ ਹੋ ਇਸ ਸਮੇਂ ਵੀ। ਤੇ ਅਗਰ ਤੁਸੀਂ ਕੀ ਆ ਬਸ ਮੈਂ ਤੁਹਾਨੂੰ ਬਸ ਇਹੀ ਕਹਿਣਾ ਵੀ ਚੈਨਲ ਨੂੰ ਜਿਹੜਾ ਲਾਈਕ ਤੇ ਸਬਸਕ੍ਰਾਈਬ ਤੇ ਘੰਟੀਆਂ ਜਿਹੜੀਆਂ ਉਹ ਵਜਾ ਦਿਓ, ਠੀਕ ਆ। ਬਾਕੀ ਜਿੰਨੀਆਂ ਵੀ ਇੰਪੋਰਟੈਂਟ ਨੋਟੀਫਿਕੇਸ਼ਨ ਆ ਜਿਹੜੇ ਤੁਹਾਨੂੰ ਤਾਂ ਜੋ ਮਿਲਦੇ ਰਹਿਣ। ਬਾਕੀ ਜੋ ਵੀ ਇੰਪੋਰਟੈਂਟ ਜਿਹੜੇ ਕੰਮ ਆ ਆਪਣੇ ਜਿਹੜੇ ਲਗਾਤਾਰ ਮੈਂ ਸੀਰੀਜ਼ ਹੁਣ ਤੁਹਾਡੇ ਵਾਸਤੇ ਮੈਂ ਲਾਂਚ ਕਰਨ ਜਾ ਰਿਹਾ, ਠੀਕ ਹੈ। ਇਸ ਵਾਰੀ ਹੁਣ ਮੈਂ ਪਲੈਨਿੰਗ ਕਰ ਲਈ ਆ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਕੰਟੈਂਟ ਆ ਫ੍ਰੀ ਆਫ ਕਾਸਟ ਜਿਹੜਾ ਪ੍ਰੋਵਾਈਡ ਕਰਨਾ, ਠੀਕ ਹੈ। ਕਿਉਂਕਿ ਬੱਚਿਆਂ ਦੇ ਪੇਪਰ ਆ, ਬੱਚਿਆਂ ਨੂੰ ਆਪਾਂ ਸਿਲੈਕਸ਼ਨ ਚਾਹੀਦੀ ਆ। ਕੋਈ ਵੀ ਬੰਦਾ ਆਪਾਂ ਵਿਦੇਸ਼ ਨਹੀਂ ਜਾਣ ਦੇਣਾ, ਠੀਕ ਹੈ। ਬਾਹਰਲੇ ਦੇਸ਼ ਕੋਈ ਵੀ ਨਹੀਂ ਜਾਣ ਦੇਣਾ, ਬਸ ਨੱਪ ਕੇ ਰੱਖਣੇ ਆ ਵੀ ਸਰਕਾਰੀ ਨੌਕਰੀ ਇੱਥੇ ਲੈਣੀ ਆ। ਕਿਉਂ ਯਾਰ ਬਾਹਰਲੇ ਦੇਸ਼ ਜਾ ਕੇ ਆਪਾਂ ਕੀ ਆ, ਲੋਕ ਅੰਗਰੇਜ਼ ਆ ਜਿਹੜੇ ਉਹਨਾਂ ਦੇ ਹੱਥ ਪੈਰ ਸਾਫ਼ ਕਰਨੇ, ਸਮਝ ਲੱਗ ਗਈ ਨਾ। ਅੱਗੇ ਅੰਗਰੇਜ਼ ਮਸਾਂ ਕੁੱਟ ਕੇ ਭਜਾਏ ਤੋਂ ਇੰਡੀਆ ਦੇ ਵਿੱਚੋਂ ਬਾਹਰ। ਤਾਂ ਉਹੀ ਚੀਜ਼ਾਂ ਇਸੇ ਕਰਕੇ ਮੈਂ ਮਾਡਰਨ ਹਿਸਟਰੀ ਵੀ ਤੁਹਾਡੇ ਵਾਸਤੇ ਇੰਪੋਰਟੈਂਟ ਟੌਪਿਕ ਲੈ ਕੇ ਆਊਂਗਾ। ਅੰਗਰੇਜ਼ਾਂ ਦੀ ਚੀੜ ਫਾੜ ਕਰਾਂਗੇ ਇਹਦੇ ਵਿੱਚ, ਠੀਕ ਹੈ। ਬਾਏ ਬਾਏ, ਹੈਵ ਅ ਨਾਈਸ ਡੇ, ਟੇਕ ਕੇਅਰ, ਸਵੀਟ ਡ੍ਰੀਮ, ਲਵ ਯੂ ਸਾਰਿਆਂ ਨੂੰ, ਤੇ ਪਿਆਰ ਮੁਹੱਬਤ ਬਖਸ਼ਦੇ ਰਹੋ, ਠੀਕ ਹੈ। ਬਸ ਮੈਨੂੰ ਪਿਆਰ ਚਾਹੀਦਾ, ਪਿਆਰ ਦੇ ਦਿਓ ਬਸ, ਹੋਰ ਕੁਝ ਨਹੀਂ ਚਾਹੀਦਾ ਮੈਨੂੰ, ਠੀਕ ਹੈ। ਪਿਆਰ ਦੇ ਦਿਓ ਮੈਨੂੰ YouTube ਤੇ ਬਸ। ਧੰਨਵਾਦ, ਥੈਂਕ ਯੂ ਸੋ ਮਚ।